ਮਾਸਟਰ ਦਾ ਬਿਆਨ ਆਇਆ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਇਦਾਂ ਕਰੋਗੇ ਤੇ ਬਾਹਰ ਬਹੁਤ ਸਾਰੇ ਗੁਰਦੁਆਰੇ ਹੈਗੇ ਤਾਂ ਉਹਨੂੰ ਕਹੋ ਕਿ ਬਾਹਰ ਜਦੋਂ ਤੁਹਾਡਾ ਪੋਪ ਕਹਿੰਦਾ ਵੀ ਤੁਸੀਂ ਪਖੰਡ ਕਰ ਰਹੇ ਜੋ ਉਹਨੂੰ ਕਹੇ ਧਮਕੀ ਹੈ ਸਾਨੂੰ। ਅਸੀਂ ਬਾਹਰ ਜਾ ਕੇ ਕਿਸੇ ਦਾ ਧਰਮ ਤਬਦੀਲ ਕੀਤਾ? ਅਸੀਂ ਆਪਣੀ ਮਿਹਨਤ ਨਾਲ ਉੱਥੇ ਜਾ ਕੇ ਹੱਕ ਲਏ ਨੇ। ਅਸੀਂ ਲੋਕਾਂ ਨੂੰ ਪੈਸੇ ਦੇ ਕੇ ਸਿੱਖ ਬਣਾਇਆ ਕਦੀ ਕਿਸੇ ਨੂੰ? ਗੋਰੇ ਸਾਡੇ ਕੋਲ ਇਹੋ ਜਿਹਾ ਕੁਝ ਹੈ ਵੀ ਨਹੀਂ ਲਾਲਚ ਨਾਲ। ਤੇ ਫਿਰ ਇਹਨਾਂ ਨੂੰ ਸਮਝਣਾ ਚਾਹੀਦਾ ਵੀ ਇੱਕ ਤੇ ਚੋਰੀ ਤੋਂ ਸੀਨਾ ਚੋਰੀ ਹੈ ਇਹਨਾਂ ਦੀ। ਇਹ ਕਦੀਆਂ ਧਮਕੀਆਂ ਹੋ ਕੇ ਬਾਹਰ ਦੇ ਸਿੱਖਾਂ ਨੂੰ ਇਦਾਂ ਕਰਦੇ ਆਗੇ? ਇਹਨੂੰ ਕਹ ਪਹਿਲਾਂ ਤੁਸੀਂ ਇਹ ਦਿਖਾਓ ਵੀ ਤੁਹਾਡਾ ਜਿਹੜਾ ਮੇਨ ਵੈਟੀਕਨ ਸਿਟੀ ਦਾ ਚਰਚ ਹੈ ਉਹ ਇਸ ਗੱਲ ਨੂੰ ਅਲਾਓ ਕਰਦਾ ਵੀ ਤੁਸੀਂ ਇਹ ਕੰਮ ਕਰੋ। ਜੇ ਨਹੀਂ ਕਰਦੇ ਤੁਸੀਂ ਪਖੰਡ ਕਰਦੇ ਜਿੱਥੇ। ਸੋ ਇਹ ਗੁੰਡਾਗਰਦੀ ਤੇ ਪਾਸਟਰ ਪੁੱਠਰ ਨੂੰ ਉਤਰਨਾ ਨਹੀਂ ਚਾਹੀਦਾ। ਇਹ ਕੰਮ ਨਿਰੰਕਾਰੀਆਂ ਵਾਲਾ ਬਣਾ ਰਹੇ ਨੇ ਜਾਣ ਬੁੱਝ ਕੇ। ਨਿਰੰਕਾਰੀਆਂ ਨੇ ਇਹੋ ਕੰਮ ਕੀਤਾ ਸੀ, ਗੁਰੂ ਧਾਮ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਕੰਮ ਕੀਤਾ ਸੀ, ਤਾਂ ਨਤੀਜਾ ਕੀ ਨਿਕਲਿਆ ਸੀ? ਪੰਜਾਬ ਨੂੰ ਅੱਗ ਲੱਗੀ ਸੀ। ਹੁਣ ਦੋਸ਼ ਸਿੱਖਾਂ ਨੂੰ ਦੇਣਗੇ। ਅਸੀਂ ਬੇਨਤੀਆਂ ਕਰ ਲਈਆਂ ਨੇ ਪ੍ਰਸ਼ਾਸਨ ਨੂੰ ਵੀ, ਸਾਰਿਆਂ ਨੂੰ। ਹੁਣ ਫਿਰ ਕਰ ਦਿੰਦੇ ਆ ਸਰਕਾਰਾਂ ਨੂੰ ਵੀ ਇਹ ਕੰਮ ਜਿੰਨਾ ਚਿਰ ਨਾ ਰੁਕਿਆ ਤੇ ਸਾਨੂੰ ਤੇ ਇਦਾਂ ਰੁਕਣਾ ਪੈਣਾ। ਇੱਕ ਮੌਕੇ ਤੇ ਗੁਰੂ ਘਰਾਂ ਦੀ ਆਜ਼ਾਦੀ ਲਈ ਇਹਨਾਂ ਸੰਘਰਸ਼ ਕੀਤਾ। ਅੱਜ ਇਹ ਹਿੰਦੁਸਤਾਨ ਦੀ ਹਕੂਮਤ ਦੇ ਅਧੀਨ ਗੁਰੂ ਘਰਾਂ ਨੂੰ ਗੁਲਾਮ ਕਰੀ ਬੈਠੇ ਨੇ। ਸੋ ਮੇਰੇ ਖਿਆਲ ਨਾਲ ਸਿੱਖਾਂ ਨੂੰ ਗੁਰੂ ਘਰਾਂ ਦਾ ਪ੍ਰਬੰਧ ਵੀ ਆਪਣੇ ਹੱਥ 'ਚ ਲੈਣਾ ਚਾਹੀਦਾ, ਜਿਸ ਇੱਥੇ ਲੈ ਸਕਦੇ ਆ। ਤੇ ਇੱਕ ਬਹੁਤ ਵੱਡੇ ਸੰਘਰਸ਼ ਨੂੰ ਵਿੱਢਣ ਦੀ ਲੋੜ ਆ ਤਾਂ ਜੋ ਅਸੀਂ ਗੁਰੂ ਘਰਾਂ ਦੇ ਵਿੱਚ ਜਿਹੜਾ ਇਹ ਮਨਮਤ ਹੋ ਰਹੀ ਨੂੰ ਕੱਢ ਸਕੀਏ। ਕਿਸ ਤਰੀਕੇ ਨਾਲ ਮਿਲ ਸਕਦਾ? ਦੇਖੋ, ਕੌਮ ਨੂੰ ਲਾਮਬੰਦ ਹੋਣਾ ਚਾਹੀਦਾ, ਇਕੱਠੇ ਹੋ ਕੇ ਇੱਕ ਝੰਡੇ ਥੱਲੇ ਸੰਘਰਸ਼ ਕਰਨਾ ਚਾਹੀਦਾ। ਤੇ ਜਦੋਂ ਸੰਘਰਸ਼ ਕਰਾਂਗੇ ਤੇ ਰਾਜ ਭਾਗ ਦੀ ਪ੍ਰਾਪਤੀ ਲਈ ਜਦੋਂ ਯਤਨ ਕਰਾਂਗੇ, ਜਦੋਂ ਆਪਾਂ ਆਜ਼ਾਦੀ ਲਈ ਸੰਘਰਸ਼ ਕਰਾਂਗੇ, ਉਦੋਂ ਹੀ ਇਨਸਾਫ ਮਿਲਣਾਗੇ। ਉੱਦਾਂ ਅੱਜ ਇਸ ਇੱਥੇ ਇਨਸਾਫ ਲੈ ਲਾਂਗੇ, ਕਿਤੇ ਹੋਰ ਬੇਦਬੀਆਂ ਕਿਹੜਾ ਰੋਕ ਰਹੀਆਂ ਨੇ? ਕੁਝ ਹੈ ਦਿਮਾਗ ਵਿੱਚ ਕਿਸ ਤਰੀਕੇ ਕਰਨਾ ਚਾਹੀਦਾ, ਕੀ ਕੁਝ ਕਰਨਾ ਚਾਹੀਦਾ? ਦੇਖੋ, ਜਿਹੜੇ ਜਥੇਬੰਦਕ ਤਰੀਕੇ ਦੇ ਨਾਲ ਤੇ ਸਾਨੂੰ ਪਿੰਡ ਜਾਣਾ ਚਾਹੀਦਾ। ਜਿਹੜਾ ਪਹਿਲੀ ਗੱਲ ਤੇ ਗੁਰੂ ਘਰਾਂ ਦੇ ਪ੍ਰਬੰਧ ਨੇ, ਨੌਜਵਾਨਾਂ ਨੂੰ ਹਮਲਾ ਮਾਰ ਕੇ ਗੁਰੂ ਸਾਹਿਬ ਦੀ ਜਿਹੜੀ ਹਜ਼ੂਰੀ ਦੇ ਵਿੱਚ ਪਹਿਰੇ ਤੇ ਰਹਿਣਾ ਚਾਹੀਦਾ ਵੀ ਕੋਈ ਪਹਿਲਾਂ ਬੇਦਬੀ ਹੋਵੇ ਨਾ। ਤੇ ਜੇ ਹੁੰਦੀ ਆ ਤੇ ਮੌਕੇ ਦੇ ਉੱਤੇ ਉਹਦਾ ਇਨਸਾਫ ਕਰਨਾ ਚਾਹੀਦਾ, ਕਿਉਂਕਿ ਅਸੀਂ ਕੋਰਟਾਂ ਦੇ ਵਿੱਚ ਇਹਨਾਂ ਨੇ ਵੇਖ ਲਿਆ, ਇਹ ਬੰਦੇ ਨੂੰ ਫੜਦੇ ਨੇ, ਬਾਅਦ 'ਚ ਪਾਗਲ ਕਹਿ ਕੇ ਛੱਡ ਦਿੰਦੇ ਨੇ ਉਸੇ ਵੇਲੇ। ਜੇ ਬਹੁਤੀ ਸਜ਼ਾ ਵੀ ਹੈ 295 ਇਹਦੇ ਵਿੱਚ 3 ਸਾਲ ਦੀ ਸਜ਼ਾ, ਉਹਦੀ ਜ਼ਮਾਨਤ ਨਾਲ ਹੋ ਜਾਂਦੀ ਹੈ। ਜਦੋਂ ਜ਼ਮਾਨਤੀ ਬੰਦੇ ਨੂੰ ਸਿਕਿਉਰਿਟੀ ਦਿੰਦੇ ਨੇ, ਇਹ ਐਸਾ ਰਾਜ ਹੈ ਜਿੱਥੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਬੰਦੇ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ। ਸੋ ਇਸ ਕਰਕੇ ਸਾਨੂੰ ਇਸ ਰਾਜ ਭਾਗ ਤੋਂ ਨਿਜਾਤ ਪਾਉਣੀ ਚਾਹੀਦੀ ਹੈ, ਇਨਸਾਫ ਫੇਰ ਹੀ ਮਿਲੇਗਾ। ਦੀਪ ਸਿੱਧੂ ਸਾਹਿਬ ਕਾਫੀ ਵਾਰ ਆਉਂਦੇ ਰਹੇ ਨੇ, ਇੱਥੇ ਬੈਠਦੇ ਰਹੇ ਨੇ, ਤੁਸੀਂ ਪਹਿਲੀ ਵਾਰ ਆਏ ਹੋ, ਤਾਂ ਕੋਈ ਗੱਲਬਾਤ ਹੋਈ ਇਸ ਰਿਗਾਰਡਿੰਗ ਕੀ ਕੁਛ? ਨਹੀਂ, ਅਸੀਂ ਪਹਿਲਾਂ ਇੱਕ ਦਿਨ ਆਏ ਸੀ ਇੱਥੇ, ਜਿਹੜਾ ਬਾਈ ਦੀਪ ਸਿੱਧੂ ਤੇ ਇਸ ਮੋਰਚੇ ਨੂੰ ਸ਼ੁਰੂ ਕਰਨ ਵਾਲਿਆਂ 'ਚੋਂ ਸੀ। ਤੇ ਕੋਈ ਨਹੀਂ, ਮਹਾਰਾਜ ਕਿਰਪਾ ਕਰਨ ਆਉਂਦੇ ਰਵਾਂਗੇ। ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਇੱਥੇ ਹੀ ਹਾਂ। ਸਹਿਯੋਗ ਕਿਸ ਤਰੀਕੇ ਨਾਲ ਕਰੋਗੇ ਮੋਰਚੇ? ਸਹਿਯੋਗ ਜੀ, ਜਿੰਨਾ ਸਾਡੇ ਕੋਲ ਤੇ ਆਪਣਾ ਜੋ ਤਨ ਮਨ ਧਨ ਹੈਗਾ ਸਭ ਗੁਰੂ ਸਾਹਿਬ ਦੇ ਇਨਸਾਫ ਵਾਸਤੇ ਸਾਰਾ ਕੁਝ ਅਸੀਂ ਅਰਪਣ ਕਰਨ ਨੂੰ ਤਿਆਰ ਹਾਂ। ਜਥੇਬੰਦੀ ਇੱਕ ਪੰਜਾਬ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਸਾਈ ਮੱਤ ਨੂੰ ਲੈ ਕੇ, ਉਸ ਚੀਜ਼ ਬਾਰੇ ਕੀ ਕਹਿਣਾ ਚਾਹੁੰਦੇ? ਨਹੀਂ, ਦੇਖੋ, ਇਹ ਮੈਨੂੰ ਸਮਝ ਨਹੀਂ ਆਉਂਦੀ ਵੀ ਆਪਾਂ ਇਸ ਸਵਾਲ ਦਾ ਜਵਾਬ ਕਿਉਂ ਦਈਏ, ਕਿਉਂਕਿ ਪਹਿਲਾਂ ਤੇ ਈਸਾਈ ਪਾਸਟਰਾਂ ਨੇ ਪਖੰਡ ਦਾ ਪਹਿਲਾਂ ਫੈਲਾਇਆ ਸਾਰੇ ਪੰਜਾਬ ਦੇ ਵਿੱਚ। ਜਦੋਂ ਉਹਨਾਂ ਦਾ ਵਿਰੋਧ ਹੋਣ ਲੱਗਾ, ਉਦੋਂ ਅਚਾਨਕ ਉਹਨਾਂ ਦੇ ਬੇਅਦਬੀ ਹੋ ਜਾਂਦੀ ਹੈ ਮੂਰਤੀ ਦੀ। ਪਹਿਲੀ ਗੱਲ ਤੇ ਕ੍ਰਿਸਚਨਾਂ ਦੇ ਵਿੱਚ ਮੂਰਤੀ ਪ੍ਰਥਾ ਹੈ ਨਹੀਂ ਗੀ, ਉਹਨੂੰ ਇੱਦਾਂ ਬੇਅਦਬੀ ਵਗੋਂ ਪ੍ਰਚਾਰਨਾ ਗਲਤ ਗੱਲ ਹੈ। ਦੂਜੀ ਗੱਲ ਹੈ ਵੀ ਇਹ ਅਚਾਨਕ ਜਿਵੇਂ ਇੱਕ ਮੌਕੇ ਦੇ ਉੱਤੇ ਗਊਆਂ ਦੇ ਸਿਰ ਵੱਢ ਕੇ ਸੁੱਟੇ ਗਏ ਸੀ ਮੰਦਰਾਂ ਦੇ ਵਿੱਚ। ਇਹ ਮੈਨੂੰ ਲੱਗਦਾ ਵੀ ਜਿਹੜਾ ਹੁਣ ਕੌਮ ਉਹਨਾਂ ਦੇ ਵਿਰੋਧ 'ਚ ਉੱਠੀ ਹੈ, ਉਸ ਵਿਰੋਧ ਨੂੰ ਖਤਮ ਕਰਨ ਲਈ ਇਹੋ ਜਿਹਾ ਪਖੰਡ ਰਚਿਆ ਜਾ ਰਿਹਾ। ਇਹਦੀ ਜਾਂਚ ਹੋਣੀ ਚਾਹੀਦੀ। ਤੁਹਾਨੂੰ ਇਹ ਲੱਗਦਾ ਕਿ ਬੇਅਦਬੀ ਨਹੀਂ, ਬੇਅਦਬੀ ਤਾਂ ਦੇਖੋ ਉਹ ਦੱਸਣ ਵੀ ਉਹਨਾਂ ਦੀ ਕਿਹੜੇ ਹਿਸਾਬ ਨਾਲ ਬੇਅਦਬੀ, ਆਪਣੇ ਧਰਮ ਨੂੰ ਡਿਫਾਈਨ ਕਰਨ। ਜਿਹੜਾ ਕੰਮ ਉਹ ਕਰ ਰਹੇ ਨੇ ਕਿ ਪਖੰਡ ਕਰਨਾ, ਜਾਦੂ ਮੰਤਰ ਕਰਨਾ, ਇਹ ਬੇਅਦਬੀ ਨਹੀਂ। ਜਦੋਂ ਵੈਟੀਕਨ ਸਿਟੀ ਨੇ ਮਨਾ ਕੀਤਾ ਹੋਇਆ ਤੇ ਬੇਅਦਬੀ ਤਾਂ ਸਭ ਤੋਂ ਵੱਡੀ ਉਹ ਆਪ ਕਰਦੇ ਨੇ ਰੋਜ਼ ਦਿਨ। ਤੇ ਜਦੋਂ ਰੋਜ਼ ਦਿਨ ਆਪਣੀ ਬੇਅਦਬੀ ਕਰ ਰਹੇ ਨੇ, ਗਰੀਬ ਸਿੱਖਾਂ ਨੂੰ ਵਰਗਲਾ ਕੇ, ਲਾਲਚ ਦੇ ਕੇ, ਡਰਾ ਕੇ ਤੇ ਧਰਮ ਤਬਦੀਲ ਕਰਦੇ ਨੇ, ਕੀ ਇਹ ਬੇਅਦਬੀ ਨਹੀਂ? ਜਦੋਂ ਇਹਨਾਂ ਦਾ ਪੋਪ ਕਹਿੰਦਾ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ, ਸਗੋਂ ਜਿਹੜੇ ਸਿੱਖਾਂ ਨੇ ਵਿਰੋਧ ਕੀਤਾ ਹੈ ਉੱਥੇ, ਜਿਹੜੇ ਸਿੱਖਾਂ ਨੇ ਇਹਨਾਂ ਦਾ ਪਖੰਡ ਰੋਕਿਆ, ਉਹ ਸਿੱਖ ਤੇ ਸਗੋਂ ਉਹਨਾਂ ਨੂੰ ਧੰਨਵਾਦ, ਜਿਹੜੇ ਸੱਚੇ ਈਸਾਈ ਨੇ ਉਹਨਾਂ ਨੂੰ ਧੰਨਵਾਦ ਕਰਨਾ ਚਾਹੀਦਾ ਸਿੱਖਾਂ ਦਾ। ਜਿਵੇਂ ਤੁਸੀਂ ਕਿਹਾ ਕਿ ਪੋਪ ਕਹਿੰਦਾ ਕਿ ਨਹੀਂ ਹੋਣਾ ਚਾਹੀਦਾ, ਪਰ ਉਹਨਾਂ ਦੇ ਪਿੱਛੇ ਕੌਣ ਆ ਜਿਹੜਾ ਇਹ ਕਰਵਾ ਰਿਹਾ ਪੰਜਾਬ ਦੇ? ਇਹ ਹਿੰਦੁਸਤਾਨ ਦੀ ਹਕੂਮਤ ਦੀ ਸ਼ਹਿਰ ਤੇ ਸਾਰਾ ਕੁਝ ਹੋ ਰਿਹਾ, ਕਿਉਂਕਿ ਇੱਥੋਂ ਸਿੱਖਾਂ ਦੀ ਆਬਾਦੀ ਨੂੰ ਘਟਾ ਕੇ ਤੇ ਪੰਜਾਬ ਇੱਕ ਸੂਬਾ ਹੈ ਜਿਹੜਾ ਪਹਿਲਾਂ ਤੇ ਇਹਦੀ ਵੰਡ 47 'ਚ ਹੋਈ, ਫਿਰ 65 ਦੇ ਵਿੱਚ 66 ਦੇ ਵਿੱਚ ਸੂਬਿਆਂ ਵਜੋਂ ਹੋਈ। ਹੁਣ ਇੱਥੇ ਸਿੱਖਾਂ ਦੀ ਇੱਕ ਦੇ ਪਾਸੇ ਮਾਈਗ੍ਰੇਸ਼ਨ ਬਹੁਤ ਵੱਡੇ ਪੱਧਰ ਤੇ ਹੋ ਰਹੀ, ਜਿਹੜੇ ਇੱਥੇ ਬਚ ਰਹੇ ਆ ਉਹਨਾਂ ਨੂੰ ਈਸਾਈ ਬਣਾ ਕੇ ਤੇ ਸਿੱਖਾਂ ਦੀ ਆਬਾਦੀ ਨੂੰ ਖਤਮ ਕਰਨ ਦਾ ਧਈਆ ਹੈ। ਕਦੇ ਪੰਜਾਬ ਦੇ ਵਿੱਚ ਸਿੱਖ ਵਰਸਸ ਹਿੰਦੂ, ਕਦੇ ਸਿੱਖ ਵਰਸਸ ਮੁਸਲਮਾਨ, ਹਿੰਦੂ ਵਰਸਸ ਮੁਸਲਮਾਨ, ਇਦਾਂ ਦਾ ਬਹੁਤ ਕੁਝ ਚੱਲ ਰਿਹਾ। ਇਸ ਵਾਰ ਈਸਾਈ ਵਰਸਸ ਸਿੱਖ ਬਣ ਰਿਹਾ। ਨਹੀਂ, ਇਹ ਹਕੂਮਤ ਹੀ ਬਣਾ ਰਹੀ ਹੈ ਨਾ, ਇਹ ਤੇ ਉਹਨਾਂ ਨੂੰ ਸਮਝਣਾ ਚਾਹੀਦਾ। ਜਿਹੜੇ ਸਿੱਖਾਂ ਦੇ ਖਿਲਾਫ ਖੜੇ, ਸਿੱਖਾਂ ਨੇ ਹਮੇਸ਼ਾ ਪੰਜਾਬ ਲਈ ਸੰਘਰਸ਼ ਕੀਤਾ ਹੈ। ਜਿਹੜੇ ਲੋਕ ਸਿੱਖਾਂ ਦੇ ਖਿਲਾਫ ਖੜੇ ਹੁੰਦੇ ਨੇ ਜਾਣ ਬੁੱਝ ਕੇ, ਉਹ ਪੰਜਾਬ ਵਿਰੋਧੀ ਵੀ ਨੇ ਤੇ ਉਹ ਇੱਥੋਂ ਦੀ ਧਰਤੀ ਦੇ ਵੀ ਵਿਰੋਧੀ ਨੇ। ਈਸਾਈਆਂ ਨੇ ਅੱਜ ਤੱਕ ਕੋਈ ਮੋਰਚਾ ਲਾਇਆ ਪੰਜਾਬ ਦੇ ਹੱਕਾਂ ਦੇ ਵਿੱਚ? ਨਾ ਹਿੰਦੂਆਂ ਨੇ ਲਾਇਆ, ਨਾ ਮੁਸਲਮਾਨਾਂ ਨੇ ਲਾਇਆ। ਸੋ ਜਿਨ੍ਹਾਂ ਨੇ ਮੋਰਚੇ ਲਾਏ ਨੇ, ਜਿਨ੍ਹਾਂ ਨੇ 500 ਸਾਲ ਤੋਂ ਆਪਣਾ ਲਹੂ ਡੋਲਿਆ, ਜਦੋਂ ਉਹ ਸੰਘਰਸ਼ ਕਰਨ ਨੂੰ ਉੱਠਦੇ ਨੇ, ਜਦੋਂ ਆਜ਼ਾਦੀ ਦੀ ਗੱਲ ਕਰਦੇ ਨੇ, ਇਹ ਸਾਡੇ ਖਿਲਾਫ ਖੜੇ ਹੋ ਜਾਂਦੇ ਨੇ। ਸੋ ਇਹ ਤੇ ਇਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਹਾਡੇ ਦਿਲ 'ਚ ਹੈ ਕੀ ਅਸਲ ਦੇ ਵਿੱਚ? ਸਿੱਖ ਤਾਂ ਕਿਸੇ ਦੀ ਬੇਅਦਬੀ ਨਹੀਂ ਕਰਦੇ ਜਾ ਕੇ।
ਪਰ ਕਿਸੇ ਦੇ ਪ੍ਰੋਗਰਾਮ ਜਾ ਕੇ ਵਿਘਨ ਪਾਉਣਾ ਇਹ ਠੀਕ ਆ? ਉਸ ਨਹੀਂ। ਪ੍ਰਸ਼ਾਸਨ ਨਾਲ ਲੈ ਜਾ ਸਕਦੇ ਸੀ ਉਹ। ਤੁਹਾਨੂੰ ਕਾਨੂੰਨ ਦਾ ਐਕਟ ਪਤਾ ਹੈ ਵੀ ਮੈਜਿਕ ਦੇ ਤਰੀਕੇ ਨਾਲ ਲੋਕਾਂ ਨੂੰ ਭਰਮਾਉਣਾ ਇਹ ਗਲਤ ਹੈ। ਸਪੀਕਰ ਲਾਉਣੇ ਪ੍ਰੋਗਰਾਮ ਕਰ ਰਹੇ ਸੀ ਉੱਥੇ ਸਿੱਖ ਜਥੇਬੰਦੀਆਂ ਗਈਆਂ, ਉਹਨਾਂ ਨੇ ਪ੍ਰੋਗਰਾਮ 'ਚ ਵਿਘਨ ਪਾਇਆ। ਨਹੀਂ, ਇਹ ਤੁਸੀਂ ਉੱਥੇ ਦੀ ਜਾਂਚ ਕਰੋ ਗਰਾਊਂਡ ਲੈਵਲ ਦੇ ਉੱਤੇ ਜਾ ਕੇ, ਤੁਹਾਡਾ ਮੀਡੀਆ ਦਾ ਕੰਮ ਹੈ। 6 ਮਹੀਨੇ ਤੋਂ ਪਿੰਡ ਵਾਲੇ ਬੇਨਤੀ ਕਰ ਰਹੇ ਨੇ ਵੀ ਇੱਥੇ ਸਪੀਕਰ ਲਾ ਕੇ ਗੰਦ ਨਾ ਪਾਓ, ਉਹ ਨਹੀਂ ਟਲੇ। ਉਹਨਾਂ ਨੇ ਉੱਥੇ ਪਖੰਡ ਕੀਤਾ ਹੈ। ਉਹ ਤੁਹਾਨੂੰ ਲੱਗਦਾ ਮਰੇ ਬੰਦੇ ਜੀਨੇ ਹੁੰਦੇ? ਮੀਡੀਆ ਦਾ ਇਹ ਕੰਮ ਹੈ ਵੀ ਤੁਸੀਂ ਜਾਓ ਉੱਥੇ ਮਰਿਆ ਬੰਦਾ ਲਾਸ਼ ਲੈ ਜਾਓ ਹਸਪਤਾਲ 'ਚੋਂ, ਉਹਨਾਂ ਕੋਲ ਕਰੋ ਜਿੰਦੀ ਇਹਨਾਂ ਨੂੰ। ਤੁਹਾਡਾ ਕੰਮ ਇਹ ਹੈ। ਵੀ ਕੰਮ ਹੈ ਜਦੋਂ ਵੀਡੀਓ ਸਾਹਮਣੇ ਆਉਂਦੀ ਆ ਤਾਂ ਪੁਲਿਸ ਪ੍ਰਸ਼ਾਸਨ ਉਦੋਂ ਕੰਮ ਕਰੂਗਾ ਜਦੋਂ ਤੁਸੀਂ ਕੰਮ ਕਰੋਗੇ ਬਕਾਇਦਾ ਗਰਾਊਂਡ ਤੇ ਇਨਵੈਸਟੀਗੇਸ਼ਨ। ਮੀਡੀਆ ਦਾ ਕੰਮ ਇਹ ਨਹੀਂ ਹੁੰਦਾ ਵੀ ਮਗਰੋਂ ਜਾ ਕੇ ਕੰਮ ਕਰਨਾ। ਜਿਹੜੀ ਗਰਾਊਂਡ ਲੈਵਲ ਦੀ ਇਨਵੈਸਟੀਗੇਟਿੰਗ ਮੀਡੀਆ ਨਾ, ਜਿਹੜਾ ਉਹਦਾ ਫਰਜ਼ ਇਹ ਹੁੰਦਾ ਹੈ ਵੀ ਜਾ ਕੇ ਜਾਂਚ ਕਰਨੀ ਬਕਾਇਦਾ, ਸੱਚ ਨੂੰ ਸਾਹਮਣੇ ਲੈ ਕੇ ਆਉਣਾ। ਵੀਡੀਓ ਉਹਨਾਂ ਦੀ ਆਪਣੀਆਂ ਚੈਨਲ ਤੇ ਪਈਆਂ ਤੇ ਹਜ਼ਾਰਾਂ ਕਿੰਨੇ ਲੋਕਾਂ ਦੀ ਵੀਡੀਓ ਉਹਨਾਂ ਕੋਲ ਆਉਂਦੀਆਂ, ਪੁਲਿਸ ਪ੍ਰਸ਼ਾਸਨ ਵੀ ਦੇਖਦਾ ਹੈ, ਸਰਕਾਰਾਂ ਵੀ ਦੇਖ ਰਹੀਆਂ ਨੇ, ਪਰ ਕੋਈ ਐਕਸ਼ਨ ਨਹੀਂ ਹੋ ਰਿਹਾ। 3-3 ਸਾਲ ਪੁਰਾਣੀਆਂ ਵੀਡੀਓ ਨੇ। ਦੇਖੋ, ਡੈਮੋਕ੍ਰੇਸੀ ਦੇ 3 ਪਿਲਰ ਨੇ, ਜਸਟਿਸ ਸਿਸਟਮ ਵੀ ਹੈ, ਮੀਡੀਆ ਵੀ ਹੈ ਹੋਰ ਹੈ। ਉਹਦੇ 'ਚ ਮੀਡੀਆ ਦਾ ਰੋਲ ਕੀ ਹੈ? ਤੁਸੀਂ ਜਦੋਂ ਆਪਣਾ ਰੋਲ ਛੱਡੋਗੇ, ਬਾਈ ਚਾਂਸ, ਮੈਂ ਕ੍ਰਿਟੀਸਾਈਜ਼ ਨਹੀਂ ਕਰ ਰਿਹਾ ਕਿਸੇ ਪਾਰਟਿਕੂਲਰ ਮੀਡੀਆ ਨੂੰ, ਮੈਂ ਇਹ ਕਹਿ ਰਿਹਾ ਵੀ ਜਿਹੜਾ ਜਰਨਲਿਜ਼ਮ ਹੈ ਉਹਦੀ ਪਰਿਭਾਸ਼ਾ ਜਦੋਂ ਅਸੀਂ ਭੁੱਲਾਂਗੇ, ਘਟਨਾ ਤੋਂ ਬਾਅਦ ਸਾਰੇ ਬੰਦੇ ਪਹੁੰਚ ਜਾਂਦੇ ਨੇ। ਜਿਹੜਾ ਪਖੰਡ ਹੋ ਰਿਹਾ ਇੱਥੇ, ਇੱਕ ਇਨਵੈਸਟੀਗੇਟਿਵ ਰਿਪੋਰਟ ਦਿਖਾ ਦਿਓ ਮੈਨੂੰ ਤੁਸੀਂ। ਕਿੰਨੇ ਸਾਲਾਂ ਤੋਂ ਇਹ ਪਖੰਡ ਚੱਲ ਰਿਹਾ ਪੰਜਾਬ ਦੇ ਵਿੱਚ, ਤੇ ਜਿਹੜੇ ਲੋਕਾਂ ਨੂੰ ਇਹ ਇੱਕ ਕਿਸਮ ਦਾ ਹਿਮਿਲੇਸ਼ਨ ਲੋਕਾਂ ਦੀ ਹੋ ਰਹੀ ਹੈ, ਮੈਨੀਪੂਲੇਸ਼ਨ ਹੋ ਰਹੀ ਹੈ, ਲੋਕਾਂ ਨੂੰ ਝੂਠ ਦੇ ਤਰੀਕੇ ਨਾਲ। ਆਪਣੇ ਸਿੱਖਾਂ ਨੇ ਡੇਰੇਵਾਦ ਦਾ ਵੀ ਵਿਰੋਧ ਕੀਤਾ, ਪਖੰਡ ਦੇ ਹੈ ਤੇ ਉਹ ਪਖੰਡ ਕਰਦੇ ਸੀ ਨਾ ਸਿੱਖੀ ਦੇ ਨਾਂ ਹੇਠ, ਸਿੱਖਾਂ ਨੇ ਉਹਨਾਂ ਨੂੰ ਵੀ ਹਟਾਇਆ, ਬੰਦ ਕਰਾਏ ਡੇਰੇ। ਤੇ ਜੇ ਸਿੱਖ ਇਹਨਾਂ ਨੂੰ ਕਰ ਰਹੇ ਨੇ ਤੇ ਪਖੰਡ ਦਾ ਕਰਕੇ ਕਰ ਰਹੇ ਨੇ। ਹੋਰ ਤੁਸੀਂ ਦੱਸੋ ਵੀ ਜਿਹੜਾ ਅਸਾਈਅਤ ਦਾ ਧਰਮ ਹੈ ਸਾਡੇ ਨਾਲ ਬੈਠ ਜਾਣ ਕਿਤੇ, ਇਹਨਾਂ ਦੇ ਪਾਸਟਰ ਆੜ ਕੇ ਇਹ ਦੱਸਣ ਵੀ ਇਹਨਾਂ ਦੇ ਇਹ ਧਰਮ ਦੇ ਵਿੱਚ ਇਹ ਕਿੱਥੋਂ ਲਿਖਿਆ ਵੀ ਇਹ ਕੰਮ ਕਰਨੇ। ਉਹਨਾਂ ਦੇ ਪਾਸਟਰ ਦਾ ਬਿਆਨ ਆਇਆ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਇਦਾਂ ਕਰੋਗੇ ਤੇ ਬਾਹਰ ਬਹੁਤ ਸਾਰੇ ਗੁਰਦੁਆਰੇ ਹੈਗੇ, ਉਹਨੂੰ ਕਹੋ ਵੀ ਬਾਹਰ ਜਦੋਂ ਤੁਹਾਡਾ ਪੋਪ ਕਹਿੰਦਾ ਵੀ ਤੁਸੀਂ ਪਖੰਡ ਕਰ ਰਹੇ ਜੋ, ਉਹਨੂੰ ਕਹੇ ਧਮਕੀ ਹੈ ਸਾਨੂੰ? ਅਸੀਂ ਬਾਹਰ ਜਾ ਕੇ ਕਿਸੇ ਦਾ ਧਰਮ ਤਬਦੀਲ ਕੀਤਾ? ਅਸੀਂ ਆਪਣੀ ਮਿਹਨਤ ਨਾਲ ਉੱਥੇ ਜਾ ਕੇ ਹੱਕ ਲਏ ਨੇ। ਅਸੀਂ ਲੋਕਾਂ ਨੂੰ ਪੈਸੇ ਦੇ ਕੇ ਸਿੱਖ ਬਣਾਇਆ ਕਦੀ ਕਿਸੇ ਨੂੰ? ਗੋਰੇ ਸਾਡੇ ਇਹੋ ਜਿਹਾ ਕੁਝ ਹੈ ਵੀ ਨਹੀਂ, ਲਾਲਚ ਨਾਲ। ਤੇ ਫਿਰ ਇਹਨਾਂ ਨੂੰ ਸਮਝਣਾ ਚਾਹੀਦਾ ਵੀ ਇੱਕ ਤੇ ਚੋਰੀ ਤੋਂ ਸੀਨਾ ਚੋਰੀ ਹੈ ਇਹਨਾਂ ਦੀ। ਇਹ ਕਦੀਆਂ ਧਮਕੀਆਂ ਅੱਗੇ ਬਾਹਰ ਦੇ ਸਿੱਖਾਂ ਨੂੰ ਇਦਾਂ ਕਰਦੇ ਹੈਗੇ? ਉਹਨੂੰ ਕਹ ਪਹਿਲਾਂ ਤੁਸੀਂ ਇਹ ਦਿਖਾਓ ਵੀ ਤੁਹਾਡਾ ਜਿਹੜਾ ਮੇਨ ਵੈਟੀਕਨ ਸਿਟੀ ਦਾ ਚਰਚ ਹੈ ਉਹ ਇਸ ਗੱਲ ਨੂੰ ਅਲਾਉ ਕਰਦਾ ਵੀ ਤੁਸੀਂ ਇਹ ਕੰਮ ਕਰੋ। ਜੇ ਨਹੀਂ ਕਰਦੇ ਤੁਸੀਂ ਪਖੰਡ ਕਿਉਂ ਕਰਦੇ ਜਿੱਥੇ? ਸੋ ਇਹ ਗੁੰਡਾਗਰਦੀ ਤੇ ਪਾਸਟਰ ਪੁੱਟਰ ਨੂੰ ਉਤਰਨਾ ਨਹੀਂ ਚਾਹੀਦਾ। ਇਹ ਕੰਮ ਨਿਰੰਕਾਰੀਆਂ ਵਾਲਾ ਬਣਾ ਰਹੇ ਨੇ ਜਾਣਬੁੱਝ ਕੇ। ਨਿਰੰਕਾਰੀਆਂ ਨੇ ਇਹੋ ਕੰਮ ਕੀਤਾ ਸੀ, ਗੁਰੂ ਧਾਮ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਕੰਮ ਕੀਤਾ ਸੀ, ਤਾਂ ਨਤੀਜਾ ਕੀ ਨਿਕਲਿਆ ਸੀ? ਪੰਜਾਬ ਨੂੰ ਅੱਗ ਲੱਗੀ ਸੀ। ਹੁਣ ਦੋਸ਼ ਸਿੱਖਾਂ ਨੂੰ ਦੇਣਗੇ। ਅਸੀਂ ਬੇਨਤੀਆਂ ਕਰ ਲਈਆਂ ਨੇ ਪ੍ਰਸ਼ਾਸਨ ਨੂੰ ਵੀ, ਸਾਰਿਆਂ ਨੂੰ, ਹੁਣ ਫਿਰ ਕਰ ਦਿੰਦੇ ਆ ਸਰਕਾਰਾਂ ਨੂੰ ਵੀ ਇਹ ਕੰਮ ਜਿੰਨਾ ਚਿਰ ਨਾ ਰੁਕਿਆ ਤੇ ਸਾਨੂੰ ਤੇ ਇਦਾਂ ਰੁਕਣਾ ਪੈਣਾ। 150 ਤੇ 295 ਦਾ ਪਰਚਾ ਲੱਗਿਆ। ਕੀ ਕਹਿਣਾ ਚਾਹੋਗੇ ਉਹਨਾਂ ਬਾਰੇ? ਨਹੀਂ, ਇਹ ਤੇ ਬਹੁਤ ਧੱਕਾ ਹੋਇਆ ਜਾਂ ਸਹੀ ਹੋਇਆ? ਨਹੀਂ, ਪਰਚੇ ਤੇ ਦੇਖੋ ਸਿੱਖਾਂ ਦੇ ਉੱਤੇ ਜਿਹੜਾ ਪਰਚੇ ਜੰਮਦੇ ਹੋ ਜਾਂਦੇ ਨੇ। ਹਿੰਦੁਸਤਾਨ ਦਾ ਸੰਵਿਧਾਨ ਕਹਿੰਦਾ ਵੀ ਸਿੱਖ ਨਹੀਂ ਗਾ, ਉਹ ਵੀ ਇੱਕ ਪਰਚਾ ਜੀ। 25-20 ਧਾਰਾ ਜਿਹੜੀ ਹੈ ਡਿਫਾਈਨ ਕਰਦੀ ਵੀ ਸਿੱਖ ਨਹੀਂ, ਇਹ ਪਰਚਾ ਨਹੀਂ ਸਿੱਖਾਂ ਦੇ ਉੱਤੇ। ਪਰਚਿਆਂ ਦੀ ਕੋਈ ਪਰਵਾਹ ਨਹੀਂ। ਜਦੋਂ ਸਿਰ ਦੇਣ ਦੀ ਗੱਲ ਹੋਵੇ ਪਰਚਾ ਕੀ ਕਰੂ ਉੱਥੇ? ਸਾਡਾ ਕੰਮ ਹੈ ਪਖੰਡ ਨੂੰ ਰੋਕਣਾ। ਗੁਰੂ ਸਾਹਿਬ ਦੀ ਧਰਤੀ ਦੇ ਉੱਤੇ ਇਹ ਕੰਮ ਅਸੀਂ ਨਹੀਂ ਹੋਣ ਦੇਣਾ। ਪਰਚਾ ਕਰ ਦੇਣ, ਫਾਂਸੀ ਟੰਗਣਾ, ਗੋਲੀਆਂ ਅੱਗੇ ਕਿਹੜੇ ਥੋੜੇ ਮਾਰੇ ਨੌਜਵਾਨ ਤੇ ਲੱਖਾਂ ਦੇ ਨੌਜਵਾਨ ਇਹਨਾਂ ਨੇ ਮੁਕਾਬਲਿਆਂ 'ਚ ਮਾਰ ਦਿੱਤੇ ਨੇ। ਕੁਛ ਹਿੱਸੇ 'ਚ ਸਿੱਖ ਉਹਨਾਂ ਦੇ ਹੱਕ 'ਚ ਖੜਦੇ ਹੋ, ਕਹਿੰਦੇ ਕਿ ਗਲਤ ਕੀਤਾ ਸਾਡੇ ਬੰਦਿਆਂ ਨੇ, ਇਦਾਂ ਨਹੀਂ ਕਰਨਾ ਚਾਹੀਦਾ, ਬੈਠ ਕੇ ਗੱਲ ਕਰਨੀ। ਸਿੱਖਾਂ ਦੀ ਗੁਲਾਮ ਮਾਨਸਿਕਤਾ ਹੈ, ਕਈਆਂ ਦੀ 150 ਸਾਲ ਦੀ ਗੁਲਾਮੀ ਨੂੰ ਉਹਦਾ ਦਿਮਾਗ ਇਹ ਕਰ ਦਿੱਤਾ ਹੈ ਵੀ ਉਹਨਾਂ ਨੂੰ ਇਹ ਨਹੀਂ ਸਮਝ ਆਉਂਦਾ ਵੀ ਇਹ ਸਟੇਜਾਂ ਤੋਂ ਖੜ ਕੇ ਸਾਡੇ ਗੁਰੂਆਂ ਨੂੰ ਸ਼ੈਤਾਨ ਤੱਕ ਕਹਿ ਦਿੰਦੇ ਨੇ। ਇਹ ਕਹਿੰਦੇ ਨੇ ਗੁਰਦੁਆਰਾ ਸਾਹਿਬ ਜਾ ਕੇ ਪ੍ਰਸ਼ਾਦ ਨਾ ਲਾਓ, ਸਿੱਖਾਂ ਨੂੰ ਭਰਮਾਉਂਦੇ ਨੇ ਵੀ ਉਹ ਸ਼ੈਤਾਨ ਦਾ ਘਰ ਹੈ, ਉੱਥੇ ਪ੍ਰਸ਼ਾਦ ਨਹੀਂ ਤੁਸੀਂ ਛਕਣਾ। ਤੇ ਇਹ ਜਿਹੜੇ ਸਿੱਖ ਉਹਨਾਂ ਦੀ ਹਮਾਇਤ 'ਚ ਖੜੇ ਨੇ, ਇਹਨਾਂ ਨੂੰ ਪੁੱਛੋ ਵੀ ਕਦੋਂ ਟਲਣਾ? ਜਦੋਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਪਾ ਲਿਆ ਉਹਨਾਂ ਨੇ, ਫਿਰ ਤੁਸੀਂ ਪਛਤਾਓਗੇ। ਇਹ ਉਹ ਹਾਲ ਹੈ ਜਿਵੇਂ ਦਿੱਲੀ ਦੇ ਸਿੱਖ ਇੱਕ ਮੌਕੇ 84 ਤੋਂ ਪਹਿਲਾਂ ਕਹਿੰਦੇ ਸੀ ਵੀ ਇੱਥੇ ਭਿੰਡਰਾਲਾ ਬਹੁਤ ਗਲਤ ਕਰ ਰਿਹਾ ਸੰਤ ਜੀ, ਤੇ ਬਾਅਦ ਜਦੋਂ ਆਪਣੇ ਘਰਾਂ 'ਚ ਅੱਗ ਲੱਗੀ ਤੇ ਫਿਰ ਪਤਾ ਲੱਗਾ। ਇਹਨਾਂ ਨੂੰ ਉਦੋਂ ਸਮਝ ਆਉਣੀ ਜਦੋਂ ਇਹਨਾਂ ਦੀ ਦਾੜੀ ਨੂੰ ਹੱਥ ਪੈ ਗਏ। ਐਸਜੀਪੀਸੀ ਰੋਲ ਨੂੰ ਕਿਵੇਂ ਦੇਖਦੇ ਪੂਰੇ ਘਟਨਾਕ੍ਰਮ? ਐਸਜੀਪੀਸੀ ਦਾ ਰੋਲ ਦੇਖੋ ਜੀ, ਇਹਦੇ 'ਚ ਨਾ ਨਹੀਂ ਰਿਹਾ। ਐਰਕਾਂ ਚਲੋ ਜਥੇਦਾਰ ਸਾਹਿਬ ਦਾ ਬਿਆਨ ਆਇਆ, ਪਰ ਜਿਹੜਾ ਐਸਜੀਪੀਸੀ ਨੂੰ ਕੰਮ ਕਰਨਾ ਚਾਹੀਦਾ ਸੀ ਉਹ ਹੁਣ ਦੇਰ ਆਏ ਦੁਰਸਤ ਆਏ, ਕੰਮ ਤੇ ਉਹਨੂੰ ਕਰ ਲੈਣਾ। ਅਜੇ ਵੀ ਕਹਿੰਦੇ ਡੁੱਲੇ ਬੇਰਾਂ ਦਾ ਕੱਖ ਨਹੀਂ ਵਿਗੜਿਆ। ਇਹ ਕੰਮ ਹੁਣੇ ਛੇਤੀ ਸ਼ੁਰੂ ਕਰ ਦੇਣ ਚੰਗੀ ਗੱਲ ਹੈ, ਨਹੀਂ ਤੇ ਫਿਰ ਬਾਅਦ 'ਚ ਐਸਜੀਪੀਸੀ ਵੀ ਅਸੀਂ ਵੇਖਾਂਗੇ ਵੀ ਇਹਨਾਂ ਦਾ ਵੀ ਕੀ ਹਿਸਾਬ ਦਾ ਕਿਹੜੇ ਪਾਸੇ ਕੱਢਣਾ। ਲੱਗਦਾ ਹੈ ਕਿ ਸਿੱਖ ਧਰਮ ਦਾ ਪ੍ਰਚਾਰ ਕਰਨ 'ਚ ਕਿਤੇ ਐਸਜੀਪੀਸੀ ਪਿੱਛੇ ਰਹਿ ਗਈ? ਆਹ ਤੇ ਰਹੀ ਆ ਤੇ ਪਿੱਛੇ, ਇਹਦੇ ਤੇ ਕੋਈ ਸਵਾਲ ਵਾਲੀ ਗੱਲ ਹੀ ਨਹੀਂ ਹੈਗੀ। ਵੈਸੇ ਪੰਜਾਬ ਦੇ ਵਿੱਚ ਪ੍ਰਚਾਰਕਾਂ ਦੀ ਗਿਣਤੀ ਬਹੁਤ ਸਾਰੀ ਵੱਡੀ ਹੈਗੀ ਆ। ਜੇ ਜਹਾਜ਼ਾਂ ਦਾ ਵੀਜ਼ਾ ਲੈ ਕੇ ਬਾਹਰਲੇ ਦੇਸ਼ਾਂ 'ਚ ਜਾਣਾ ਹੋਵੇ ਤਾਂ ਪ੍ਰਚਾਰਕ ਮਿੰਟ 'ਚ ਚਲੇ ਜਾਂਦੇ ਆ। ਕਈ ਵਾਰ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ ਉਹਨਾਂ ਖੇਤਰਾਂ ਦੇ ਵਿੱਚ ਜਾ ਕੇ ਜਿੱਥੇ ਗਰੀਬ ਲੋਕ ਵਸਦੇ। ਪ੍ਰਚਾਰਕਾਂ ਨੂੰ ਪਹਿਲਾਂ ਤੇ ਆਪ ਗੁਰੂ ਤੇ ਭਰੋਸਾ ਕਰਨਾ ਚਾਹੀਦਾ ਅਤੇ ਪ੍ਰਚਾਰਕ ਤੇ ਤਰਕ ਦੀ ਖੇਡ ਖੇਡਦੇ ਨੇ। ਜਿੱਥੇ ਜਾਂਦੇ ਨੇ ਕਦੇ ਬਾਣੀ ਦੇ ਕਿੰਤੂ, ਕਦੇ ਮਰਿਆਦਾ ਦੇ ਕਿੰਤੂ, ਕਦੇ ਕਿਸੇ ਚੀਜ਼ ਤੇ ਕਿੰਤੂ। ਇਹ ਜੇ ਕਿਤੇ ਮਰਗ ਤੇ ਚੱਲ ਜਾਣ ਉੱਥੇ ਕਹਿੰਦੇ ਮੁਰਦਾ ਨਵਾਇਆ ਕਿਉਂ ਤੁਸੀਂ? ਇਹਨਾਂ ਦੀ ਸੋਚ ਤੇ ਇੱਥੇ ਖੜ ਗਈ ਵੀ ਆਪਸੀ ਵਿਵਾਦ ਵਾਲੇ ਇਹ ਬਾਣੀਏ ਤੁਕਾਂ ਵੀ ਉਹ ਯਾਦ ਕਰੀ ਫਿਰਦੇ ਨੇ ਜਿਹੜੀਆਂ ਵਿਵਾਦ ਪੈਦਾ ਕਰਦੀਆਂ ਨੇ, ਜਿਹੜੀਆਂ ਤੁਕਾਂ ਤੇ ਇਹ ਦੂਜੇ ਨੂੰ ਸਵਾਲ ਖੜਾ ਕਰਦੇ ਨੇ। ਸੋ ਇਹਨਾਂ ਪ੍ਰਚਾਰਕਾਂ ਨੂੰ ਪਹਿਲਾਂ ਤੇ ਇਹ ਸਮਝਣਾ ਚਾਹੀਦਾ ਵੀ ਪਹਿਲਾਂ ਤੇ ਤੁਸੀਂ ਗੁਰੂ ਤੇ ਭਰੋਸਾ ਕਰਨਾ ਸਿੱਖੋ, ਫਿਰ ਤੁਸੀਂ ਪ੍ਰਚਾਰ ਕਰਨ ਜੋਗੇ ਹੋਵੋਗੇ। ਕਦੀ ਤੁਸੀਂ ਸੁਣਿਆ ਪਿਛਲੇ 10 ਸਾਲਾਂ 'ਚ ਕਿ ਪ੍ਰਚਾਰਕ ਨੂੰ ਕਹਿੰਦੇ ਪਿਆਓ ਗੁਰੂ ਤੇ ਲੜ ਲੱਗੋ, ਅੰਮ੍ਰਿਤ ਛਕੋ?
ਵਿਵਾਦ ਪੈਦਾ ਕਰਨ ਤੋਂ ਪ੍ਰਚਾਰ ਇਹਨਾਂ ਹੋਰ ਕਰ ਕੀ ਰਹੇ ਨੇ, ਕੁਛ ਚਾਹੁਣ ਦਾ ਪ੍ਰਚਾਰ ਕਰਨੇ ਪ੍ਰਚਾਰਕਾਂ ਨੂੰ ਇਸ ਲਾਈਨ 'ਚ ਵੀ ਠੱਲ ਸਕਦੇ ਆਪਾਂ। ਨਹੀਂ, ਅਸੀਂ ਸਾਰਿਆਂ ਨੂੰ ਤਾਂ ਕਹਿ ਹੀ ਨਹੀਂ ਰਹੇ ਜੀ। ਇਹ ਤੇ ਚੋਰ ਦੀ ਦਾਣੀ 'ਚ ਤਿਨਕੇ ਵਾਲੀ ਗੱਲ ਹੋਊ, ਜਿਹੜਾ ਸਮਝ ਲੂ ਜੀ। ਜਿਹੜਾ ਕੋਈ ਇਹਦਾ ਰੌਲਾ ਪਾਊ, ਜਿਹੜਾ ਸੱਚਾ ਪ੍ਰਚਾਰਕ ਹੈ ਗੁਰੂ ਦਾ, ਉਹਨੂੰ ਤੇ ਇਸ ਗੱਲ ਦਾ ਗੁੱਸਾ ਕੋਈ ਨਹੀਂ। ਜਿਹੜਾ ਝੂਠਾ ਹੈ ਉਹਨੂੰ ਫਿਰ ਲੱਗੂਗਾ ਗੁੱਸਾ, ਤੇ ਲੱਗੀ ਜਾਵੇ ਸਾਡੇ ਨੂੰ। ਫਿਰ ਇਹ ਚੀਜ਼ ਦਾ ਮਤਲਬ ਵਿਤਕਰਾ ਹੋ ਰਿਹਾ ਕਿ ਗਰੀਬ ਬਸਤੀਆਂ 'ਚ ਜਾ ਕੇ ਪ੍ਰਚਾਰ ਨਹੀਂ ਹੋ ਰਿਹਾ, ਉਹਨਾਂ ਦੇ ਧਰਮ ਤਬਦੀਲ ਹੋ ਰਿਹਾ, ਫਿਰ ਦੂਸਰੇ ਪਾਸੇ ਜਹਾਜ਼ਾਂ ਤੇ ਚੜ੍ਹ ਕੇ ਬਾਹਰ ਡਾਲਰਾਂ ਦੀ ਕਮਾਈ ਵਾਲੇ ਪਾਸੇ ਧਿਆਨ। ਇੱਕ ਗੱਲ ਮੈਂ ਕਹਿਣੀ ਚਾਹੁੰਦਾ, ਮਹਾਰਾਜਾ ਦਲੀਪ ਸਿੰਘ ਸੀ ਜੀ, ਜਦੋਂ ਸਿੱਖ ਰਾਜ ਤੇ ਕਬਜ਼ਾ ਕਰਦੇ ਨੇ ਅੰਗਰੇਜ਼, ਉਹਨੂੰ ਖੜ ਕੇ ਈਸਾਈ ਬਣਾਉਂਦੇ ਨੇ, ਉਹਨੂੰ ਸਾਰੀ ਦੁਨੀਆ ਦੀ ਸੁੱਖ ਸਹੂਲਤਾਂ ਦਿੰਦੇ ਨੇ, ਰਾਜ ਭਾਗ ਉੱਥੇ ਵੀ ਰਾਜੇ ਵਾਂਗੂ ਰਹਿੰਦਾ। ਬਿਲਕੁਲ। ਪਰ ਉਹਨੇ ਫਿਰ ਵੀ ਜਵਾਨੀ ਚ ਆ ਕੇ ਵੇਖਿਆ ਵੀ ਇਹ ਦੌਲਤ ਸ਼ੌਹਰਤ ਦੁਨਿਆਵੀ ਵਸਤਾਂ ਸਿੱਖੀ ਤੋਂ ਉੱਚੀਆਂ ਨਹੀਂ, ਉਹ ਸਿੱਖ ਬਣਿਆ। ਤੇ ਗਰੀਬ ਸਿੱਖਾਂ ਨੂੰ ਵੀ ਸੋਚਣਾ ਚਾਹੀਦਾ ਵੀ ਜ਼ਿੰਦਗੀ ਲੰਘ ਜਾਣੀ ਹੈ, ਇਹ ਰੋਟੀ ਤੇ ਵੀ ਲੰਘ ਜਾਣੀ ਹੈ ਤੇ ਮਹਿਲਾਂ 'ਚ ਵੀ ਲੰਘ ਜਾਣੀ ਹੈ। ਤੇ ਗੁਰੂ ਨੂੰ ਧੋਖਾ ਦੇ ਕੇ ਇਦਾਂ ਗੁਰੂ ਦਾ ਲੜ ਛੱਡ ਕੇ ਕਿਸੇ ਹੋਰ ਤੇ ਤੁਰਨਾ, ਬਦਾਵਾ ਲਿਖ ਕੇ, ਇਹ ਚੰਗੀ ਗੱਲ ਨਹੀਂ। ਪਰ ਇਹਨਾਂ ਦੇ ਪੱਖ 'ਚ ਵੇਖੀਏ ਤੇ ਉਹਨਾਂ ਦੇ ਬੱਚਿਆਂ ਦੀਆਂ ਫ੍ਰੀ ਪੜ੍ਹਾਈਆਂ, ਬਹੁਤ ਕੁਝ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਪਈਆਂ। ਇੱਧਰ ਐਸਜੀਪੀਸੀ ਪੰਜਾਬ ਦੀ ਬਹੁਤ ਵੱਡੀ ਸੰਸਥਾ ਹੈਗੀ, ਪੰਜਾਬ ਸਰਕਾਰ ਤੋਂ ਵੱਡਾ ਬਜਟ ਆ, ਇੱਧਰ ਕੋਈ ਸਹੂਲਤ ਕਿਉਂ ਨਹੀਂ ਮਿਲਦੀ ਫਿਰ ਸਿੱਖਾਂ ਦੇ ਬੱਚਿਆਂ ਨਹੀਂ, ਉਹ ਤੇ ਇਹਨਾਂ ਨੂੰ ਸਵਾਲ ਐਸਜੀਪੀਸੀ ਨੂੰ ਕਰਨਾ ਚਾਹੀਦਾ ਵੀ ਕਿਉਂ ਨਹੀਂ ਕਰ ਰਿਹਾ। ਪਰ ਮੈਂ ਦੂਜਿਆਂ ਨੂੰ ਵੀ ਪੁੱਛਾਂ ਵੀ ਕੀ ਦੁਨਿਆਵੀ ਪੜ੍ਹਾਈ ਜਿਹੜੀ ਤੁਹਾਨੂੰ ਗੁਰੂ ਤੋਂ ਦੂਰ ਕਰਦੀ ਹੈ, ਜਿਹੜੀ ਤੁਹਾਡਾ ਧਰਮ ਤਬਦੀਲ ਕਰਦੀ, ਉਹ ਜ਼ਰੂਰੀ ਹੈ? ਬੱਚੇ ਸਾਡੇ ਕਿਤੇ ਇਤਿਹਾਸ 'ਚ ਅਸੀਂ ਪੜ੍ਹੇ ਲਿਖੇ ਰਹੇ ਹਾਂ ਸਾਰੀ ਉਮਰ, ਨਹੀਂ। ਅਸੀਂ ਜੰਗਲਾਂ 'ਚ ਰਾਤਾਂ ਕੱਟੀਆਂ ਨੇ, ਕਿਉਂ ਕੱਟੀਆਂ? ਗੁਰੂ ਦੇ ਸਤਿਕਾਰ ਲਈ ਕੱਟੀਆਂ ਨੇ। ਤੇ ਜੇ ਹੁਣ ਪੜ੍ਹਾਈ ਖਾਤਰ ਜਾਂ ਹਸਪਤਾਲ ਦੇ ਵਿੱਚ ਇਲਾਜ ਦੀ ਖਾਤਰ ਤੁਸੀਂ ਧਰਮ ਤਬਦੀਲ ਕਰ ਲੈਣਾ, ਤੇ ਇਹ ਸ਼ਰਮ ਵਾਲੀ ਗੱਲ ਹੈ। ਪਰ ਹਾਂ, ਇਹ ਨਹੀਂ ਮੈਂ ਕਹਿੰਦਾ ਵੀ ਐਸਜੀਪੀਸੀ ਨੂੰ ਕੰਮ ਨਹੀਂ ਕਰਨਾ ਚਾਹੀਦਾ। ਗਰੀਬ ਸਿੱਖਾਂ ਦੀ ਬਾਹ ਫੜ ਲਈ ਤੇ ਅਸੀਂ ਸਾਰੀਆਂ ਸੰਸਥਾਵਾਂ ਨੂੰ ਕਹਿੰਦੇ ਹਾਂ ਵੀ ਜਾ ਕੇ ਅਫਰੀਕਾ 'ਚ ਤੁਰ ਜਾਂਦੇ, ਜੋ ਕਦੀ ਕਿਤੇ ਅਮਰੀਕਾ 'ਚ ਤੁਰ ਜਾਂਦੇ, ਕਦੀ ਕਿਤੇ, ਤਾਂ ਇੱਥੇ ਜਿਹੜੇ ਰੁਲਦੇ ਫਿਰਦੇ ਇਹਨਾਂ ਨੂੰ ਕਿੰਨੇ ਸਾਹਮਣਾ। ਠੀਕ ਹੈ। ਤੁਹਾਨੂੰ ਇਹ ਗੱਲ ਸਾਹਮਣੇ ਆ ਰਹੀ ਹੈ ਐਸਜੀਪੀਸੀ ਇੱਕ ਪਰਿਵਾਰ ਦੀ ਸੇਵਾ 'ਚ ਲੱਗੀ ਹੋਈ ਹੈ, ਹਮੇਸ਼ਾ ਇਲਜ਼ਾਮ ਲੱਗਦੇ ਨੇ ਇਹ। ਦੇਖੋ, ਪਰਿਵਾਰਵਾਦ ਹਰ ਪਾਸੇ ਹੀ ਹੈ, ਕੋਈ ਵੀ ਸੰਸਥਾ ਵਾ ਉਹਦੇ 'ਚ ਆ ਜਾਂਦਾ। ਸਿੱਖਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਜਿਹੜੀ ਐਸਜੀਪੀਸੀ ਸੰਸਥਾ ਹੈ, ਸਿੱਖਾਂ ਦੀ ਸੰਸਥਾ ਹੈ, ਇਹ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਹੈ, ਪਰਿਵਾਰਾਂ ਦੇ ਪ੍ਰਬੰਧਾਂ ਨੂੰ ਨਹੀਂ ਹੈਗੀ। ਸੋ ਇਹ ਗੱਲ ਜਿਹੜੇ ਪਰਿਵਾਰਾਂ ਨੇ ਇਹ ਗੁਰੂ ਘਰ ਦਾ ਖਾਧਾ ਹੈ, ਉਹਨਾਂ ਨੂੰ ਇਹ ਚੁਕਾਉਣਾ ਪੈਣਾ। ਕੋਈ ਵੀ ਮਨੁੱਖ ਜਿਹਨੇ ਗੁਰੂ ਘਰ ਨਾਲ ਮੱਥਾ ਲਾਇਆ, ਉਹ ਕਦੀ ਮਤਲਬ ਸੁਖੀ ਨਹੀਂ ਵੱਸ ਸਕਿਆ, ਉਹਦੀ ਨਸਲਾਂ ਉਜੜ ਜਾਂਦੀਆਂ। ਈਸਾਈ ਮਤ ਦਾ ਪ੍ਰਚਾਰ ਕਰਨ ਵਾਲੇ ਲੌਂਗੋਵਾਲ ਸਾਹਿਬ ਵੀ ਰਹਿ ਕਿਸੇ, ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਬਣੇ ਆ। ਉਸ ਪਾਸੇ ਕਿਸੇ ਦਾ ਖਿਆਲ ਨਹੀਂ ਗਿਆ, ਜਾਂ ਉਸ ਪਾਸੇ ਕਿਸੇ ਨੇ ਉਹਨੂੰ ਸਜ਼ਾ ਜਾਂ ਕੁਝ ਵੀ ਨਹੀਂ ਕੀਤਾ? ਨਹੀਂ, ਉੱਥੇ ਤੇ ਦੇਖੋ ਵੀ ਚੋਰਾਂ ਦੇ ਵਿੱਚ ਕਿਸੇ ਨੇ ਦੂਜੇ ਚੋਰ ਨੂੰ ਕੀ ਸਜ਼ਾ ਦੇਣੀ ਹੈ। ਤੁਸੀਂ ਸਵਾਲ ਕਰ ਰਹੇ ਜੋ ਵੀ ਸ਼ਾਇਦ ਐਸਜੀਪੀਸੀ ਜਿਹੜੀ ਆ ਉਹ ਬੜੀ ਆਜ਼ਾਦ ਸੰਸਥਾ ਹੈ, ਇਹ ਵੀ ਹਿੰਦੁਸਤਾਨ ਹਕੂਮਤ ਦੀ ਇੱਕ ਚਾਕਰੀ ਕਰਨ ਵਾਲੀ ਸੰਸਥਾ ਬਣ ਕੇ ਰਹਿ ਗਈ ਹੈ। ਇੱਕ ਮੌਕੇ ਤੇ ਗੁਰੂ ਘਰਾਂ ਦੀ ਆਜ਼ਾਦੀ ਲਈ ਇਹਨਾਂ ਸੰਘਰਸ਼ ਕੀਤਾ, ਅੱਜ ਇਹ ਹਿੰਦੁਸਤਾਨ ਦੀ ਹਕੂਮਤ ਦੇ ਅਧੀਨ ਗੁਰੂ ਘਰਾਂ ਨੂੰ ਗੁਲਾਮ ਕਰੀ ਬੈਠੇ ਨੇ। ਸੋ ਮੇਰੇ ਖਿਆਲ ਨਾਲ ਸਿੱਖਾਂ ਨੂੰ ਗੁਰੂ ਘਰਾਂ ਦਾ ਪ੍ਰਬੰਧ ਵੀ ਆਪਣੇ ਹੱਥ 'ਚ ਲੈਣਾ ਚਾਹੀਦਾ ਹੈ, ਜਿੱਥੇ ਲੈ ਸਕਦੇ ਆ। ਤੇ ਇੱਕ ਬਹੁਤ ਵੱਡੇ ਸੰਘਰਸ਼ ਨੂੰ ਵਿੱਢਣ ਦੀ ਲੋੜ ਹੈ, ਤਾਂ ਜੋ ਅਸੀਂ ਗੁਰੂ ਘਰਾਂ ਦੇ ਵਿੱਚ ਜਿਹੜਾ ਇਹ ਮਨਮਤ ਹੋ ਰਹੀ ਹੈ, ਉਹਨੂੰ ਕੱਢ ਸਕੀਏ। ਪਰ ਉਹਨਾਂ ਵਾਲੇ ਪਾਸੇ ਜਾਈਏ ਤੇ ਉਹ ਕਹਿੰਦੇ ਕਿ ਅਸੀਂ ਵੀ ਸਿੱਖ, ਸਿੱਖਾਂ ਦੀ ਕੀ ਪਹਿਚਾਣ ਹੁੰਦੀ, ਪਹਿਰਾਵਾ, ਅਸੀਂ ਵੀ ਸਿੱਖ। ਦੇਖੋ, ਸਿੱਖ ਦੀ ਪਛਾਣ ਆ ਵੀ ਗੁਰੂ ਦੇ ਉੱਤੇ ਕੋਈ ਸਮਝੌਤਾ ਨਹੀਂ ਕਰਨਾ, ਗੁਰੂ ਨਾਲ ਇੰਨਾ ਪ੍ਰੇਮ ਕਰਨਾ ਹੈ ਜਿਹੜਾ ਅਕਹਿ ਹੈ, ਜਿਹਨੂੰ ਕਿਹਾ ਨਹੀਂ ਜਾ ਸਕਦਾ। ਤੇ ਜਿਹੜੇ ਬੰਦੇ ਪਹਿਰਾਵਾ ਪਾ ਕੇ ਆਪਣੇ ਨੂੰ ਸਿੱਖ ਸਮਝੀ ਜਾਂਦੇ ਨੇ, ਪਹਿਰਾਵਾ ਸਿੱਖੀ ਦਾ ਇੱਕ ਬਹੁਤ ਨਿਖੜਵਾਂ ਅੰਗ ਹੈ ਜੀ, ਪਾਉਣਾ ਚਾਹੀਦਾ, ਸਾਰਿਆਂ ਨੂੰ ਧਾਰਨ ਕਰਨਾ ਚਾਹੀਦਾ ਬਾਣਾ। ਪਰ ਜੇ ਬਾਣਾ ਪਾ ਕੇ ਤੇ ਗੁਰੂ ਦੋਖੀ ਬਣਨਾ ਹੈ, ਤੇ ਉਹਨੂੰ ਚੰਗਾ ਮੂੰਹ ਸਿਰ ਮਨਾ ਕੇ ਜੋ ਕਰਨਾ ਕਰੀ ਜਾਓ ਤੁਸੀਂ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਅਮਰਤਪਾਲ ਸਿੰਘ ਨਾਲ ਸਾਡੀ ਗੱਲਬਾਤ ਹੋਈ ਆ। ਅੱਜ ਬਾਈਬਲ ਧਰਨੇ ਤੇ ਪਹੁੰਚੇ ਸੀਗੇ ਅਮਰਤਪਾਲ ਸਿੰਘ ਵਾਰਸ, ਪੰਜਾਬ ਦੀ ਜਥੇਬੰਦੀ ਦੇ ਜਿਹੜੇ ਮੁੱਖ ਆਗੂ ਲੱਗੇ ਹੋਏ ਨੇ, ਦੁਬਈ ਦੀ ਧਰਤੀ ਤੋਂ ਆਏ ਸੀਗੇ। ਉਹਨਾਂ ਨਾਲ ਬੜੀ ਬੇਬਾਕੀ ਦੇ ਨਾਲ ਗੱਲਬਾਤ ਹੋਈ ਹੈ ਇੱਥੋਂ ਦੀਆਂ ਕੁਝ ਗੱਲਾਂ ਨੂੰ ਲੈ ਕੇ, ਤੇ ਜੋ ਵਿਵਾਦ ਚੱਲ ਰਿਹਾ ਪੰਜਾਬ ਦੇ ਵਿੱਚ ਈਸਾਈ ਮਤ ਨੂੰ ਲੈ ਕੇ, ਜਿਹੜਾ ਵਿਵਾਦ ਚੱਲ ਰਿਹਾ ਨਿਹੰਗ ਸਿੰਘ ਤੇ ਈਸਾਈ ਮਤ ਦੇ ਜਿਹੜੇ ਲੋਕ ਆਪਸ ਦੇ ਵਿੱਚ ਭਿੜਦੇ, ਉਸ ਤੇ ਬੜੇ ਬੇਬਾਕੀ ਦੇ ਨਾਲ ਜਵਾਬ ਦਿੱਤਾ ਹੈ, ਤੇ ਨਾਲ ਸ਼੍ਰੋਮਣੀ ਕਮੇਟੀ ਦੇ ਵੀ ਕਈ ਜਿਹੜੇ ਆ ਨਿਸ਼ਾਨੇ ਸਾਧੇ ਆ। ਰਾਸ਼ਟਰ ਦਾ ਬਿਆਨ ਆਇਆ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਇਦਾਂ ਕਰੋਗੇ ਤੇ ਬਾਹਰ ਬਹੁਤ ਸਾਰੇ ਗੁਰਦੁਆਰੇ ਹੈਗੇ, ਤਾਂ ਉਹਨੂੰ ਕਹੋ ਵੀ ਬਾਹਰ ਜਦੋਂ ਤੁਹਾਡਾ ਪੋਪ ਕਹਿੰਦਾ ਵੀ ਤੁਸੀਂ ਪਖੰਡ ਕਰ ਰਹੇ ਜੋ, ਉਹਨੂੰ ਕਹੇ ਧਮਕੀ ਹੈ ਸਾਨੂੰ। ਅਸੀਂ ਬਾਹਰ ਜਾ ਕੇ ਕਿਸੇ ਦਾ ਧਰਮ ਤਬਦੀਲ ਕੀਤਾ? ਅਸੀਂ ਆਪਣੀ ਮਿਹਨਤ ਨਾਲ ਉੱਥੇ ਜਾ ਕੇ ਹੱਕ ਲਏ ਨੇ। ਅਸੀਂ ਲੋਕਾਂ ਨੂੰ ਪੈਸੇ ਦੇ ਕੇ ਸਿੱਖ ਬਣਾਇਆ ਕਦੀ ਕਿਸੇ ਨੂੰ? ਗੋਰੇ ਸਾਡੇ ਕੋਲ ਇਹੋ ਜਿਹਾ ਕੁਝ ਹੈ ਵੀ ਨਹੀਂ, ਲਾਲਚ ਨਾਲ। ਤੇ ਫਿਰ ਇਹਨਾਂ ਨੂੰ ਸਮਝਣਾ ਚਾਹੀਦਾ ਵੀ ਇੱਕ ਤੇ ਚੋਰੀ ਤੋਂ ਸੀਨਾ ਚੋਰੀ ਹੈ ਇਹਨਾਂ ਦੀ। ਇਹ ਕਦੀਆਂ ਧਮਕੀਆਂ ਹੋ ਕੇ ਬਾਹਰ ਦੇ ਸਿੱਖਾਂ ਨੂੰ ਇਦਾਂ ਕਰਦੇ ਆਗੇ? ਇਹਨੂੰ ਕਹ ਪਹਿਲਾਂ ਤੁਸੀਂ ਇਹ ਦਿਖਾਓ ਵੀ ਤੁਹਾਡਾ ਜਿਹੜਾ ਮੇਨ ਵੈਟੀਕਨ ਸਿਟੀ ਦਾ ਚਰਚ ਹੈ, ਉਹ ਇਸ ਗੱਲ ਨੂੰ ਅਲਾਉ ਕਰਦਾ ਵੀ ਤੁਸੀਂ ਇਹ ਕੰਮ ਕਰੋ? ਜੇ ਨਹੀਂ ਕਰਦੇ, ਤੁਸੀਂ ਪਖੰਡ ਕਰਦੇ ਜਿੱਥੇ। ਸੋ ਇਹ ਗੁੰਡਾਗਰਦੀ ਤੇ ਪਾਸਟਰ ਪੁੱਠਰ ਨੂੰ ਉਤਰਨਾ ਨਹੀਂ ਚਾਹੀਦਾ। ਇਹ ਕੰਮ ਨਿਰੰਕਾਰੀਆਂ ਵਾਲਾ ਬਣਾ ਰਹੇ ਨੇ ਜਾਣਬੁੱਝ ਕੇ। ਨਿਰੰਕਾਰੀਆਂ ਨੇ ਇਹੋ ਕੰਮ ਕੀਤਾ ਸੀ, ਗੁਰੂ ਧਾਮ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਕੰਮ ਕੀਤਾ ਸੀ, ਤਾਂ ਨਤੀਜਾ ਕੀ ਨਿਕਲਿਆ ਸੀ? ਪੰਜਾਬ ਨੂੰ ਅੱਗ ਲੱਗੀ ਸੀ। ਹੁਣ ਦੋਸ਼ ਸਿੱਖਾਂ ਨੂੰ ਦੇਣਗੇ। ਅਸੀਂ ਬੇਨਤੀਆਂ ਕਰ ਲਈਆਂ ਨੇ ਪ੍ਰਸ਼ਾਸਨ ਨੂੰ ਵੀ, ਸਾਰਿਆਂ ਨੂੰ, ਹੁਣ ਫਿਰ ਕਰ ਦਿੰਦੇ ਆ ਸਰਕਾਰਾਂ ਨੂੰ ਵੀ ਇਹ ਕੰਮ ਜਿੰਨਾ ਚਿਰ ਨਾ ਰੁਕਿਆ ਤੇ ਸਾਨੂੰ ਤੇ ਇਦਾਂ ਰੁਕਣਾ ਪੈਣਾ। ਇੱਕ ਮੌਕੇ ਤੇ ਗੁਰੂ ਘਰਾਂ ਦੀ ਆਜ਼ਾਦੀ ਲਈ ਇਹਨਾਂ ਸੰਘਰਸ਼ ਕੀਤਾ, ਅੱਜ ਇਹ ਹਿੰਦੁਸਤਾਨ ਦੀ ਹਕੂਮਤ ਦੇ ਅਧੀਨ ਗੁਰੂ ਘਰਾਂ ਨੂੰ ਗੁਲਾਮ ਕਰੀ ਬੈਠੇ ਨੇ। ਸੋ ਮੇਰੇ ਖਿਆਲ ਨਾਲ ਸਿੱਖਾਂ ਨੂੰ ਗੁਰੂ ਘਰਾਂ ਦਾ ਪ੍ਰਬੰਧ ਵੀ ਆਪਣੇ ਹੱਥ 'ਚ ਲੈਣਾ ਚਾਹੀਦਾ, ਜਿੱਥੇ ਲੈ ਸਕਦੇ ਆ। ਤੇ ਇੱਕ ਬਹੁਤ ਵੱਡੇ ਸੰਘਰਸ਼ ਨੂੰ ਵਿੱਢਣ ਦੀ ਲੋੜ ਹੈ, ਤਾਂ ਜੋ ਅਸੀਂ ਗੁਰੂ ਘਰਾਂ ਦੇ ਵਿੱਚ ਜਿਹੜਾ ਇਹ ਮਨਮਤ ਹੋ ਰਹੀ ਹੈ, ਉਹਨੂੰ ਕੱਢ ਸਕੀਏ। ਕਿਸ ਤਰੀਕੇ ਨਾਲ? ਦੇਖੋ, ਕੌਮ ਨੂੰ ਲਾਮਬੰਦ ਹੋਣਾ ਚਾਹੀਦਾ, ਇਕੱਠੇ ਹੋ ਕੇ ਇੱਕ ਝੰਡੇ ਥੱਲੇ ਸੰਘਰਸ਼ ਕਰਨਾ ਚਾਹੀਦਾ।
ਤੇ ਜਦੋਂ ਸੰਘਰਸ਼ ਕਰਾਂਗੇ ਤੇ ਰਾਜ ਭਾਗ ਦੀ ਪ੍ਰਾਪਤੀ ਲਈ ਜਦੋਂ ਯਤਨ ਕਰਾਂਗੇ, ਜਦੋਂ ਆਪਾਂ ਆਜ਼ਾਦੀ ਲਈ ਸੰਘਰਸ਼ ਕਰਾਂਗੇ ਉਦੋਂ ਹੀ ਇਨਸਾਫ ਮਿਲਣਾਗੇ। ਉੱਦਾਂ ਅੱਜ ਇਸ ਇੱਥੇ ਇਨਸਾਫ ਲੈ ਲਾਂਗੇ, ਕਿਤੇ ਹੋਰ ਬੇਦਮੀਆਂ ਕਿਹੜਾ ਰੋਕ ਰਹੀਆਂ ਨੇ। ਕੁਝ ਹੈ ਦਿਮਾਗ ਵਿੱਚ ਕਿਸ ਤਰੀਕੇ ਕਰਨਾ ਚਾਹੀਦਾ, ਕੀ ਕੁਝ ਕਰਨਾ ਚਾਹੀਦਾ? ਦੇਖੋ, ਜਿਹੜੇ ਜਥੇਬੰਦਕ ਤਰੀਕੇ ਦੇ ਨਾਲ ਤੇ ਸਾਨੂੰ ਪਿੰਡ ਜਾਣਾ ਚਾਹੀਦਾ। ਜਿਹੜਾ ਪਹਿਲੀ ਗੱਲ ਤੇ ਗੁਰੂ ਘਰਾਂ ਦੇ ਪ੍ਰਬੰਧ ਨੇ, ਨੌਜਵਾਨਾਂ ਨੂੰ ਹਮਲਾ ਮਾਰ ਕੇ ਗੁਰੂ ਸਾਹਿਬ ਦੀ ਜਿਹੜੀ ਹਜ਼ੂਰੀ ਦੇ ਵਿੱਚ ਪਹਿਰੇ ਤੇ ਰਹਿਣਾ ਚਾਹੀਦਾ ਵੀ ਕੋਈ ਪਹਿਲਾਂ ਬੇਦਬੀ ਹੋਵੇ ਨਾ, ਤੇ ਜੇ ਹੁੰਦੀ ਆ ਤੇ ਮੌਕੇ ਦੇ ਉੱਤੇ ਉਹਦਾ ਇਨਸਾਫ ਕਰਨਾ ਚਾਹੀਦਾ। ਕਿਉਂਕਿ ਅਸੀਂ ਕੋਰਟਾਂ ਦੇ ਵਿੱਚ ਇਹਨਾਂ ਨੇ ਵੇਖ ਲਿਆ, ਇਹ ਬੰਦੇ ਨੂੰ ਫੜਦੇ ਨੇ, ਬਾਅਦ 'ਚ ਪਾਗਲ ਕਹਿ ਕੇ ਛੱਡ ਦਿੰਦੇ ਨੇ ਉਸੇ ਵੇਲੇ। ਜੇ ਬਹੁਤੀ ਸਜ਼ਾ ਵੀ ਹੈ 295 ਇਹਦੇ ਵਿੱਚ 3 ਸਾਲ ਦੀ ਸਜ਼ਾ, ਉਹਦੀ ਜ਼ਮਾਨਤ ਨਾਲੋਂ ਨਾਲ ਹੋ ਜਾਂਦੀ ਹੈ। ਜਦੋਂ ਜ਼ਮਾਨਤੀ ਬੰਦੇ ਨੂੰ ਸਿਕਿਉਰਿਟੀ ਦਿੰਦੇ ਨੇ, ਇਹ ਐਸਾ ਰਾਜ ਹੈ ਜਿੱਥੇ ਗੁਰੂ ਸਾਹਿਬ ਦੀ ਬੇਦਬੀ ਕਰਨ ਵਾਲੇ ਬੰਦੇ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ। ਸੋ ਇਸ ਕਰਕੇ ਸਾਨੂੰ ਇਸ ਰਾਜ ਭਾਗ ਤੋਂ ਨਿਜਾਤ ਪਾਉਣੀ ਚਾਹੀਦੀ ਹੈ, ਇਨਸਾਫ ਫੇਰ ਹੀ ਮਿਲੇਗਾ। ਦੀਪ ਸਿੱਧੂ ਸਾਹਿਬ ਕਾਫੀ ਵਾਰ ਆਉਂਦੇ ਰਹੇ ਨੇ ਇੱਥੇ, ਬੈਠਦੇ ਰਹੇ ਨੇ, ਤੁਸੀਂ ਪਹਿਲੀ ਵਾਰ ਆਏ ਹੋ, ਤਾਂ ਕੋਈ ਗੱਲਬਾਤ ਹੋਈ ਇਸ ਰਿਗਾਰਡਿੰਗ ਕੀ ਕੁਝ ਹੋਇਆ? ਨਹੀਂ, ਅਸੀਂ ਪਹਿਲਾਂ ਇੱਕ ਦਿਨ ਆਏ ਸੀ ਇੱਥੇ, ਜਿਹੜਾ ਬਾਈ ਦੀਪ ਸਿੱਧੂ ਤੇ ਇਸ ਮੋਰਚੇ ਨੂੰ ਸ਼ੁਰੂ ਕਰਨ ਵਾਲਿਆਂ 'ਚੋਂ ਸੀ। ਤੇ ਕੋਈ ਨਹੀਂ, ਮਹਾਰਾਜ ਕਿਰਪਾ ਕਰਨ ਆਉਂਦੇ ਰਵਾਂਗੇ। ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਇੱਥੇ ਹੀ ਹਾਂ। ਸਹਿਯੋਗ ਕਿਸ ਤਰੀਕੇ ਨਾਲ ਕਰੋਗੇ ਮੋਰਚੇ? ਸਹਿਯੋਗ ਜੀ, ਜਿੰਨਾ ਸਾਡੇ ਕੋਲ ਤੇ ਆਪਣਾ ਜੋ ਤਨ ਮਨ ਧਨ ਹੈਗਾ ਸਭ ਗੁਰੂ ਸਾਹਿਬ ਦੇ ਇਨਸਾਫ ਵਾਸਤੇ ਸਾਰਾ ਕੁਝ ਹੀ ਅਸੀਂ ਅਰਪਣ ਕਰਨ ਨੂੰ ਤਿਆਰ ਹਾਂ। ਜਥੇਬੰਦੀ ਇੱਕ ਪੰਜਾਬ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਸਾਈ ਮੱਤ ਨੂੰ ਲੈ ਕੇ, ਉਸ ਚੀਜ਼ ਬਾਰੇ ਕੀ ਕਹਿਣਾ ਚਾਹੁੰਦੇ? ਨਹੀਂ, ਦੇਖੋ, ਇਹ ਮੈਨੂੰ ਸਮਝ ਨਹੀਂ ਆਉਂਦੀ ਵੀ ਆਪਾਂ ਇਸ ਸਵਾਲ ਦਾ ਜਵਾਬ ਕਿਉਂ ਦਈਏ। ਕਿਉਂਕਿ ਪਹਿਲਾਂ ਤੇ ਈਸਾਈ ਪਾਸਟਰਾਂ ਨੇ ਪਖੰਡ ਦਾ ਪਹਿਲਾਂ ਫੈਲਾਇਆ ਸਾਰੇ ਪੰਜਾਬ ਦੇ ਵਿੱਚ। ਜਦੋਂ ਉਹਨਾਂ ਦਾ ਵਿਰੋਧ ਹੋਣ ਲੱਗਾ, ਉਦੋਂ ਅਚਾਨਕ ਉਹਨਾਂ ਦੇ ਬੇਅਦਬੀ ਹੋ ਜਾਂਦੀ ਹੈ ਮੂਰਤੀ ਦੀ। ਪਹਿਲੀ ਗੱਲ ਤੇ ਕ੍ਰਿਸਚਨਾਂ ਦੇ ਵਿੱਚ ਮੂਰਤੀ ਪ੍ਰਥਾ ਹੈ ਨਹੀਂ ਗੀ, ਉਹਨੂੰ ਇੱਦਾਂ ਬੇਅਦਬੀ ਵਗੋਂ ਪ੍ਰਚਾਰਨਾ ਗਲਤ ਗੱਲ ਹੈ। ਦੂਜੀ ਗੱਲ ਹੈ ਵੀ ਇਹ ਅਚਾਨਕ ਜਿਵੇਂ ਇੱਕ ਮੌਕੇ ਦੇ ਉੱਤੇ ਗਊਆਂ ਦੇ ਸਿਰ ਵੱਢ ਕੇ ਸੁੱਟੇ ਗਏ ਸੀ ਮੰਦਰਾਂ ਦੇ ਵਿੱਚ। ਇਹ ਮੈਨੂੰ ਲੱਗਦਾ ਵੀ ਜਿਹੜਾ ਹੁਣ ਕੌਮ ਉਹਨਾਂ ਦੇ ਵਿਰੋਧ 'ਚ ਉੱਠੀ ਹੈ, ਉਸ ਵਿਰੋਧ ਨੂੰ ਖਤਮ ਕਰਨ ਲਈ ਇਹੋ ਜਿਹਾ ਪਖੰਡ ਰਚਿਆ ਜਾ ਰਿਹਾ। ਇਹਦੀ ਜਾਂਚ ਹੋਣੀ ਚਾਹੀਦੀ ਹੈ। ਤੁਹਾਨੂੰ ਇਹ ਲੱਗਦਾ ਕਿ ਬੇਅਦਬੀ ਨਹੀਂ? ਨਹੀਂ, ਬੇਅਦਬੀ ਤਾਂ ਦੇਖੋ ਉਹ ਦੱਸਣ ਵੀ ਉਹਨਾਂ ਦੀ ਕਿਹੜੇ ਹਿਸਾਬ ਨਾਲ ਬੇਅਦਬੀ, ਆਪਣੇ ਧਰਮ ਨੂੰ ਡਿਫਾਈਨ ਕਰਨ। ਜਿਹੜਾ ਕੰਮ ਉਹ ਕਰ ਰਹੇ ਨੇ ਕਿ ਪਖੰਡ ਕਰਨਾ, ਜਾਦੂ ਮੰਤਰ ਕਰਨਾ, ਇਹ ਬੇਅਦਬੀ ਨਹੀਂ। ਜਦੋਂ ਵੈਟੀਕਨ ਸਿਟੀ ਨੇ ਮਨਾ ਕੀਤਾ ਹੋਇਆ ਤੇ ਬੇਅਦਬੀ ਤਾਂ ਸਭ ਤੋਂ ਵੱਡੀ ਉਹ ਆਪ ਕਰਦੇ ਨੇ ਰੋਜ਼ ਦਿਨ। ਤੇ ਜਦੋਂ ਰੋਜ਼ ਦਿਨ ਉਹ ਆਪਣੀ ਬੇਅਦਬੀ ਕਰ ਰਹੇ ਨੇ, ਗਰੀਬ ਸਿੱਖਾਂ ਨੂੰ ਵਰਗਲਾ ਕੇ, ਲਾਲਚ ਦੇ ਕੇ, ਡਰਾ ਕੇ ਤੇ ਧਰਮ ਤਬਦੀਲ ਕਰਦੇ ਨੇ, ਕੀ ਇਹ ਬੇਅਦਬੀ ਨਹੀਂ? ਜਦੋਂ ਇਹਨਾਂ ਦਾ ਪੋਪ ਕਹਿੰਦਾ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ, ਸਗੋਂ ਜਿਹੜੇ ਸਿੱਖਾਂ ਨੇ ਵਿਰੋਧ ਕੀਤਾ ਹੈ ਉੱਥੇ, ਜਿਹੜੇ ਸਿੱਖਾਂ ਨੇ ਇਹਨਾਂ ਦਾ ਪਖੰਡ ਰੋਕਿਆ, ਉਹ ਸਿੱਖ ਤੇ ਸਗੋਂ ਉਹਨਾਂ ਨੂੰ ਧੰਨਵਾਦ, ਜਿਹੜੇ ਸੱਚੇ ਈਸਾਈ ਨੇ ਉਹਨਾਂ ਨੂੰ ਧੰਨਵਾਦ ਕਰਨਾ ਚਾਹੀਦਾ ਸਿੱਖਾਂ ਦਾ। ਜਿਵੇਂ ਤੁਸੀਂ ਕਿਹਾ ਕਿ ਪੋਪ ਕਹਿੰਦਾ ਕਿ ਨਹੀਂ ਹੋਣਾ ਚਾਹੀਦਾ, ਪਰ ਉਹਨਾਂ ਦੇ ਪਿੱਛੇ ਕੌਣ ਆ ਜਿਹੜਾ ਇਹ ਕਰਵਾ ਰਿਹਾ ਪੰਜਾਬ ਦੇ? ਇਹ ਹਿੰਦੁਸਤਾਨ ਦੀ ਹਕੂਮਤ ਦੀ ਸ਼ਹਿਰ ਤੇ ਸਾਰਾ ਕੁਝ ਹੋ ਰਿਹਾ, ਕਿਉਂਕਿ ਇੱਥੋਂ ਸਿੱਖਾਂ ਦੀ ਆਬਾਦੀ ਨੂੰ ਘਟਾ ਕੇ ਤੇ ਪੰਜਾਬ ਇੱਕੋ ਇੱਕ ਸੂਬਾ ਹੈ ਜਿਹੜਾ ਪਹਿਲਾਂ ਤੇ ਇਹਦੀ ਵੰਡ 47 ਚ ਹੋਈ, ਫਿਰ 65 ਦੇ ਵਿੱਚ 66 ਦੇ ਵਿੱਚ ਸੂਬਿਆਂ ਵਜੋਂ ਹੋਈ। ਹੁਣ ਇੱਥੇ ਸਿੱਖਾਂ ਦੀ ਇੱਕ ਦੇ ਪਾਸੇ ਮਾਈਗ੍ਰੇਸ਼ਨ ਬਹੁਤ ਵੱਡੇ ਪੱਧਰ ਤੇ ਹੋ ਰਹੀ, ਜਿਹੜੇ ਇੱਥੇ ਬਚ ਰਹੇ ਆ ਉਹਨਾਂ ਨੂੰ ਈਸਾਈ ਬਣਾ ਕੇ ਤੇ ਸਿੱਖਾਂ ਦੀ ਆਬਾਦੀ ਨੂੰ ਖਤਮ ਕਰਨ ਦਾ ਧਈਆ ਹੈ। ਕਦੇ ਪੰਜਾਬ ਦੇ ਵਿੱਚ ਸਿੱਖ ਵਰਸਸ ਹਿੰਦੂ, ਕਦੇ ਸਿੱਖ ਵਰਸਸ ਮੁਸਲਮਾਨ, ਹਿੰਦੂ ਵਰਸਸ ਮੁਸਲਮਾਨ, ਇਦਾਂ ਦਾ ਬਹੁਤ ਕੁਝ ਚੱਲ ਰਿਹਾ। ਇਸ ਵਾਰ ਈਸਾਈ ਵਰਸਸ ਸਿੱਖ ਬਣ ਰਿਹਾ। ਨਹੀਂ, ਇਹ ਹਕੂਮਤ ਹੀ ਬਣਾ ਰਹੀ ਹੈ ਨਾ, ਇਹ ਤੇ ਉਹਨਾਂ ਨੂੰ ਸਮਝਣਾ ਚਾਹੀਦਾ। ਜਿਹੜੇ ਸਿੱਖਾਂ ਦੇ ਖਿਲਾਫ ਖੜੇ, ਸਿੱਖਾਂ ਨੇ ਹਮੇਸ਼ਾ ਪੰਜਾਬ ਲਈ ਸੰਘਰਸ਼ ਕੀਤਾ ਹੈ। ਜਿਹੜੇ ਲੋਕ ਸਿੱਖਾਂ ਦੇ ਖਿਲਾਫ ਖੜੇ ਹੁੰਦੇ ਨੇ ਜਾਣਬੁੱਝ ਕੇ, ਉਹ ਪੰਜਾਬ ਵਿਰੋਧੀ ਵੀ ਨੇ ਤੇ ਉਹ ਇੱਥੋਂ ਦੀ ਧਰਤੀ ਦੇ ਵੀ ਵਿਰੋਧੀ ਨੇ। ਈਸਾਈਆਂ ਨੇ ਅੱਜ ਤੱਕ ਕੋਈ ਮੋਰਚਾ ਲਾਇਆ ਪੰਜਾਬ ਦੇ ਹੱਕਾਂ ਦੇ ਵਿੱਚ? ਨਾ ਹਿੰਦੂਆਂ ਨੇ ਲਾਇਆ, ਨਾ ਮੁਸਲਮਾਨਾਂ ਨੇ ਲਾਇਆ। ਸੋ ਜਿਨ੍ਹਾਂ ਨੇ ਮੋਰਚੇ ਲਾਏ ਨੇ, ਜਿਨ੍ਹਾਂ ਨੇ 500 ਸਾਲ ਤੋਂ ਆਪਣਾ ਲਹੂ ਡੋਲਿਆ, ਜਦੋਂ ਉਹ ਸੰਘਰਸ਼ ਕਰਨ ਨੂੰ ਉੱਠਦੇ ਨੇ, ਜਦੋਂ ਆਜ਼ਾਦੀ ਦੀ ਗੱਲ ਕਰਦੇ ਨੇ, ਇਹ ਸਾਡੇ ਖਿਲਾਫ ਖੜੇ ਹੋ ਜਾਂਦੇ ਨੇ। ਸੋ ਇਹ ਤੇ ਇਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਹਾਡੇ ਦਿਲ 'ਚ ਹੈ ਕੀ ਅਸਲ ਦੇ ਵਿੱਚ? ਸਿੱਖ ਤਾਂ ਕਿਸੇ ਦੀ ਬੇਅਦਬੀ ਨਹੀਂ ਕਰਦੇ ਜਾ ਕੇ। ਪਰ ਕਿਸੇ ਦੇ ਪ੍ਰੋਗਰਾਮ ਜਾ ਕੇ ਵਿਘਨ ਪਾਉਣਾ ਇਹ ਠੀਕ ਹੈ? ਨਹੀਂ, ਪ੍ਰਸ਼ਾਸਨ ਨਾਲ ਲਈ ਜਾ ਸਕਦੇ ਸੀ। ਤੁਹਾਨੂੰ ਕਾਨੂੰਨ ਦਾ ਐਕਟ ਪਤਾ ਹੈ ਵੀ ਮੈਜਿਕ ਦੇ ਤਰੀਕੇ ਨਾਲ ਲੋਕਾਂ ਨੂੰ ਭਰਮਾਉਣਾ ਇਹ ਗਲਤ ਹੈ। ਸਪੀਕਰ ਲਾਉਣੇ, ਪ੍ਰੋਗਰਾਮ ਕਰ ਰਹੇ ਸੀ ਉੱਥੇ ਸਿੱਖ ਜਥੇਬੰਦੀਆਂ ਗਈਆਂ, ਉਹਨਾਂ ਨੇ ਪ੍ਰੋਗਰਾਮ 'ਚ ਵਿਘਨ ਪਾਇਆ। ਨਹੀਂ, ਇਹ ਤੁਸੀਂ ਉੱਥੇ ਦੀ ਜਾਂਚ ਕਰੋ ਗਰਾਊਂਡ ਲੈਵਲ ਦੇ ਉੱਤੇ ਜਾ ਕੇ, ਤੁਹਾਡਾ ਮੀਡੀਆ ਦਾ ਕੰਮ ਹੈ। 6 ਮਹੀਨੇ ਤੋਂ ਪਿੰਡ ਵਾਲੇ ਬੇਨਤੀ ਕਰ ਰਹੇ ਨੇ ਵੀ ਇੱਥੇ ਸਪੀਕਰ ਲਾ ਕੇ ਗੰਦ ਨਾ ਪਾਓ, ਉਹ ਨਹੀਂ ਟਲੇ। ਉਹਨਾਂ ਨੇ ਉੱਥੇ ਪਖੰਡ ਕੀਤਾ ਹੈ। ਉਹ ਤੁਹਾਨੂੰ ਲੱਗਦਾ ਮਰੇ ਬੰਦੇ ਜੀਨੇ ਹੁੰਦੇ? ਮੀਡੀਆ ਦਾ ਇਹ ਕੰਮ ਹੈ ਵੀ ਤੁਸੀਂ ਜਾਓ ਉੱਥੇ ਮਰਿਆ ਬੰਦਾ ਲਾਸ਼ ਲੈ ਜਾਓ ਹਸਪਤਾਲ 'ਚੋਂ, ਉਹਨਾਂ ਕੋਲ ਕਰੋ ਜਿੰਦੀ ਇਹਨਾਂ ਨੂੰ। ਤੁਹਾਡਾ ਕੰਮ ਇਹ ਹੈ। ਜੇ ਵੀਡੀਓ ਸਾਹਮਣੇ ਆਉਂਦੀ ਆ, ਪੁਲਿਸ ਪ੍ਰਸ਼ਾਸਨ ਉਦੋਂ ਕੰਮ ਕਰੂਗਾ ਜਦੋਂ ਤੁਸੀਂ ਕੰਮ ਕਰੋਗੇ ਬਕਾਇਦਾ ਗਰਾਊਂਡ ਤੇ ਇਨਵੈਸਟੀਗੇਸ਼ਨ। ਮੀਡੀਆ ਦਾ ਕੰਮ ਇਹ ਨਹੀਂ ਹੁੰਦਾ ਵੀ ਮਗਰੋਂ ਜਾ ਕੇ ਕੰਮ ਕਰਨਾ। ਜਿਹੜੀ ਗਰਾਊਂਡ ਲੈਵਲ ਦੀ ਇਨਵੈਸਟੀਗੇਟਿੰਗ ਮੀਡੀਆ ਨਾ, ਜਿਹੜਾ ਉਹਦਾ ਫਰਜ਼ ਇਹ ਹੁੰਦਾ ਹੈ ਵੀ ਜਾ ਕੇ ਜਾਂਚ ਕਰਨੀ, ਬਕਾਇਦਾ ਸੱਚ ਨੂੰ ਸਾਹਮਣੇ ਲੈ ਕੇ ਆਉਣਾ। ਵੀਡੀਓ ਉਹਨਾਂ ਦੀ ਆਪਣੀਆਂ ਚੈਨਲ ਤੇ ਪਈਆਂ ਤੇ ਹਜ਼ਾਰਾਂ ਕਿੰਨੇ ਲੋਕਾਂ ਦੀ ਵੀਡੀਓ ਉਹਨਾਂ ਕੋਲ ਆਉਂਦੀਆਂ, ਪੁਲਿਸ ਪ੍ਰਸ਼ਾਸਨ ਵੀ ਦੇਖਦਾ ਹੈ, ਸਰਕਾਰਾਂ ਵੀ ਦੇਖ ਰਹੀਆਂ ਨੇ, ਪਰ ਕੋਈ ਐਕਸ਼ਨ ਨਹੀਂ ਹੋ ਰਿਹਾ। 3-3 ਸਾਲ ਪੁਰਾਣੀਆਂ ਵੀਡੀਓ ਨੇ। ਦੇਖੋ, ਡੈਮੋਕ੍ਰੇਸੀ ਦੇ 3 ਪਿਲਰ ਨੇ, ਜਸਟਿਸ ਸਿਸਟਮ ਵੀ ਹੈ, ਮੀਡੀਆ ਵੀ ਹੈ। ਉਹਦੇ 'ਚ ਮੀਡੀਆ ਦਾ ਰੋਲ ਕੀ ਹੈ? ਤੁਸੀਂ ਜਦੋਂ ਆਪਣਾ ਰੋਲ ਛੱਡੋਗੇ, ਬਾਈ ਚਾਂਸ, ਮੈਂ ਕ੍ਰਿਟੀਸਾਈਜ਼ ਨਹੀਂ ਕਰ ਰਿਹਾ ਕਿਸੇ ਪਾਰਟੀਕੂਲਰ ਮੀਡੀਆ ਨੂੰ, ਮੈਂ ਇਹ ਕਹਿ ਰਿਹਾ ਵੀ ਜਿਹੜਾ ਜਰਨਲਿਜ਼ਮ ਹੈ ਉਹਦੀ ਪਰਿਭਾਸ਼ਾ ਜਦੋਂ ਅਸੀਂ ਭੁੱਲਾਂਗੇ, ਘਟਨਾ ਤੋਂ ਬਾਅਦ ਸਾਰੇ ਬੰਦੇ ਪਹੁੰਚ ਜਾਂਦੇ ਨੇ। ਜਿਹੜਾ ਪਖੰਡ ਹੋ ਰਿਹਾ, ਇੱਥੇ ਇੱਕ ਇਨਵੈਸਟੀਗੇਟਿਵ ਰਿਪੋਰਟ ਦਿਖਾ ਦਿਓ ਮੈਨੂੰ ਤੁਸੀਂ, ਕਿੰਨੇ ਸਾਲਾਂ ਤੋਂ ਇਹ ਪਖੰਡ ਚੱਲ ਰਿਹਾ ਪੰਜਾਬ ਦੇ ਵਿੱਚ। ਤੇ ਜਿਹੜੇ ਲੋਕਾਂ ਨੂੰ ਇਹ ਇੱਕ ਕਿਸਮ ਦਾ ਹਿਮਿਲੇਸ਼ਨ ਲੋਕਾਂ ਦੀ ਹੋ ਰਹੀ ਹੈ, ਮੈਨੀਪੂਲੇਸ਼ਨ ਹੋ ਰਹੀ ਹੈ, ਲੋਕਾਂ ਨੂੰ ਝੂਠ ਦੇ ਤਰੀਕੇ ਨਾਲ। ਆਪਣੇ ਸਿੱਖਾਂ ਨੇ ਤਾਂ ਡੇਰੇਵਾਦ ਦਾ ਵੀ ਵਿਰੋਧ ਕੀਤਾ,
ਪਖੰਡ ਦੇ ਹੈ ਤੇ ਉਹ ਪਖੰਡ ਕਰਦੇ ਸੀ ਨਾ ਸਿੱਖੀ ਦੇ ਨਾਂ ਹੇਠ। ਸਿੱਖਾਂ ਨੇ ਉਹਨਾਂ ਨੂੰ ਵੀ ਹਟਾਇਆ, ਬੰਦ ਕਰਾਏ ਡੇਰੇ, ਤੇ ਜੇ ਸਿੱਖ ਇਹਨਾਂ ਨੂੰ ਕਰ ਰਹੇ ਨੇ ਤੇ ਪਖੰਡ ਦਾ ਕਰਕੇ ਕਰ ਰਹੇ ਨੇ। ਹੋਰ ਤੁਸੀਂ ਦੱਸੋ ਵੀ ਜਿਹੜਾ ਈਸਾਈਅਤ ਦਾ ਧਰਮ ਹੈ ਸਾਡੇ ਨਾਲ ਬੈਠ ਜਾਣ ਕਿਤੇ ਇਹਨਾਂ ਦੇ ਪਾਸਟਰ ਰਲ ਕੇ ਇਹ ਦੱਸਣ ਵੀ ਇਹਨਾਂ ਦੇ ਇਹ ਧਰਮ ਦੇ ਵਿੱਚ ਇਹ ਕਿੱਥੋਂ ਲਿਖਿਆ ਵੀ ਇਹ ਕੰਮ ਕਰਨੇ। ਉਹਨਾਂ ਦੇ ਪਾਸਟਰ ਦਾ ਬਿਆਨ ਆਇਆ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਇਦਾਂ ਕਰੋਗੇ ਤੇ ਬਾਹਰ ਬਹੁਤ ਸਾਰੇ ਗੁਰਦੁਆਰੇ ਹੈਗੇ ਤੁਹਾਨੂੰ ਉਹਨੂੰ ਕਹੋ ਵੀ ਬਾਹਰ ਜਦੋਂ ਤੁਹਾਡਾ ਪੋਪ ਕਹਿੰਦਾ ਵੀ ਤੁਸੀਂ ਪਖੰਡ ਕਰ ਰਹੇ ਜੋ, ਉਹਨੂੰ ਕਹੇ ਧਮਕੀ ਹੈ ਸਾਨੂੰ। ਅਸੀਂ ਬਾਹਰ ਜਾ ਕੇ ਕਿਸੇ ਦਾ ਧਰਮ ਤਬਦੀਲ ਕੀਤਾ? ਅਸੀਂ ਆਪਣੀ ਮਿਹਨਤ ਨਾਲ ਉੱਥੇ ਜਾ ਕੇ ਹੱਕ ਲਏ ਨੇ। ਅਸੀਂ ਲੋਕਾਂ ਨੂੰ ਪੈਸੇ ਦੇ ਕੇ ਸਿੱਖ ਬਣਾਇਆ ਕਦੀ ਕਿਸੇ ਨੂੰ? ਗੋਰੇ ਸਾਡੇ ਇਹੋ ਜਿਹਾ ਕੁਝ ਹੈ ਵੀ ਨਹੀਂ, ਲਾਲਚ ਨਾਲ। ਤੇ ਫਿਰ ਇਹਨਾਂ ਨੂੰ ਸਮਝਣਾ ਚਾਹੀਦਾ ਵੀ ਇੱਕ ਤੇ ਚੋਰੀ ਤੋਂ ਸੀਨਾ ਚੋਰੀ ਹੈ ਇਹਨਾਂ ਦੀ। ਇਹ ਕਦੀਆਂ ਧਮਕੀਆਂ ਅੱਗੇ ਬਾਹਰ ਦੇ ਸਿੱਖਾਂ ਨੂੰ ਇਦਾਂ ਕਰਦੇ ਹੈਗੇ। ਉਹਨੂੰ ਕਹਾ ਪਹਿਲਾਂ ਤੁਸੀਂ ਇਹ ਦਿਖਾਓ ਵੀ ਤੁਹਾਡਾ ਜਿਹੜਾ ਮੇਨ ਵੈਟੀਕਨ ਸਿਟੀ ਦਾ ਚਰਚ ਹੈ ਉਹ ਇਸ ਗੱਲ ਨੂੰ ਅਲਾਉ ਕਰਦਾ ਵੀ ਤੁਸੀਂ ਇਹ ਕੰਮ ਕਰੋ। ਜੇ ਨਹੀਂ ਕਰਦੇ ਤੁਸੀਂ ਪਖੰਡ ਕਿਉਂ ਕਰਦੇ ਜਿੱਥੇ? ਸੋ ਇਹ ਗੁੰਡਾਗਰਦੀ ਤੇ ਪਾਸਟਰ ਪੁੱਟਰ ਨੂੰ ਉਤਰਨਾ ਨਹੀਂ ਚਾਹੀਦਾ। ਇਹ ਕੰਮ ਨਿਰੰਕਾਰੀਆਂ ਵਾਲਾ ਬਣਾ ਰਹੇ ਨੇ ਜਾਣਬੁੱਝ ਕੇ। ਨਿਰੰਕਾਰੀਆਂ ਨੇ ਇਹੋ ਕੰਮ ਕੀਤਾ ਸੀ, ਗੁਰੂ ਡਮ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਕੰਮ ਕੀਤਾ ਸੀ, ਤਾਂ ਨਤੀਜਾ ਕੀ ਨਿਕਲਿਆ ਸੀ? ਪੰਜਾਬ ਨੂੰ ਅੱਗ ਲੱਗੀ ਸੀ। ਹੁਣ ਦੋਸ਼ ਇਹ ਸਿੱਖਾਂ ਨੂੰ ਦੇਣਗੇ। ਅਸੀਂ ਬੇਨਤੀਆਂ ਕਰ ਲਈਆਂ ਨੇ ਪ੍ਰਸ਼ਾਸਨ ਨੂੰ ਵੀ, ਸਾਰਿਆਂ ਨੂੰ। ਹੁਣ ਫਿਰ ਕਰ ਦਿੰਦੇ ਆ ਸਰਕਾਰਾਂ ਨੂੰ ਵੀ ਇਹ ਕੰਮ ਜਿੰਨਾ ਚਿਰ ਨਾ ਰੁਕਿਆ ਤੇ ਸਾਨੂੰ ਤੇ ਇਦਾਂ ਰੁਕਣਾ ਪੈਣਾ। 150 ਤੇ 295 ਦਾ ਪਰਚਾ ਲੱਗਿਆ। ਕੀ ਕਹਿਣਾ ਚਾਹੋਗੇ ਉਹਨਾਂ ਬਾਰੇ? ਨਹੀਂ ਇਹ ਤੇ ਬਹੁਤ ਧੱਕਾ ਹੋਇਆ ਜਾਂ ਸਹੀ ਹੋਇਆ? ਨਹੀਂ, ਪਰਚੇ ਤੇ ਦੇਖੋ ਸਿੱਖਾਂ ਦੇ ਉੱਤੇ ਜਿਹੜਾ ਪਰਚੇ ਜੰਮਦੇ ਹੋ ਜਾਂਦੇ ਨੇ। ਹਿੰਦੁਸਤਾਨ ਦਾ ਸੰਵਿਧਾਨ ਕਹਿੰਦਾ ਵੀ ਸਿੱਖ ਨਹੀਂ ਗਾ, ਉਹ ਵੀ ਇੱਕ ਪਰਚਾ ਜੀ। 25-20 ਧਾਰਾ ਜਿਹੜੀ ਹੈ ਡਿਫਾਈਨ ਕਰਦੀ ਵੀ ਸਿੱਖ ਨਹੀਂ। ਇਹ ਪਰਚਾ ਨਹੀਂ ਸਿੱਖਾਂ ਦੇ ਉੱਤੇ। ਪਰਚਿਆਂ ਦੀ ਕੋਈ ਪਰਵਾਹ ਨਹੀਂ। ਜਦੋਂ ਸਿਰ ਦੇਣ ਦੀ ਗੱਲ ਹੋਵੇ ਪਰਚਾ ਕੀ ਕਰੂ ਉੱਥੇ? ਸਾਡਾ ਕੰਮ ਹੈ ਪਖੰਡ ਨੂੰ ਰੋਕਣਾ। ਗੁਰੂ ਸਾਹਿਬ ਦੀ ਧਰਤੀ ਦੇ ਉੱਤੇ ਇਹ ਕੰਮ ਅਸੀਂ ਨਹੀਂ ਹੋਣ ਦੇਣਾ। ਪਰਚਾ ਕਰਦੇ ਨੇ, ਫਾਂਸੀ ਟੰਗਣਾ, ਗੋਲੀਆਂ ਅੱਗੇ ਕਿਹਨੇ ਥੋੜੇ ਮਾਰੇ ਨੌਜਵਾਨ ਤੇ ਲੱਖਾਂ ਦੇ ਨੌਜਵਾਨ ਇਹਨਾਂ ਨੇ ਮੁਕਾਬਲਿਆਂ 'ਚ ਮਾਰ ਦਿੱਤੇ ਨੇ। ਕੋਸ਼ਿਸ਼ ਸੱਚ ਸਿੱਖ ਉਹਨਾਂ ਦੇ ਹੱਕ 'ਚ ਖੜਦੇ ਹੋ, ਕਹਿੰਦੇ ਕਿ ਗਲਤ ਕੀਤਾ ਸਾਡੇ ਬੰਦਿਆਂ ਨੇ, ਇਦਾਂ ਨਹੀਂ ਕਰਨਾ ਚਾਹੀਦਾ। ਬੈਠ ਕੇ ਗੱਲ ਸਿੱਖਾਂ ਦੀ ਗੁਲਾਮ ਮਾਨਸਿਕਤਾ ਹੈ, ਕਈਆਂ ਦੀ 150 ਸਾਲ ਦੀ ਗੁਲਾਮੀ ਨੂੰ ਉਹਦਾ ਦਿਮਾਗ ਇਹ ਕਰ ਦਿੱਤਾ ਹੈ ਵੀ ਉਹਨਾਂ ਨੂੰ ਇਹ ਨਹੀਂ ਸਮਝ ਆਉਂਦਾ ਵੀ ਇਹ ਸਟੇਜਾਂ ਤੋਂ ਖੜ ਕੇ ਸਾਡੇ ਗੁਰੂਆਂ ਨੂੰ ਸ਼ੈਤਾਨ ਤੱਕ ਕਹਿ ਦਿੰਦੇ ਨੇ। ਇਹ ਕਹਿੰਦੇ ਨੇ ਗੁਰਦੁਆਰਾ ਸਾਹਿਬ ਜਾ ਕੇ ਪ੍ਰਸ਼ਾਦ ਨਾ ਲਾਓ, ਸਿੱਖਾਂ ਨੂੰ ਭਰਮਾਉਂਦੇ ਨੇ ਵੀ ਉਹ ਸ਼ੈਤਾਨ ਦਾ ਘਰ ਹੈ, ਉੱਥੇ ਪ੍ਰਸ਼ਾਦ ਨਹੀਂ ਤੁਸੀਂ ਛਕਣਾ। ਤੇ ਇਹ ਜਿਹੜੇ ਸਿੱਖ ਉਹਨਾਂ ਦੀ ਹਮਾਇਤ 'ਚ ਖੜੇ ਨੇ, ਇਹਨਾਂ ਨੂੰ ਪੁੱਛੋ ਵੀ ਕਦੋਂ ਟਲਣਾ? ਜਦੋਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਪਾ ਲਿਆ ਉਹਨਾਂ ਨੇ, ਫਿਰ ਤੁਸੀਂ ਪਛਤਾਓਗੇ। ਇਹ ਉਹ ਹਾਲ ਹੈ ਜਿਵੇਂ ਦਿੱਲੀ ਦੇ ਸਿੱਖ ਇੱਕ ਮੌਕੇ 84 ਤੋਂ ਪਹਿਲਾਂ ਕਹਿੰਦੇ ਸੀ ਵੀ ਇੱਥੇ ਭਿੰਡਰਾਂਵਾਲਾ ਬਹੁਤ ਗਲਤ ਕਰ ਰਿਹਾ ਸੰਤ ਜੀ, ਤੇ ਬਾਅਦ ਜਦੋਂ ਆਪਣੇ ਘਰਾਂ 'ਚ ਅੱਗ ਲੱਗੀ ਤੇ ਫਿਰ ਪਤਾ ਲੱਗਾ। ਇਹਨਾਂ ਨੂੰ ਉਦੋਂ ਸਮਝ ਆਉਣੀ ਹੈ ਜਦੋਂ ਇਹਨਾਂ ਦੀ ਦਾੜੀ ਨੂੰ ਹੱਥ ਪੈ ਗਏ। ਐਸਜੀਪੀਸੀ ਰੋਲ ਨੂੰ ਕਿਵੇਂ ਦੇਖਦੇ ਪੂਰੇ ਘਟਨਾਕ੍ਰਮ? ਐਸਜੀਪੀਸੀ ਦਾ ਰੋਲ ਦੇਖੋ ਜੀ, ਇਹਦੇ 'ਚ ਨਾ ਨਹੀਂ ਰਿਹਾ। ਐਰਕਾਂ ਚਲੋ ਜਥੇਦਾਰ ਸਾਹਿਬ ਦਾ ਬਿਆਨ ਆਇਆ, ਪਰ ਜਿਹੜਾ ਐਸਜੀਪੀਸੀ ਨੂੰ ਕੰਮ ਕਰਨਾ ਚਾਹੀਦਾ ਸੀ ਉਹ ਹੁਣ ਦੇਰ ਆਏ ਦੁਰਸਤ ਹੈ। ਕੰਮ ਤੇ ਉਹਨੂੰ ਕਰ ਲੈਣਾ। ਅਜੇ ਵੀ ਕਹਿੰਦੇ ਡੁੱਲੇ ਬੇਰਾਂ ਦਾ ਕੱਖ ਨਹੀਂ ਵਿਗੜਿਆ। ਇਹ ਕੰਮ ਹੁਣੇ ਛੇਤੀ ਸ਼ੁਰੂ ਕਰ ਦੇਣ ਚੰਗੀ ਗੱਲ ਹੈ, ਨਹੀਂ ਤੇ ਫਿਰ ਬਾਅਦ 'ਚ ਐਸਜੀਪੀਸੀ ਵੀ ਅਸੀਂ ਵੇਖਾਂਗੇ ਵੀ ਇਹਨਾਂ ਦਾ ਵੀ ਕੀ ਹਿਸਾਬ ਦਾ ਕਿਹੜੇ ਪਾਸੇ ਕੱਢਣਾ। ਲੱਗਦਾ ਹੈ ਕਿ ਸਿੱਖ ਧਰਮ ਦਾ ਪ੍ਰਚਾਰ ਕਰਨ 'ਚ ਕਿਤੇ ਐਸਜੀਪੀਸੀ ਪਿੱਛੇ ਰਹਿ ਗਈ। ਆਹ ਤੇ ਰਹੀ ਹੈ ਤੇ ਪਿੱਛੇ, ਇਹਦੇ ਤੇ ਕੋਈ ਸਵਾਲ ਵਾਲੀ ਗੱਲ ਹੀ ਨਹੀਂ ਹੈਗੀ। ਵੈਸੇ ਪੰਜਾਬ ਦੇ ਵਿੱਚ ਪ੍ਰਚਾਰਕਾਂ ਦੀ ਗਿਣਤੀ ਬਹੁਤ ਸਾਰੀ ਵੱਡੀ ਹੈਗੀ ਆ। ਜੇ ਜਹਾਜ਼ਾਂ ਦਾ ਵੀਜ਼ਾ ਲੈ ਕੇ ਬਾਹਰਲੇ ਦੇਸ਼ਾਂ 'ਚ ਜਾਣਾ ਹੋਵੇ ਤਾਂ ਪ੍ਰਚਾਰਕ ਮਿੰਟ 'ਚ ਚਲੇ ਜਾਂਦੇ ਆ। ਕਿ ਫਿਰ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ ਉਹਨਾਂ ਖੇਤਰਾਂ ਦੇ ਵਿੱਚ ਜਾ ਕੇ ਜਿੱਥੇ ਗਰੀਬ ਲੋਕ ਵਸਦੇ। ਪ੍ਰਚਾਰਕਾਂ ਨੂੰ ਪਹਿਲਾਂ ਤੇ ਆਪ ਗੁਰੂ ਤੇ ਭਰੋਸਾ ਕਰਨਾ ਚਾਹੀਦਾ। ਅੱਧੇ ਪ੍ਰਚਾਰਕ ਤੇ ਤਰਕ ਦੀ ਖੇਡ ਖੇਡਦੇ ਨੇ, ਜਿੱਥੇ ਜਾਂਦੇ ਨੇ ਕਦੇ ਬਾਣੀ ਦੇ ਕਿੰਤੂ, ਕਦੇ ਮਰਿਆਦਾ ਦੇ ਕਿੰਤੂ, ਕਦੇ ਕਿਸੇ ਚੀਜ਼ ਤੇ ਕਿੰਤੂ। ਇਹ ਜੇ ਕਿਤੇ ਮਰਗ ਤੇ ਚੱਲ ਜਾਣ ਉੱਥੇ ਕਹਿੰਦੇ ਮੁਰਦਾ ਨਵਾਇਆ ਕਿਉਂ ਤੁਸੀਂ? ਇਹਨਾਂ ਦੀ ਸੋਚ ਤੇ ਇੱਥੇ ਖੜ ਗਈ ਵੀ ਆਪਸੀ ਵਿਵਾਦ ਵਾਲੇ ਇਹ ਬਾਣੀਏ ਤੁਕਾਂ ਵੀ ਉਹ ਯਾਦ ਕਰੀ ਫਿਰਦੇ ਨੇ ਜਿਹੜੀਆਂ ਵਿਵਾਦ ਪੈਦਾ ਕਰਦੀਆਂ ਨੇ, ਜਿਹੜੀਆਂ ਤੁਕਾਂ ਤੇ ਦੂਜੇ ਨੂੰ ਸਵਾਲ ਖੜਾ ਕਰਦੇ ਨੇ। ਸੋ ਇਹਨਾਂ ਪ੍ਰਚਾਰਕਾਂ ਨੂੰ ਪਹਿਲਾਂ ਤੇ ਇਹ ਸਮਝਣਾ ਚਾਹੀਦਾ ਵੀ ਪਹਿਲਾਂ ਤੇ ਤੁਸੀਂ ਗੁਰੂ ਤੇ ਭਰੋਸਾ ਕਰਨਾ ਸਿੱਖੋ, ਫਿਰ ਤੁਸੀਂ ਪ੍ਰਚਾਰ ਕਰਨ ਜੋਗੇ ਹੋਵੋਗੇ। ਕਦੀ ਤੁਸੀਂ ਸੁਣਿਆ ਪਿਛਲੇ 10 ਸਾਲਾਂ 'ਚ ਕਿ ਪ੍ਰਚਾਰਕ ਨੂੰ ਕਹਿੰਦੇ ਪਿਓ ਗੁਰੂ ਤੇ ਲੜ ਲੱਗੋ, ਅੰਮ੍ਰਿਤ ਛਕੋ? ਵਿਵਾਦ ਪੈਦਾ ਕਰਨ ਤੋਂ ਪ੍ਰਚਾਰਕ ਬਿਨਾਂ ਹੋਰ ਕਰ ਕੀ ਰਹੇ ਨੇ? ਕੁਛ ਚੰਦ ਪ੍ਰਚਾਰਕ ਨੇ ਗਿਣਤੀ ਨਹੀਂ। ਅਸੀਂ ਸਾਰਿਆਂ ਨੂੰ ਤਾਂ ਕਹਿ ਹੀ ਨਹੀਂ ਰਹੇ ਜੀ। ਇਹ ਤੇ ਚੋਰ ਦੀ ਦਾਣੀ 'ਚ ਤਿਨਕੇ ਵਾਲੀ ਗੱਲ ਹੋਊ। ਜਿਹੜਾ ਸਮਝ ਲੂ ਜੀ, ਜਿਹੜਾ ਕੋਈ ਇਹਦਾ ਰੌਲਾ ਪਾਊ, ਜਿਹੜਾ ਸੱਚਾ ਪ੍ਰਚਾਰਕ ਹੈ ਗੁਰੂ ਦਾ, ਉਹਨੂੰ ਤੇ ਇਸ ਗੱਲ ਦਾ ਗੁੱਸਾ ਕੋਈ ਨਹੀਂ। ਜਿਹੜਾ ਝੂਠਾ ਹੈ ਉਹਨੂੰ ਫਿਰ ਲੱਗੂਗਾ ਗੁੱਸਾ, ਤੇ ਲੱਗੀ ਜਾਵੇ ਸਾਡੇ ਨੂੰ। ਫਿਰ ਇਹ ਚੀਜ਼ ਦਾ ਮਤਲਬ ਵਿਤਕਰਾ ਹੋ ਰਿਹਾ ਕਿ ਗਰੀਬ ਬਸਤੀਆਂ 'ਚ ਜਾ ਕੇ ਪ੍ਰਚਾਰ ਨਹੀਂ ਹੋ ਰਿਹਾ, ਉਹਨਾਂ ਦੇ ਧਰਮ ਤਬਦੀਲ ਹੋ ਰਿਹਾ। ਫਿਰ ਦੂਸਰੇ ਪਾਸੇ ਜਹਾਜ਼ਾਂ ਤੇ ਚੜ੍ਹ ਕੇ ਬਾਹਰਲੇ ਡਾਲਰਾਂ ਦੀ ਕਮਾਈ ਵਾਲੇ ਪਾਸੇ ਧਿਆਨ। ਇੱਕ ਗੱਲ ਮੈਂ ਕਹਿਣੀ ਚਾਹੁੰਦਾ, ਮਹਾਰਾਜਾ ਦਲੀਪ ਸਿੰਘ ਸੀ ਜੀ, ਜਦੋਂ ਸਿੱਖ ਰਾਜ ਤੇ ਕਬਜ਼ਾ ਕਰਦੇ ਨੇ ਅੰਗਰੇਜ਼, ਉਹਨੂੰ ਖੜ ਕੇ ਈਸਾਈ ਬਣਾਉਂਦੇ ਨੇ, ਉਹਨੂੰ ਸਾਰੀ ਦੁਨੀਆ ਦੀ ਸੁੱਖ ਸਹੂਲਤਾਂ ਦਿੰਦੇ ਨੇ, ਰਾਜ ਭਾਗ ਉੱਥੇ ਵੀ ਰਾਜੇ ਵਾਂਗੂ ਰਹਿੰਦਾ। ਬਿਲਕੁਲ। ਪਰ ਉਹਨੇ ਫਿਰ ਵੀ ਜਵਾਨੀ 'ਚ ਆ ਕੇ ਵੇਖਿਆ ਵੀ ਇਹ ਦੌਲਤ ਸ਼ੌਹਰਤ ਦੁਨਿਆਵੀ ਵਸਤਾਂ ਸਿੱਖੀ ਤੋਂ ਉੱਚੀਆਂ ਨਹੀਂ, ਉਹ ਸਿੱਖ ਬਣਿਆ। ਤੇ ਗਰੀਬ ਸਿੱਖਾਂ ਨੂੰ ਵੀ ਸੋਚਣਾ ਚਾਹੀਦਾ ਵੀ ਜ਼ਿੰਦਗੀ ਲੰਘ ਜਾਣੀ ਹੈ, ਇਹ ਰੋਟੀ ਤੇ ਵੀ ਲੰਘ ਜਾਣੀ ਹੈ ਤੇ ਮਹਿਲਾਂ 'ਚ ਵੀ ਲੰਘ ਜਾਣੀ ਹੈ। ਤੇ ਗੁਰੂ ਨੂੰ ਧੋਖਾ ਦੇ ਕੇ ਇਦਾਂ ਗੁਰੂ ਦਾ ਲੜ ਛੱਡ ਕੇ ਕਿਸੇ ਹੋਰ ਤੇ ਤੁਰਨਾ, ਬਦਾਵਾ ਲਿਖ ਕੇ, ਇਹ ਚੰਗੀ ਗੱਲ ਨਹੀਂ। ਪਰ ਉਹਨਾਂ ਦੇ ਪੱਖ 'ਚ ਵੇਖੀਏ ਤੇ ਉਹਨਾਂ ਦੇ ਬੱਚਿਆਂ ਦੀਆਂ ਫ੍ਰੀ ਪੜ੍ਹਾਈਆਂ, ਬਹੁਤ ਕੁਝ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਪਈਆਂ। ਇੱਧਰ ਐਸਜੀਪੀਸੀ ਪੰਜਾਬ ਦੀ ਬਹੁਤ ਵੱਡੀ ਸੰਸਥਾ ਹੈਗੀ, ਪੰਜਾਬ ਸਰਕਾਰ ਤੋਂ ਵੱਡਾ ਬਜਟ ਆ, ਇੱਧਰ ਕੋਈ ਸਹੂਲਤ ਕਿਉਂ ਨਹੀਂ ਮਿਲਦੀ ਫਿਰ ਸਿੱਖਾਂ ਦੇ ਬੱਚਿਆਂ ਨੂੰ? ਨਹੀਂ, ਉਹ ਤੇ ਇਹਨਾਂ ਨੂੰ ਸਵਾਲ ਐਸਜੀਪੀਸੀ ਨੂੰ ਕਰਨਾ ਚਾਹੀਦਾ ਵੀ ਕਿਉਂ ਨਹੀਂ ਕਰ ਰਿਹਾ। ਪਰ ਮੈਂ ਦੂਜਿਆਂ ਨੂੰ ਵੀ ਪੁੱਛਾਂ ਵੀ ਕੀ ਦੁਨਿਆਵੀ ਪੜ੍ਹਾਈ ਜਿਹੜੀ ਤੁਹਾਨੂੰ ਗੁਰੂ ਤੋਂ ਦੂਰ ਕਰਦੀ ਹੈ, ਜਿਹੜੀ ਤੁਹਾਡਾ ਧਰਮ ਤਬਦੀਲ ਕਰਦੀ ਹੈ, ਉਹ ਜ਼ਰੂਰੀ ਹੈ? ਬੱਚੇ ਸਾਡੇ ਕਿਤੇ ਇਤਿਹਾਸ 'ਚ ਅਸੀਂ ਪੜ੍ਹੇ ਲਿਖੇ ਰਹੇ ਹਾਂ ਸਾਰੀ ਉਮਰ,
ਨਹੀਂ ਅਸੀਂ ਜੰਗਲਾਂ 'ਚ ਰਾਤਾਂ ਕੱਟੀਆਂ ਨੇ, ਕਿਉਂ ਕੱਟੀਆਂ? ਗੁਰੂ ਦੇ ਸਤਿਕਾਰ ਲਈ ਕੱਟੀਆਂ ਨੇ। ਤੇ ਜੇ ਹੁਣ ਪੜ੍ਹਾਈ ਖਾਤਰ ਜਾਂ ਹਸਪਤਾਲ ਦੇ ਵਿੱਚ ਇਲਾਜ ਦੀ ਖਾਤਰ ਤੁਸੀਂ ਧਰਮ ਤਬਦੀਲ ਕਰ ਲੈਣਾ ਤੇ ਇਹ ਸ਼ਰਮ ਵਾਲੀ ਗੱਲ ਹੈ। ਪਰ ਹਾਂ, ਇਹ ਨਹੀਂ ਮੈਂ ਕਹਿੰਦਾ ਵੀ ਐਸਜੀਪੀਸੀ ਨੂੰ ਕੰਮ ਨਹੀਂ ਕਰਨਾ ਚਾਹੀਦਾ। ਗਰੀਬ ਸਿੱਖਾਂ ਦੀ ਬਾਹ ਫੜ ਲਈ ਤੇ ਅਸੀਂ ਸਾਰੀਆਂ ਸੰਸਥਾਵਾਂ ਨੂੰ ਕਹਿੰਦੇ ਹਾਂ ਵੀ ਜਾ ਕੇ ਅਫਰੀਕਾ 'ਚ ਤੁਰ ਜਾਂਦੇ, ਜੋ ਕਦੀ ਕਿਤੇ ਅਮਰੀਕਾ 'ਚ ਤੁਰ ਜਾਂਦੇ, ਕਦੀ ਕਿਤੇ, ਤਾਂ ਇੱਥੇ ਜਿਹੜੇ ਰੁਲਦੇ ਫਿਰਦੇ ਉਹਨਾਂ ਨੂੰ ਕਿੰਨੇ ਸਾਹਮਣੇ। ਠੀਕ ਹੈ। ਤਾਂ ਹੁਣ ਇਹ ਗੱਲ ਸਾਹਮਣੇ ਆ ਰਹੀ ਜੀ, ਐਸਜੀਪੀਸੀ ਇੱਕ ਪਰਿਵਾਰ ਦੀ ਸੇਵਾ 'ਚ ਲੱਗੀ ਹੋਈ ਹੈ, ਹਮੇਸ਼ਾ ਇਲਜ਼ਾਮ ਲੱਗਦੇ ਨੇ ਜੀ। ਦੇਖੋ, ਪਰਿਵਾਰਵਾਦ ਹਰ ਪਾਸੇ ਹੀ ਹੈ, ਕੋਈ ਵੀ ਸੰਸਥਾ ਵਾ ਉਹਦੇ 'ਚ ਆ ਜਾਂਦਾ। ਸਿੱਖਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਜਿਹੜੀ ਐਸਜੀਪੀਸੀ ਸੰਸਥਾ ਹੈ, ਸਿੱਖਾਂ ਦੀ ਸੰਸਥਾ ਹੈ, ਇਹ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਹੈ, ਪਰਿਵਾਰਾਂ ਦੇ ਪ੍ਰਬੰਧ ਨੂੰ ਨਹੀਂ ਹੈਗੀ। ਸੋ ਇਹ ਗੱਲ ਜਿਹੜੇ ਪਰਿਵਾਰਾਂ ਨੇ ਇਹ ਗੁਰੂ ਘਰ ਦਾ ਖਾਧਾ ਹੈ ਉਹਨਾਂ ਨੂੰ ਇਹ ਚੁਕਾਉਣਾ ਪੈਣਾ। ਕੋਈ ਵੀ ਮਨੁੱਖ ਜਿਹਨੇ ਗੁਰੂ ਘਰ ਨਾਲ ਮੱਥਾ ਲਾਇਆ ਉਹ ਕਦੀ ਮਤਲਬ ਸੁਖੀ ਨਹੀਂ ਵੱਸ ਸਕਿਆ, ਉਹਦੀ ਨਸਲਾਂ ਉਜੜ ਜਾਂਦੀਆਂ। ਈਸਾਈ ਮਤ ਦਾ ਪ੍ਰਚਾਰ ਕਰਨ ਵਾਲੇ ਲੌਂਗੋਵਾਲ ਸਾਹਿਬ ਵੀ ਰਹਿ ਕਿਸੇ, ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਬਣੇ ਆ। ਉਸ ਪਾਸੇ ਕਿਸੇ ਦਾ ਖਿਆਲ ਨਹੀਂ ਗਿਆ ਜਾਂ ਉਸ ਪਾਸੇ ਕਿਸੇ ਨੇ ਉਹਨੂੰ ਸਜ਼ਾ ਜਾਂ ਕੁਝ ਵੀ ਨਹੀਂ ਕੀਤਾ? ਨਹੀਂ, ਉੱਥੇ ਤੇ ਦੇਖੋ ਵੀ ਚੋਰਾਂ ਦੇ ਵਿੱਚ ਕਿਸੇ ਨੇ ਦੂਜੇ ਚੋਰ ਨੂੰ ਕੀ ਸਜ਼ਾ ਦੇਣੀ ਹੈ। ਤੁਸੀਂ ਸਵਾਲ ਕਰ ਰਹੇ ਜੋ ਵੀ ਸ਼ਾਇਦ ਐਸਜੀਪੀਸੀ ਜਿਹੜੀ ਆ ਉਹ ਬੜੀ ਆਜ਼ਾਦ ਸੰਸਥਾ ਹੈ। ਇਹ ਵੀ ਹਿੰਦੁਸਤਾਨ ਹਕੂਮਤ ਦੀ ਇੱਕ ਚਾਕਰੀ ਕਰਨ ਵਾਲੀ ਸੰਸਥਾ ਬਣ ਕੇ ਰਹਿ ਗਈ ਹੈ। ਇੱਕ ਮੌਕੇ ਤੇ ਗੁਰੂ ਘਰਾਂ ਦੀ ਆਜ਼ਾਦੀ ਲਈ ਇਹਨਾਂ ਸੰਘਰਸ਼ ਕੀਤਾ, ਅੱਜ ਇਹ ਹਿੰਦੁਸਤਾਨ ਦੀ ਹਕੂਮਤ ਦੇ ਅਧੀਨ ਗੁਰੂ ਘਰਾਂ ਨੂੰ ਗੁਲਾਮ ਕਰੀ ਬੈਠੇ ਨੇ। ਸੋ ਮੇਰੇ ਖਿਆਲ ਨਾਲ ਸਿੱਖਾਂ ਨੂੰ ਗੁਰੂ ਘਰਾਂ ਦਾ ਪ੍ਰਬੰਧ ਵੀ ਆਪਣੇ ਹੱਥ 'ਚ ਲੈਣਾ ਚਾਹੀਦਾ ਹੈ, ਜਿਸ ਜਿੱਥੇ ਲੈ ਸਕਦੇ ਆ, ਤੇ ਇੱਕ ਬਹੁਤ ਵੱਡੇ ਸੰਘਰਸ਼ ਨੂੰ ਵਿੱਢਣ ਦੀ ਲੋੜ ਹੈ ਤਾਂ ਜੋ ਅਸੀਂ ਗੁਰੂ ਘਰਾਂ ਦੇ ਵਿੱਚ ਜਿਹੜਾ ਇਹ ਮਨਮਤ ਹੋ ਰਹੀ ਉਹਨੂੰ ਕੱਢ ਸਕੀਏ। ਪਰ ਉਹਨਾਂ ਵਾਲੇ ਪਾਸੇ ਜਾਈਏ ਤੇ ਉਹ ਕਹਿੰਦੇ ਕਿ ਅਸੀਂ ਵੀ ਸਿੱਖ ਹਾਂ, ਸਿੱਖਾਂ ਦੀ ਕੀ ਪਹਿਚਾਣ ਹੁੰਦੀ, ਪਹਿਰਾਵਾ, ਅਸੀਂ ਵੀ ਸਿੱਖ ਹਾਂ। ਦੇਖੋ, ਸਿੱਖ ਦੀ ਪਛਾਣ ਆ ਵੀ ਗੁਰੂ ਦੇ ਉੱਤੇ ਕੋਈ ਸਮਝੌਤਾ ਨਹੀਂ ਕਰਨਾ, ਗੁਰੂ ਨਾਲ ਇੰਨਾ ਪ੍ਰੇਮ ਕਰਨਾ ਹੈ ਜਿਹੜਾ ਅਕਹਿ ਹੈ, ਜਿਹਨੂੰ ਕਿਹਾ ਨਹੀਂ ਜਾ ਸਕਦਾ। ਤੇ ਜਿਹੜੇ ਬੰਦੇ ਪਹਿਰਾਵਾ ਪਾ ਕੇ ਆਪਣੇ ਨੂੰ ਸਿੱਖ ਸਮਝੀ ਜਾਂਦੇ ਨੇ, ਪਹਿਰਾਵਾ ਸਿੱਖੀ ਦਾ ਇੱਕ ਬਹੁਤ ਨਿਖੜਵਾਂ ਅੰਗ ਹੈ ਜੀ, ਪਾਉਣਾ ਚਾਹੀਦਾ, ਸਾਰਿਆਂ ਨੂੰ ਧਾਰਨ ਕਰਨਾ ਚਾਹੀਦਾ ਬਾਣਾ। ਪਰ ਜੇ ਬਾਣਾ ਪਾ ਕੇ ਤੇ ਗੁਰੂ ਦੋਖੀ ਬਣਨਾ ਹੈ ਤੇ ਉਹਨੂੰ ਚੰਗਾ ਮੂੰਹ ਸਿਰ ਮਨਾ ਕੇ ਜੋ ਕਰਨਾ ਕਰੀ ਜਾਓ ਤੁਸੀਂ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਅਮਰਤਪਾਲ ਸਿੰਘ ਨਾਲ ਸਾਡੀ ਗੱਲਬਾਤ ਹੋਈ ਆ। ਅੱਜ ਬਾਈਬਲ ਧਰਨੇ ਤੇ ਪਹੁੰਚੇ ਸੀਗੇ ਅਮਰਤਪਾਲ ਸਿੰਘ ਵਾਰਸ ਪੰਜਾਬ ਦੀ ਜਥੇਬੰਦੀ ਦੇ ਜਿਹੜੇ ਮੁੱਖ ਆਗੂ ਲੱਗੇ ਹੋਏ ਨੇ, ਦੁਬਈ ਦੀ ਧਰਤੀ ਤੋਂ ਆਏ ਸੀਗੇ। ਉਹਨਾਂ ਨਾਲ ਬੜੀ ਬੇਬਾਕੀ ਦੇ ਨਾਲ ਗੱਲਬਾਤ ਹੋਈ ਹੈ ਇੱਥੋਂ ਦੀਆਂ ਕੁਝ ਗੱਲਾਂ ਨੂੰ ਲੈ ਕੇ, ਤੇ ਜੋ ਵਿਵਾਦ ਚੱਲ ਰਿਹਾ ਪੰਜਾਬ ਦੇ ਵਿੱਚ ਈਸਾਈ ਮਤ ਨੂੰ ਲੈ ਕੇ, ਜਿਹੜਾ ਵਿਵਾਦ ਚੱਲ ਰਿਹਾ ਨਿਹੰਗ ਸਿੰਘ ਤੇ ਈਸਾਈ ਮਤ ਦੇ ਜਿਹੜੇ ਲੋਕ ਆਪਸ ਵਿੱਚ ਭਿੜਦੇ, ਉਸ ਤੇ ਬੜੇ ਬੇਬਾਕੀ ਦੇ ਨਾਲ ਜਵਾਬ ਦਿੱਤਾ ਹੈ ਤੇ ਨਾਲ ਸ਼੍ਰੋਮਣੀ ਕਮੇਟੀ ਦੇ ਵੀ ਕਈ ਜਿਹੜੇ ਨਿਸ਼ਾਨੇ ਸਾਧੇ ਆ। ਰਾਸ਼ਟਰ ਦਾ ਬਿਆਨ ਆਇਆ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਇਦਾਂ ਕਰੋਗੇ ਤੇ ਬਾਹਰ ਬਹੁਤ ਸਾਰੇ ਗੁਰਦੁਆਰੇ ਹੈਗੇ, ਤਾਂ ਉਹਨੂੰ ਕਹੋ ਕਿ ਬਾਹਰ ਜਦੋਂ ਤੁਹਾਡਾ ਪੋਪ ਕਹਿੰਦਾ ਵੀ ਤੁਸੀਂ ਪਖੰਡ ਕਰ ਰਹੇ ਜੋ, ਉਹਨੂੰ ਕਹੇ ਧਮਕੀ ਹੈ ਸਾਨੂੰ। ਅਸੀਂ ਬਾਹਰ ਜਾ ਕੇ ਕਿਸੇ ਦਾ ਧਰਮ ਤਬਦੀਲ ਕੀਤਾ? ਅਸੀਂ ਆਪਣੀ ਮਿਹਨਤ ਨਾਲ ਉੱਥੇ ਜਾ ਕੇ ਹੱਕ ਲਏ ਨੇ। ਅਸੀਂ ਲੋਕਾਂ ਨੂੰ ਪੈਸੇ ਦੇ ਕੇ ਸਿੱਖ ਬਣਾਇਆ ਕਦੀ ਕਿਸੇ ਨੂੰ? ਗੋਰੇ ਸਾਡੇ ਇਹੋ ਜਿਹਾ ਕੁਝ ਹੈ ਵੀ ਨਹੀਂ, ਲਾਲਚ ਨਾਲ। ਤੇ ਫਿਰ ਇਹਨਾਂ ਨੂੰ ਸਮਝਣਾ ਚਾਹੀਦਾ ਵੀ ਇੱਕ ਤੇ ਚੋਰੀ ਤੋਂ ਸੀਨਾ ਚੋਰੀ ਹੈ ਇਹਨਾਂ ਦੀ। ਇਹ ਕਦੀਆਂ ਧਮਕੀਆਂ ਅੱਗੇ ਬਾਹਰ ਦੇ ਸਿੱਖਾਂ ਨੂੰ ਇਦਾਂ ਕਰਦੇ ਹੈਗੇ। ਇਹਨੂੰ ਕਹ ਪਹਿਲਾਂ ਤੁਸੀਂ ਇਹ ਦਿਖਾਓ ਵੀ ਤੁਹਾਡਾ ਜਿਹੜਾ ਮੇਨ ਵੈਟੀਕਨ ਸਿਟੀ ਦਾ ਚਰਚ ਹੈ ਉਹ ਇਸ ਗੱਲ ਨੂੰ ਅਲਾਉ ਕਰਦਾ ਵੀ ਤੁਸੀਂ ਇਹ ਕੰਮ ਕਰੋ। ਜੇ ਨਹੀਂ ਕਰਦੇ ਤੁਸੀਂ ਪਖੰਡ ਕਿਉਂ ਕਰਦੇ ਜਿੱਥੇ? ਸੋ ਇਹ ਗੁੰਡਾਗਰਦੀ ਤੇ ਪਾਸਟਰ ਪੁੱਟਰ ਨੂੰ ਉਤਰਨਾ ਨਹੀਂ ਚਾਹੀਦਾ। ਇਹ ਕੰਮ ਨਿਰੰਕਾਰੀਆਂ ਵਾਲਾ ਬਣਾ ਰਹੇ ਨੇ ਜਾਣਬੁੱਝ ਕੇ। ਨਿਰੰਕਾਰੀਆਂ ਨੇ ਇਹੋ ਕੰਮ ਕੀਤਾ ਸੀ, ਗੁਰੂ ਦਮ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਕੰਮ ਕੀਤਾ ਸੀ, ਤਾਂ ਨਤੀਜਾ ਕੀ ਨਿਕਲਿਆ ਸੀ? ਪੰਜਾਬ ਨੂੰ ਅੱਗ ਲੱਗੀ ਸੀ। ਹੁਣ ਦੋਸ਼ ਇਹ ਸਿੱਖਾਂ ਨੂੰ ਦੇਣਗੇ। ਅਸੀਂ ਬੇਨਤੀਆਂ ਕਰ ਲਈਆਂ ਨੇ ਪ੍ਰਸ਼ਾਸਨ ਨੂੰ ਵੀ, ਸਾਰਿਆਂ ਨੂੰ, ਹੁਣ ਫਿਰ ਕਰ ਦਿੰਦੇ ਆ ਸਰਕਾਰਾਂ ਨੂੰ ਵੀ ਇਹ ਕੰਮ ਜਿੰਨਾ ਚਿਰ ਨਾ ਰੁਕਿਆ ਤੇ ਸਾਨੂੰ ਤੇ ਇਦਾਂ ਰੁਕਣਾ ਪੈਣਾ। ਇੱਕ ਮੌਕੇ ਤੇ ਗੁਰੂ ਘਰਾਂ ਦੀ ਆਜ਼ਾਦੀ ਲਈ ਇਹਨਾਂ ਸੰਘਰਸ਼ ਕੀਤਾ, ਅੱਜ ਇਹ ਹਿੰਦੁਸਤਾਨ ਦੀ ਹਕੂਮਤ ਦੇ ਅਧੀਨ ਗੁਰੂ ਘਰਾਂ ਨੂੰ ਗੁਲਾਮ ਕਰੀ ਬੈਠੇ ਨੇ। ਸੋ ਮੇਰੇ ਖਿਆਲ ਨਾਲ ਸਿੱਖਾਂ ਨੂੰ ਗੁਰੂ ਘਰਾਂ ਦਾ ਪ੍ਰਬੰਧ ਵੀ ਆਪਣੇ ਹੱਥ 'ਚ ਲੈਣਾ ਚਾਹੀਦਾ ਹੈ, ਜਿਸ ਜਿੱਥੇ ਲੈ ਸਕਦੇ ਆ, ਤੇ ਇੱਕ ਬਹੁਤ ਵੱਡੇ ਸੰਘਰਸ਼ ਨੂੰ ਵਿੱਢਣ ਦੀ ਲੋੜ ਹੈ ਤਾਂ ਜੋ ਅਸੀਂ ਗੁਰੂ ਘਰਾਂ ਦੇ ਵਿੱਚ ਜਿਹੜਾ ਇਹ ਮਨਮਤ ਹੋ ਰਹੀ ਉਹਨੂੰ ਕੱਢ ਸਕੀਏ। ਕਿਸ ਤਰੀਕੇ ਨਾਲ ਮਿਲ ਸਕਦਾ? ਦੇਖੋ, ਕੌਮ ਨੂੰ ਲਾਮਬੰਦ ਹੋਣਾ ਚਾਹੀਦਾ, ਇਕੱਠੇ ਹੋ ਕੇ ਇੱਕ ਝੰਡੇ ਥੱਲੇ ਸੰਘਰਸ਼ ਕਰਨਾ ਚਾਹੀਦਾ, ਤੇ ਜਦੋਂ ਸੰਘਰਸ਼ ਕਰਾਂਗੇ ਤੇ ਰਾਜ ਭਾਗ ਦੀ ਪ੍ਰਾਪਤੀ ਲਈ ਜਦੋਂ ਯਤਨ ਕਰਾਂਗੇ, ਜਦੋਂ ਆਪਾਂ ਆਜ਼ਾਦੀ ਲਈ ਸੰਘਰਸ਼ ਕਰਾਂਗੇ ਉਦੋਂ ਹੀ ਇਨਸਾਫ ਮਿਲਣਾਗਾ। ਉੱਦਾਂ ਅੱਜ ਇਸ ਇੱਥੇ ਇਨਸਾਫ ਲੈ ਲਾਂਗੇ, ਕਿਤੇ ਹੋਰ ਬੇਦਮੀਆਂ ਕਿਹੜਾ ਰੋਕ ਰਹੀਆਂ ਨੇ? ਕੁਝ ਹੈ ਦਿਮਾਗ ਵਿੱਚ ਕਿਸ ਤਰੀਕੇ ਕਰਨਾ ਚਾਹੀਦਾ, ਕੀ ਕੁਝ ਕਰਨਾ ਚਾਹੀਦਾ? ਦੇਖੋ, ਜਿਹੜੇ ਜਥੇਬੰਦਕ ਤਰੀਕੇ ਦੇ ਨਾਲ ਤੇ ਸਾਨੂੰ ਪਿੰਡ ਜਾਣਾ ਚਾਹੀਦਾ। ਜਿਹੜਾ ਪਹਿਲੀ ਗੱਲ ਤੇ ਗੁਰੂ ਘਰਾਂ ਦੇ ਪ੍ਰਬੰਧ ਨੇ, ਨੌਜਵਾਨਾਂ ਨੂੰ ਹੰਬਲਾ ਮਾਰ ਕੇ ਗੁਰੂ ਸਾਹਿਬ ਦੀ ਜਿਹੜੀ ਹਜ਼ੂਰੀ ਦੇ ਵਿੱਚ ਪਹਿਰੇ ਤੇ ਰਹਿਣਾ ਚਾਹੀਦਾ ਵੀ ਕੋਈ ਪਹਿਲਾਂ ਬੇਦਬੀ ਹੋਵੇ ਨਾ, ਤੇ ਜੇ ਹੁੰਦੀ ਆ ਤੇ ਮੌਕੇ ਦੇ ਉੱਤੇ ਉਹਦਾ ਇਨਸਾਫ ਕਰਨਾ ਚਾਹੀਦਾ। ਕਿਉਂਕਿ ਅਸੀਂ ਕੋਰਟਾਂ ਦੇ ਵਿੱਚ ਇਹਨਾਂ ਨੇ ਵੇਖ ਲਿਆ, ਇਹ ਬੰਦੇ ਨੂੰ ਫੜਦੇ ਨੇ, ਬਾਅਦ 'ਚ ਪਾਗਲ ਕਹਿ ਕੇ ਛੱਡ ਦਿੰਦੇ ਨੇ ਉਸੇ ਵੇਲੇ। ਜੇ ਬਹੁਤੀ ਸਜ਼ਾ ਵੀ ਹੈ 295 ਇਹਦੇ ਵਿੱਚ 3 ਸਾਲ ਦੀ ਸਜ਼ਾ, ਉਹਦੀ ਜ਼ਮਾਨਤ ਨਾਲ ਹੋ ਜਾਂਦੀ ਹੈ। ਜਦੋਂ ਜ਼ਮਾਨਤੀ ਬੰਦੇ ਨੂੰ ਸਿਕਿਉਰਿਟੀ ਦਿੰਦੇ ਨੇ, ਇਹ ਐਸਾ ਰਾਜ ਹੈ ਜਿੱਥੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਬੰਦੇ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ। ਸੋ ਇਸ ਕਰਕੇ ਸਾਨੂੰ ਇਸ ਰਾਜ ਭਾਗ ਤੋਂ ਨਿਜਾਤ ਪਾਉਣੀ ਚਾਹੀਦੀ ਹੈ, ਇਨਸਾਫ ਫੇਰ ਹੀ ਮਿਲੇਗਾ। ਦੀਪ ਸਿੱਧੂ ਸਾਹਿਬ ਕਾਫੀ ਵਾਰ ਆਉਂਦੇ ਰਹੇ ਨੇ, ਇੱਥੇ ਬੈਠਦੇ ਰਹੇ ਨੇ,
ਤੁਸੀਂ ਪਹਿਲੀ ਵਾਰ ਆਏ ਹੋ ਤਾਂ ਕੋਈ ਗੱਲਬਾਤ ਹੋਈ ਇਸ ਰਿਗਾਰਡਿੰਗ ਕੀ ਕੁਝ ਹੋਇਆ? ਨਹੀਂ, ਅਸੀਂ ਪਹਿਲਾਂ ਇੱਕ ਦਿਨ ਆਏ ਸੀ ਇੱਥੇ ਜਿਹੜਾ ਬਾਈ ਦੀਪ ਸਿੱਧੂ ਤੇ ਇਸ ਮੋਰਚੇ ਨੂੰ ਸ਼ੁਰੂ ਕਰਨ ਵਾਲਿਆਂ ਚੋਂ ਸੀ। ਤੇ ਕੋਈ ਨਹੀਂ, ਮਹਾਰਾਜ ਕਿਰਪਾ ਕਰਨ ਆਉਂਦੇ ਰਵਾਂਗੇ, ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਇੱਥੇ ਹੀ ਹਾਂ। ਇਹ ਸਹਿਯੋਗ ਕਿਸ ਤਰੀਕੇ ਨਾਲ ਕਰੋਗੇ ਮੋਰਚੇ 'ਚ? ਸਹਿਯੋਗ ਜੀ, ਜਿੰਨਾ ਸਾਡੇ ਕੋਲ ਤੇ ਆਪਣਾ ਜੋ ਤਨ ਮਨ ਧਨ ਹੈਗਾ ਸਭ ਗੁਰੂ ਸਾਹਿਬ ਦੇ ਇਨਸਾਫ ਵਾਸਤੇ ਸਾਰਾ ਕੁਝ ਹੀ ਅਸੀਂ ਅਰਪਣ ਕਰਨ ਨੂੰ ਤਿਆਰ ਹਾਂ ਜਥੇਬੰਦੀ। ਇੱਕ ਪੰਜਾਬ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਸਾਈ ਮੱਤ ਨੂੰ ਲੈ ਕੇ, ਉਸ ਚੀਜ਼ ਬਾਰੇ ਕੀ ਕਹਿਣਾ ਚਾਹੁੰਦੇ? ਨਹੀਂ ਦੇਖੋ, ਇਹ ਮੈਨੂੰ ਸਮਝ ਨਹੀਂ ਆਉਂਦੀ ਵੀ ਆਪਾਂ ਇਸ ਸਵਾਲ ਦਾ ਜਵਾਬ ਕਿਉਂ ਦਈਏ, ਕਿਉਂਕਿ ਪਹਿਲਾਂ ਤੇ ਈਸਾਈ ਪਾਸਟਰਾਂ ਨੇ ਪਖੰਡ ਦਾ ਪਹਿਲਾਂ ਫੈਲਾਇਆ ਸਾਰੇ ਪੰਜਾਬ ਦੇ ਵਿੱਚ। ਜਦੋਂ ਉਹਨਾਂ ਦਾ ਵਿਰੋਧ ਹੋਣ ਲੱਗਾ ਉਦੋਂ ਅਚਾਨਕ ਉਹਨਾਂ ਦੇ ਬੇਅਦਬੀ ਹੋ ਜਾਂਦੀ ਹੈ ਮੂਰਤੀ ਦੀ। ਪਹਿਲੀ ਗੱਲ ਤੇ ਕ੍ਰਿਸਚਨਾਂ ਦੇ ਵਿੱਚ ਮੂਰਤੀ ਪ੍ਰਥਾ ਹੈ ਨਹੀਂ ਗੀ, ਉਹਨੂੰ ਇੱਦਾਂ ਬੇਅਦਬੀ ਵਗੋਂ ਪ੍ਰਚਾਰਨਾ ਗਲਤ ਗੱਲ ਹੈ। ਦੂਜੀ ਗੱਲ ਹੈ ਵੀ ਇਹ ਅਚਾਨਕ ਜਿਵੇਂ ਇੱਕ ਮੌਕੇ ਦੇ ਉੱਤੇ ਗਊਆਂ ਦੇ ਸਿਰ ਵੱਢ ਕੇ ਸੁੱਟੇ ਗਏ ਸੀ ਮੰਦਰਾਂ ਦੇ ਵਿੱਚ, ਇਹ ਮੈਨੂੰ ਲੱਗਦਾ ਵੀ ਜਿਹੜਾ ਹੁਣ ਕੌਮ ਉਹਨਾਂ ਦੇ ਵਿਰੋਧ 'ਚ ਉੱਠੀ ਹੈ, ਉਸ ਵਿਰੋਧ ਨੂੰ ਖਤਮ ਕਰਨ ਲਈ ਇਹੋ ਜਿਹਾ ਪਖੰਡ ਰਚਿਆ ਜਾ ਰਿਹਾ, ਇਹਦੀ ਜਾਂਚ ਹੋਣੀ ਚਾਹੀਦੀ ਹੈ। ਤੁਹਾਨੂੰ ਇਹ ਲੱਗਦਾ ਕਿ ਸਰ ਬੇਅਦਬੀ ਨਹੀਂ? ਨਹੀਂ, ਬੇਅਦਬੀ ਤਾਂ ਦੇਖੋ ਉਹ ਦੱਸਣ ਵੀ ਉਹਨਾਂ ਦੀ ਕਿਹੜੇ ਹਿਸਾਬ ਨਾਲ ਬੇਅਦਬੀ, ਆਪਣੇ ਧਰਮ ਨੂੰ ਡਿਫਾਈਨ ਕਰਨ। ਜਿਹੜਾ ਕੰਮ ਉਹ ਕਰ ਰਹੇ ਨੇ ਕਿ ਪਖੰਡ ਕਰਨਾ, ਜਾਦੂ ਮੰਤਰ ਕਰਨਾ, ਇਹ ਬੇਅਦਬੀ ਨਹੀਂ। ਜਦੋਂ ਵੈਟੀਕਨ ਸਿਟੀ ਨੇ ਮਨਾ ਕੀਤਾ ਹੋਇਆ ਤੇ ਬੇਅਦਬੀ ਤਾਂ ਸਭ ਤੋਂ ਵੱਡੀ ਉਹ ਆਪ ਕਰਦੇ ਨੇ ਰੋਜ਼ ਦਿਨ। ਤੇ ਜਦੋਂ ਰੋਜ਼ ਦਿਨ ਉਹ ਆਪਣੀ ਬੇਅਦਬੀ ਕਰ ਰਹੇ ਨੇ, ਗਰੀਬ ਸਿੱਖਾਂ ਨੂੰ ਵਰਗਲਾ ਕੇ, ਲਾਲਚ ਦੇ ਕੇ, ਡਰਾ ਕੇ ਤੇ ਧਰਮ ਤਬਦੀਲ ਕਰਦੇ ਨੇ, ਕੀ ਇਹ ਬੇਅਦਬੀ ਨਹੀਂ? ਜਦੋਂ ਇਹਨਾਂ ਦਾ ਪੋਪ ਕਹਿੰਦਾ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ, ਸਗੋਂ ਜਿਹੜੇ ਸਿੱਖਾਂ ਨੇ ਵਿਰੋਧ ਕੀਤਾ ਹੈ ਉੱਥੇ, ਜਿਹੜੇ ਸਿੱਖਾਂ ਨੇ ਇਹਨਾਂ ਦਾ ਪਖੰਡ ਰੋਕਿਆ, ਉਹ ਸਿੱਖ ਤੇ ਸਗੋਂ ਉਹਨਾਂ ਨੂੰ ਧੰਨਵਾਦ, ਜਿਹੜੇ ਸੱਚੇ ਈਸਾਈ ਨੇ ਉਹਨਾਂ ਨੂੰ ਧੰਨਵਾਦ ਕਰਨਾ ਚਾਹੀਦਾ ਸਿੱਖਾਂ ਦਾ। ਜਿਵੇਂ ਤੁਸੀਂ ਕਿਹਾ ਕਿ ਪੋਪ ਕਹਿੰਦਾ ਕਿ ਨਹੀਂ ਹੋਣਾ ਚਾਹੀਦਾ, ਪਰ ਉਹਨਾਂ ਦੇ ਪਿੱਛੇ ਕੌਣ ਆ ਜਿਹੜਾ ਇਹ ਕਰਵਾ ਰਿਹਾ ਪੰਜਾਬ ਦੇ? ਇਹ ਹਿੰਦੁਸਤਾਨ ਦੀ ਹਕੂਮਤ ਦੀ ਸ਼ਹਿਰ ਤੇ ਸਾਰਾ ਕੁਝ ਹੋ ਰਿਹਾ, ਕਿਉਂਕਿ ਇੱਥੋਂ ਸਿੱਖਾਂ ਦੀ ਆਬਾਦੀ ਨੂੰ ਘਟਾ ਕੇ ਤੇ ਪੰਜਾਬ ਇੱਕੋ ਇੱਕ ਸੂਬਾ ਹੈ ਜਿਹੜਾ ਪਹਿਲਾਂ ਤੇ ਇਹਦੀ ਵੰਡ 47 ਚ ਹੋਈ, ਫਿਰ 65 ਦੇ ਵਿੱਚ 66 ਦੇ ਵਿੱਚ ਸੂਬਿਆਂ ਵਜੋਂ ਹੋਈ। ਹੁਣ ਇੱਥੇ ਸਿੱਖਾਂ ਦੀ ਇੱਕ ਦੇ ਪਾਸੇ ਮਾਈਗ੍ਰੇਸ਼ਨ ਬਹੁਤ ਵੱਡੇ ਪੱਧਰ ਤੇ ਹੋ ਰਹੀ, ਜਿਹੜੇ ਇੱਥੇ ਬਚ ਰਹੇ ਆ ਉਹਨਾਂ ਨੂੰ ਈਸਾਈ ਬਣਾ ਕੇ ਤੇ ਸਿੱਖਾਂ ਦੀ ਆਬਾਦੀ ਨੂੰ ਖਤਮ ਕਰਨ ਦਾ ਧਈਆ ਹੈ। ਕਦੇ ਪੰਜਾਬ ਦੇ ਵਿੱਚ ਸਿੱਖ ਵਰਸਸ ਹਿੰਦੂ, ਕਦੇ ਸਿੱਖ ਵਰਸਸ ਮੁਸਲਮਾਨ, ਹਿੰਦੂ ਵਰਸਸ ਮੁਸਲਮਾਨ, ਇਦਾਂ ਦਾ ਬਹੁਤ ਕੁਝ ਚੱਲ ਰਿਹਾ। ਇਸ ਵਾਰ ਈਸਾਈ ਵਰਸਸ ਸਿੱਖ ਬਣ ਰਿਹਾ। ਨਹੀਂ, ਇਹ ਹਕੂਮਤ ਹੀ ਬਣਾ ਰਹੀ ਹੈ ਨਾ, ਇਹ ਤੇ ਉਹਨਾਂ ਨੂੰ ਸਮਝਣਾ ਚਾਹੀਦਾ ਜਿਹੜੇ ਸਿੱਖਾਂ ਦੇ ਖਿਲਾਫ ਖੜੇ। ਸਿੱਖਾਂ ਨੇ ਹਮੇਸ਼ਾ ਪੰਜਾਬ ਲਈ ਸੰਘਰਸ਼ ਕੀਤਾ ਹੈ। ਜਿਹੜੇ ਲੋਕ ਸਿੱਖਾਂ ਦੇ ਖਿਲਾਫ ਖੜੇ ਹੁੰਦੇ ਨੇ ਜਾਣਬੁੱਝ ਕੇ, ਉਹ ਪੰਜਾਬ ਵਿਰੋਧੀ ਵੀ ਨੇ ਤੇ ਉਹ ਇੱਥੋਂ ਦੀ ਧਰਤੀ ਦੇ ਵੀ ਵਿਰੋਧੀ ਨੇ। ਈਸਾਈਆਂ ਨੇ ਅੱਜ ਤੱਕ ਕੋਈ ਮੋਰਚਾ ਲਾਇਆ ਪੰਜਾਬ ਦੇ ਹੱਕਾਂ ਦੇ ਵਿੱਚ? ਨਾ ਹਿੰਦੂਆਂ ਨੇ ਲਾਇਆ, ਨਾ ਮੁਸਲਮਾਨਾਂ ਨੇ ਲਾਇਆ। ਸੋ ਜਿਨ੍ਹਾਂ ਨੇ ਮੋਰਚੇ ਲਾਏ ਨੇ, ਜਿਨ੍ਹਾਂ ਨੇ 500 ਸਾਲ ਤੋਂ ਆਪਣਾ ਲਹੂ ਡੋਲਿਆ, ਜਦੋਂ ਉਹ ਸੰਘਰਸ਼ ਕਰਨ ਨੂੰ ਉੱਠਦੇ ਨੇ, ਜਦੋਂ ਆਜ਼ਾਦੀ ਦੀ ਗੱਲ ਕਰਦੇ ਨੇ, ਇਹ ਸਾਡੇ ਖਿਲਾਫ ਖੜੇ ਹੋ ਜਾਂਦੇ ਨੇ। ਸੋ ਇਹ ਤੇ ਇਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਹਾਡੇ ਦਿਲ 'ਚ ਹੈ ਕੀ ਅਸਲ ਦੇ ਵਿੱਚ? ਸਿੱਖ ਤਾਂ ਕਿਸੇ ਦੀ ਬੇਅਦਬੀ ਨਹੀਂ ਕਰਦੇ ਜਾ ਕੇ। ਪਰ ਕਿਸੇ ਦੇ ਪ੍ਰੋਗਰਾਮ ਜਾ ਕੇ ਵਿਘਨ ਪਾਉਣਾ ਇਹ ਠੀਕ ਆ? ਨਹੀਂ, ਪ੍ਰਸ਼ਾਸਨ ਨਾਲ ਲਈ ਜਾ ਸਕਦੇ ਸੀ ਉਹ। ਤੁਹਾਨੂੰ ਕਾਨੂੰਨ ਦਾ ਐਕਟ ਪਤਾ ਹੈ ਵੀ ਮੈਜਿਕ ਦੇ ਤਰੀਕੇ ਨਾਲ ਲੋਕਾਂ ਨੂੰ ਭਰਮਾਉਣਾ ਇਹ ਗਲਤ ਹੈ। ਸਪੀਕਰ ਲਾਉਣੇ, ਪ੍ਰੋਗਰਾਮ ਕਰ ਰਹੇ ਸੀ ਉੱਥੇ ਸਿੱਖ ਜਥੇਬੰਦੀਆਂ ਗਈਆਂ, ਉਹਨਾਂ ਨੇ ਪ੍ਰੋਗਰਾਮ 'ਚ ਵਿਘਨ ਪਾਇਆ। ਨਹੀਂ, ਇਹ ਤੁਸੀਂ ਉੱਥੇ ਦੀ ਜਾਂਚ ਕਰੋ ਗਰਾਊਂਡ ਲੈਵਲ ਦੇ ਉੱਤੇ ਜਾ ਕੇ, ਤੁਹਾਡਾ ਮੀਡੀਆ ਦਾ ਕੰਮ ਹੈ। 6 ਮਹੀਨੇ ਤੋਂ ਪਿੰਡ ਵਾਲੇ ਬੇਨਤੀ ਕਰ ਰਹੇ ਨੇ ਵੀ ਇੱਥੇ ਸਪੀਕਰ ਲਾ ਕੇ ਗੰਦ ਨਾ ਪਾਓ, ਉਹ ਨਹੀਂ ਟਲੇ। ਉਹਨਾਂ ਨੇ ਉੱਥੇ ਪਖੰਡ ਕੀਤਾ ਹੈ। ਉਹ ਤੁਹਾਨੂੰ ਲੱਗਦਾ ਮਰੇ ਬੰਦੇ ਜੀਨੇ ਹੁੰਦੇ? ਮੀਡੀਆ ਦਾ ਇਹ ਕੰਮ ਹੈ ਵੀ ਤੁਸੀਂ ਜਾਓ ਉੱਥੇ ਮਰਿਆ ਬੰਦਾ ਲਾਸ਼ ਲੈ ਜਾਓ ਹਸਪਤਾਲ 'ਚੋਂ, ਉਹਨਾਂ ਕੋਲ ਕਰੋ ਜਿੰਦੀ ਨੂੰ। ਤੁਹਾਡਾ ਕੰਮ ਇਹ ਹੈ। ਜੇ ਕੋਈ ਵੀਡੀਓ ਸਾਹਮਣੇ ਆਉਂਦੀ ਆ ਤਾਂ ਪੁਲਿਸ ਪ੍ਰਸ਼ਾਸਨ ਉਦੋਂ ਕੰਮ ਕਰੂਗਾ ਜਦੋਂ ਤੁਸੀਂ ਕੰਮ ਕਰੋਗੇ ਬਕਾਇਦਾ ਗਰਾਊਂਡ ਤੇ ਇਨਵੈਸਟੀਗੇਸ਼ਨ। ਮੀਡੀਆ ਦਾ ਕੰਮ ਇਹ ਨਹੀਂ ਹੁੰਦਾ ਵੀ ਮਗਰੋਂ ਜਾ ਕੇ ਕੰਮ ਕਰਨਾ। ਜਿਹੜੀ ਗਰਾਊਂਡ ਲੈਵਲ ਦੀ ਇਨਵੈਸਟੀਗੇਟਿੰਗ ਮੀਡੀਆ ਨਾ, ਜਿਹੜਾ ਉਹਦਾ ਫਰਜ਼ ਇਹ ਹੁੰਦਾ ਹੈ ਵੀ ਜਾ ਕੇ ਜਾਂਚ ਕਰਨੀ, ਬਕਾਇਦਾ ਸੱਚ ਨੂੰ ਸਾਹਮਣੇ ਲੈ ਕੇ ਆਉਣਾ। ਵੀਡੀਓ ਉਹਨਾਂ ਦੀ ਆਪਣੀਆਂ ਚੈਨਲ ਤੇ ਪਈਆਂ ਤੇ ਹਜ਼ਾਰਾਂ ਕਿੰਨੇ ਲੋਕਾਂ ਦੀ ਵੀਡੀਓ ਉਹਨਾਂ ਕੋਲ ਆਉਂਦੀਆਂ, ਪੁਲਿਸ ਪ੍ਰਸ਼ਾਸਨ ਵੀ ਦੇਖਦਾ ਹੈ, ਸਰਕਾਰਾਂ ਵੀ ਦੇਖ ਰਹੀਆਂ ਨੇ, ਪਰ ਕੋਈ ਐਕਸ਼ਨ ਨਹੀਂ ਹੋ ਰਿਹਾ। 3-3 ਸਾਲ ਪੁਰਾਣੀਆਂ ਵੀਡੀਓ ਦੇਖੋ, ਡੈਮੋਕ੍ਰੇਸੀ ਦੇ 3 ਪਿਲਰ ਨੇ, ਜਸਟਿਸ ਸਿਸਟਮ ਵੀ ਹੈ, ਮੀਡੀਆ ਵੀ ਹੈ। ਉਹਦੇ 'ਚ ਮੀਡੀਆ ਦਾ ਰੋਲ ਕੀ ਹੈ? ਤੁਸੀਂ ਜਦੋਂ ਆਪਣਾ ਰੋਲ ਛੱਡੋਗੇ, ਬਾਈ ਚਾਂਸ, ਮੈਂ ਕ੍ਰਿਟੀਸਾਈਜ਼ ਨਹੀਂ ਕਰ ਰਿਹਾ ਕਿਸੇ ਪਾਰਟਿਕੂਲਰ ਮੀਡੀਆ ਨੂੰ, ਮੈਂ ਇਹ ਕਹਿ ਰਿਹਾ ਵੀ ਜਿਹੜਾ ਜਰਨਲਿਜ਼ਮ ਹੈ ਉਹਦੀ ਪਰਿਭਾਸ਼ਾ ਜਦੋਂ ਅਸੀਂ ਭੁੱਲਾਂਗੇ, ਘਟਨਾ ਤੋਂ ਬਾਅਦ ਸਾਰੇ ਬੰਦੇ ਪਹੁੰਚ ਜਾਂਦੇ ਨੇ। ਜਿਹੜਾ ਪਖੰਡ ਹੋ ਰਿਹਾ ਇੱਥੇ, ਇੱਕ ਇਨਵੈਸਟੀਗੇਟਿਵ ਰਿਪੋਰਟ ਦਿਖਾ ਦਿਓ ਮੈਨੂੰ ਤੁਸੀਂ, ਕਿੰਨੇ ਸਾਲਾਂ ਤੋਂ ਇਹ ਪਖੰਡ ਚੱਲ ਰਿਹਾ ਪੰਜਾਬ ਦੇ ਵਿੱਚ। ਤੇ ਜਿਹੜੇ ਲੋਕਾਂ ਨੂੰ ਇਹ ਇੱਕ ਕਿਸਮ ਦਾ ਹਿਮਿਲੇਸ਼ਨ ਲੋਕਾਂ ਦੀ ਹੋ ਰਹੀ ਹੈ, ਮੈਨੀਪੂਲੇਸ਼ਨ ਹੋ ਰਹੀ ਹੈ, ਲੋਕਾਂ ਨੂੰ ਝੂਠ ਦੇ ਤਰੀਕੇ ਨਾਲ। ਆਪਣੇ ਸਿੱਖਾਂ ਨੇ ਡੇਰੇਵਾਦ ਦਾ ਵੀ ਵਿਰੋਧ ਕੀਤਾ, ਪਖੰਡ ਦੇ ਹੈ ਤੇ ਉਹ ਪਖੰਡ ਕਰਦੇ ਸੀ ਨਾ ਸਿੱਖੀ ਦੇ ਨਾਂ ਹੇਠ। ਸਿੱਖਾਂ ਨੇ ਉਹਨਾਂ ਨੂੰ ਵੀ ਹਟਾਇਆ, ਬੰਦ ਕਰਾਏ ਡੇਰੇ। ਤੇ ਜੇ ਸਿੱਖ ਇਹਨਾਂ ਨੂੰ ਕਰ ਰਹੇ ਨੇ ਤੇ ਪਖੰਡ ਦਾ ਕਰਕੇ ਕਰ ਰਹੇ ਨੇ। ਹੋਰ ਤੁਸੀਂ ਦੱਸੋ ਵੀ ਜਿਹੜਾ ਈਸਾਈਅਤ ਦਾ ਧਰਮ ਹੈ ਸਾਡੇ ਨਾਲ ਬੈਠ ਜਾਣ ਕਿਤੇ ਇਹਨਾਂ ਦੇ ਪਾਸਟਰ ਆੜ ਕੇ, ਇਹ ਦੱਸਣ ਵੀ ਇਹਨਾਂ ਦੇ ਇਹ ਧਰਮ ਦੇ ਵਿੱਚ ਇਹ ਕਿੱਥੋਂ ਲਿਖਿਆ ਵੀ ਇਹ ਕੰਮ ਕਰਨੇ। ਉਹਨਾਂ ਦੇ ਪਾਸਟਰ ਦਾ ਬਿਆਨ ਆਇਆ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਇਦਾਂ ਕਰੋਗੇ ਤੇ ਬਾਹਰ ਬਹੁਤ ਸਾਰੇ ਗੁਰਦੁਆਰੇ ਹੈਗੇ, ਤੁਹਾਨੂੰ ਉਹਨੂੰ ਕਹੋ ਵੀ ਬਾਹਰ ਜਦੋਂ ਤੁਹਾਡਾ ਪੋਪ ਕਹਿੰਦਾ ਵੀ ਤੁਸੀਂ ਪਖੰਡ ਕਰ ਰਹੇ ਜੋ, ਉਹਨੂੰ ਕਹੇ ਧਮਕੀ ਹੈ ਸਾਨੂੰ? ਅਸੀਂ ਬਾਹਰ ਜਾ ਕੇ ਕਿਸੇ ਦਾ ਧਰਮ ਤਬਦੀਲ ਕੀਤਾ? ਅਸੀਂ ਆਪਣੀ ਮਿਹਨਤ ਨਾਲ ਉੱਥੇ ਜਾ ਕੇ ਹੱਕ ਲਏ ਨੇ। ਅਸੀਂ ਲੋਕਾਂ ਨੂੰ ਪੈਸੇ ਦੇ ਕੇ ਸਿੱਖ ਬਣਾਇਆ ਕਦੀ ਕਿਸੇ ਨੂੰ? ਗੋਰੇ ਸਾਡੇ ਇਹੋ ਜਿਹਾ ਕੁਝ ਹੈ ਵੀ ਨਹੀਂ, ਲਾਲਚ ਨਾਲ। ਤੇ ਫਿਰ ਇਹਨਾਂ ਨੂੰ ਸਮਝਣਾ ਚਾਹੀਦਾ ਵੀ ਇੱਕ ਤੇ ਚੋਰੀ ਤੋਂ ਸੀਨਾ ਚੋਰੀ ਹੈ ਇਹਨਾਂ ਦੀ। ਇਹ ਕਦੀਆਂ ਧਮਕੀਆਂ ਹੋ ਕੇ ਬਾਹਰ ਦੇ ਸਿੱਖਾਂ ਨੂੰ ਇਦਾਂ ਕਰਦੇ ਹੈਗੇ? ਉਹਨੂੰ ਕਹ ਪਹਿਲਾਂ ਤੁਸੀਂ ਇਹ ਦਿਖਾਓ ਵੀ ਤੁਹਾਡਾ ਜਿਹੜਾ ਮੇਨ ਵੈਟੀਕਨ ਸਿਟੀ ਦਾ ਚਰਚ ਹੈ ਉਹ ਇਸ ਗੱਲ ਨੂੰ ਅਲਾਉ ਕਰਦਾ ਵੀ ਤੁਸੀਂ ਇਹ ਕੰਮ ਕਰੋ। ਜੇ ਨਹੀਂ ਕਰਦਾ ਤੁਸੀਂ ਪਖੰਡ ਕਿਉਂ ਕਰਦੇ ਜਿੱਥੇ? ਸੋ ਇਹ ਗੁੰਡਾਗਰਦੀ ਤੇ ਪਾਸਟਰ ਪੁੱਟਰ ਨੂੰ ਉਤਰਨਾ ਨਹੀਂ ਚਾਹੀਦਾ।
ਇਹ ਕੰਮ ਨਿਰੰਕਾਰੀਆਂ ਵਾਲਾ ਬਣਾ ਰਹੇ ਨੇ ਜਾਣਬੁੱਝ ਕੇ। ਨਿਰੰਕਾਰੀਆਂ ਨੇ ਇਹੋ ਕੰਮ ਕੀਤਾ ਸੀ, ਗੁਰੂ ਧਾਮ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਕੰਮ ਕੀਤਾ ਸੀ, ਤਾਂ ਨਤੀਜਾ ਕੀ ਨਿਕਲਿਆ ਸੀ? ਪੰਜਾਬ ਨੂੰ ਅੱਗ ਲੱਗੀ ਸੀ। ਹੁਣ ਦੋਸ਼ ਸਿੱਖਾਂ ਨੂੰ ਦੇਣਗੇ। ਅਸੀਂ ਬੇਨਤੀਆਂ ਕਰ ਲਈਆਂ ਨੇ ਪ੍ਰਸ਼ਾਸਨ ਨੂੰ ਵੀ, ਸਾਰਿਆਂ ਨੂੰ, ਹੁਣ ਫਿਰ ਕਰ ਦਿੰਦੇ ਆ ਸਰਕਾਰਾਂ ਨੂੰ ਵੀ ਇਹ ਕੰਮ ਜਿੰਨਾ ਚਿਰ ਨਾ ਰੁਕਿਆ ਤੇ ਸਾਨੂੰ ਤੇ ਇਦਾਂ ਰੁਕਣਾ ਪੈਣਾ। 150 ਤੇ 295 ਦਾ ਪਰਚਾ ਲੱਗਿਆ, ਕੀ ਕਹਿਣਾ ਚਾਹੋਗੇ ਉਹਨਾਂ ਬਾਰੇ? ਨਹੀਂ, ਇਹ ਤੇ ਧੱਕਾ ਬਹੁਤ ਹੋਇਆ ਜਾਂ ਸਹੀ ਹੋਇਆ? ਨਹੀਂ, ਪਰਚੇ ਤੇ ਦੇਖੋ ਸਿੱਖਾਂ ਦੇ ਉੱਤੇ ਜਿਹੜਾ ਪਰਚੇ ਜੰਮਦੇ ਹੋ ਜਾਂਦੇ ਨੇ। ਹਿੰਦੁਸਤਾਨ ਦਾ ਸੰਵਿਧਾਨ ਕਹਿੰਦਾ ਵੀ ਸਿੱਖ ਸਿੱਖ ਨਹੀਂ ਗਾ, ਉਹ ਵੀ ਇੱਕ ਪਰਚਾ ਹੈ ਜੀ। 25-20 ਧਾਰਾ ਜਿਹੜੀ ਹੈ ਇਹ ਡਿਫਾਈਨ ਕਰਦੀ ਵੀ ਸਿੱਖ ਸਿੱਖ ਨਹੀਂ, ਇਹ ਪਰਚਾ ਨਹੀਂ ਸਿੱਖਾਂ ਦੇ ਉੱਤੇ। ਪਰਚਿਆਂ ਪੁਰਚਿਆਂ ਦੀ ਕੋਈ ਪਰਵਾਹ ਨਹੀਂ, ਜਦੋਂ ਸਿਰ ਦੇਣ ਦੀ ਗੱਲ ਹੋਵੇ ਪਰਚਾ ਕੀ ਕਰੂ ਉੱਥੇ? ਸਾਡਾ ਕੰਮ ਹੈ ਪਖੰਡ ਨੂੰ ਰੋਕਣਾ, ਗੁਰੂ ਸਾਹਿਬ ਦੀ ਧਰਤੀ ਦੇ ਉੱਤੇ ਇਹ ਕੰਮ ਅਸੀਂ ਨਹੀਂ ਹੋਣ ਦੇਣਾ। ਪਰਚਾ ਕਰਨਾ, ਪਰਚਾ ਕਰ ਦੇਣ, ਫਾਂਸੀ ਟੰਗਣਾ, ਗੋਲੀਆਂ ਅੱਗੇ ਕਿਹੜੇ ਥੋੜੇ ਮਾਰੇ ਨੌਜਵਾਨ ਤੇ ਲੱਖਾਂ ਦੇ ਨੌਜਵਾਨ ਇਹਨਾਂ ਨੇ ਮੁਕਾਬਲਿਆਂ 'ਚ ਮਾਰ ਦਿੱਤੇ ਨੇ। ਕੋਸ਼ਿਸ਼ ਸੱਚ ਸਿੱਖ ਉਹਨਾਂ ਦੇ ਹੱਕ 'ਚ ਖੜਦੇ ਹੋ, ਕਹਿੰਦੇ ਕਿ ਗਲਤ ਕੀਤਾ ਸਾਡੇ ਬੰਦਿਆਂ ਨੇ, ਇਦਾਂ ਨਹੀਂ ਕਰਨਾ ਚਾਹੀਦਾ, ਬੈਠ ਕੇ ਗੱਲ ਕਰ ਸਿੱਖਾਂ ਲੈਂਦੇ। ਦੀ ਗੁਲਾਮ ਮਾਨਸਿਕਤਾ ਹੈ, ਕਈਆਂ ਦੀ 150 ਸਾਲ ਦੀ ਗੁਲਾਮੀ ਨੂੰ ਉਹਦਾ ਦਿਮਾਗ ਇਹ ਕਰ ਦਿੱਤਾ ਹੈ ਵੀ ਉਹਨਾਂ ਨੂੰ ਇਹ ਨਹੀਂ ਸਮਝ ਆਉਂਦਾ ਵੀ ਇਹ ਸਟੇਜਾਂ ਤੋਂ ਖੜ ਕੇ ਸਾਡੇ ਗੁਰੂਆਂ ਨੂੰ ਸ਼ੈਤਾਨ ਤੱਕ ਕਹਿ ਦਿੰਦੇ ਨੇ ਹੈ। ਇਹ ਕਹਿੰਦੇ ਨੇ ਗੁਰਦੁਆਰਾ ਸਾਹਿਬ ਜਾ ਕੇ ਪ੍ਰਸ਼ਾਦ ਨਾ ਲਾਓ, ਸਿੱਖਾਂ ਨੂੰ ਭਰਮਾਉਂਦੇ ਨੇ ਵੀ ਉਹ ਸ਼ੈਤਾਨ ਦਾ ਘਰ ਹੈ, ਉੱਥੇ ਪ੍ਰਸ਼ਾਦ ਨਹੀਂ ਤੁਸੀਂ ਛਕਣਾ। ਤੇ ਇਹ ਜਿਹੜੇ ਸਿੱਖ ਉਹਨਾਂ ਦੀ ਹਮਾਇਤ 'ਚ ਖੜੇ ਨੇ, ਇਹਨਾਂ ਨੂੰ ਪੁੱਛੋ ਵੀ ਕਦੋਂ ਟਲਣਾ, ਜਦੋਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਪਾ ਲਿਆ ਉਹਨਾਂ ਨੇ, ਫਿਰ ਤੁਸੀਂ ਪਛਤਾਓਗੇ। ਇਹ ਉਹ ਹਾਲ ਹੈ ਜਿਵੇਂ ਦਿੱਲੀ ਦੇ ਸਿੱਖ ਇੱਕ ਮੌਕੇ 84 ਤੋਂ ਪਹਿਲਾਂ ਕਹਿੰਦੇ ਸੀ ਵੀ ਇੱਥੇ ਭਿੰਡਰਾਂਵਾਲਾ ਬਹੁਤ ਗਲਤ ਕਰ ਰਿਹਾ ਸੰਤ ਜੀ, ਤੇ ਬਾਅਦ ਜਦੋਂ ਆਪਣੇ ਘਰਾਂ 'ਚ ਅੱਗ ਲੱਗੀ ਤੇ ਫਿਰ ਪਤਾ ਲੱਗਾ। ਇਹਨਾਂ ਨੂੰ ਉਦੋਂ ਸਮਝ ਆਉਣੀ ਹੈ ਜਦੋਂ ਇਹਨਾਂ ਦੀ ਦਾੜੀ ਨੂੰ ਹੱਥ ਪੈ ਗਏ। ਐਸਜੀਪੀਸੀ ਰੋਲ ਨੂੰ ਕਿਵੇਂ ਦੇਖਦੇ ਪੂਰੇ ਘਟਨਾਕ੍ਰਮ? ਐਸਜੀਪੀਸੀ ਦਾ ਰੋਲ ਦੇਖੋ ਜੀ, ਇਹਦੇ 'ਚ ਨਾ ਨਹੀਂ ਰਿਹਾ। ਐਰਕਾਂ ਚਲੋ ਜਥੇਦਾਰ ਸਾਹਿਬ ਦਾ ਬਿਆਨ ਆਇਆ, ਪਰ ਜਿਹੜਾ ਐਸਜੀਪੀਸੀ ਨੂੰ ਕੰਮ ਕਰਨਾ ਚਾਹੀਦਾ ਸੀ ਉਹ ਹੁਣ ਦੇਰ ਆਏ ਦੋਸਤ ਆਏ, ਕੰਮ ਤੇ ਉਹਨੂੰ ਕਰ ਲੈਣਾ। ਅਜੇ ਵੀ ਕਹਿੰਦੇ ਡੁੱਲੇ ਬੇਰਾਂ ਦਾ ਕੱਖ ਨਹੀਂ ਵਿਗੜਿਆ। ਇਹ ਕੰਮ ਹੁਣੇ ਛੇਤੀ ਸ਼ੁਰੂ ਕਰ ਦੇਣ ਚੰਗੀ ਗੱਲ ਹੈ, ਨਹੀਂ ਤੇ ਫਿਰ ਬਾਅਦ 'ਚ ਐਸਜੀਪੀਸੀ ਵੀ ਅਸੀਂ ਵੇਖਾਂਗੇ ਵੀ ਇਹਨਾਂ ਦਾ ਵੀ ਕੀ ਹਿਸਾਬ ਦਾ ਕਿਹੜੇ ਪਾਸੇ ਕੱਢਣਾ। ਲੱਗਦਾ ਹੈ ਕਿ ਸਿੱਖ ਧਰਮ ਦਾ ਪ੍ਰਚਾਰ ਕਰਨ 'ਚ ਕਿਤੇ ਐਸਜੀਪੀਸੀ ਪਿੱਛੇ ਰਹਿ ਗਈ? ਆਹ ਤੇ ਰਹੀ ਹੈ ਤੇ ਪਿੱਛੇ, ਇਹਦੇ ਤੇ ਕੋਈ ਸਵਾਲ ਵਾਲੀ ਗੱਲ ਹੀ ਨਹੀਂ ਹੈਗੀ। ਵੈਸੇ ਪੰਜਾਬ ਦੇ ਵਿੱਚ ਪ੍ਰਚਾਰਕਾਂ ਦੀ ਗਿਣਤੀ ਬਹੁਤ ਸਾਰੀ ਵੱਡੀ ਹੈਗੀ ਆ। ਜੇ ਜਹਾਜ਼ਾਂ ਦਾ ਵੀਜ਼ਾ ਲੈ ਕੇ ਬਾਹਰਲੇ ਦੇਸ਼ਾਂ 'ਚ ਜਾਣਾ ਹੋਵੇ ਤਾਂ ਪ੍ਰਚਾਰਕ ਮਿੰਟ 'ਚ ਚਲੇ ਜਾਂਦੇ ਆ। ਕਿ ਫਿਰ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ ਉਹਨਾਂ ਖੇਤਰਾਂ ਦੇ ਵਿੱਚ ਜਾ ਕੇ ਜਿੱਥੇ ਗਰੀਬ ਲੋਕ ਵਸਦੇ। ਪ੍ਰਚਾਰਕਾਂ ਨੂੰ ਪਹਿਲਾਂ ਤੇ ਆਪ ਗੁਰੂ ਤੇ ਭਰੋਸਾ ਕਰਨਾ ਚਾਹੀਦਾ ਅਤੇ ਪ੍ਰਚਾਰਕ ਤੇ ਤਰਕ ਦੀ ਖੇਡ ਖੇਡਦੇ ਨੇ। ਜਿੱਥੇ ਜਾਂਦੇ ਨੇ ਕਦੇ ਬਾਣੀ ਦੇ ਕਿੰਤੂ, ਕਦੇ ਮਰਿਆਦਾ ਦੇ ਕਿੰਤੂ, ਕਦੇ ਕਿਸੇ ਚੀਜ਼ ਤੇ ਕਿੰਤੂ। ਇਹ ਜੇ ਕਿਤੇ ਮਰਗ ਤੇ ਚੱਲ ਜਾਣ ਉੱਥੇ ਕਹਿੰਦੇ ਮੁਰਦਾ ਨਵਾਇਆ ਕਿਉਂ ਤੁਸੀਂ? ਇਹਨਾਂ ਦੀ ਸੋਚ ਤੇ ਇੱਥੇ ਖੜ ਗਏ ਵੀ ਆਪਸੀ ਵਿਵਾਦ ਵਾਲੇ ਇਹ ਬਾਣੀਏ ਤੁਕਾਂ ਵੀ ਉਹ ਯਾਦ ਕਰੀ ਫਿਰਦੇ ਨੇ ਜਿਹੜੀਆਂ ਵਿਵਾਦ ਪੈਦਾ ਕਰਦੀਆਂ ਨੇ ਹੈ, ਜਿਹੜੀਆਂ ਤੁਕਾਂ ਤੇ ਦੂਜੇ ਨੂੰ ਸਵਾਲ ਖੜਾ ਕਰਦੇ ਨੇ। ਸੋ ਇਹਨਾਂ ਪ੍ਰਚਾਰਕਾਂ ਨੂੰ ਪਹਿਲਾਂ ਤੇ ਇਹ ਸਮਝਣਾ ਚਾਹੀਦਾ ਵੀ ਪਹਿਲਾਂ ਤੇ ਤੁਸੀਂ ਗੁਰੂ ਤੇ ਭਰੋਸਾ ਕਰਨਾ ਸਿੱਖੋ, ਫਿਰ ਤੁਸੀਂ ਪ੍ਰਚਾਰ ਕਰਨ ਜੋਗੇ ਹੋਵੋਗੇ। ਕਦੀ ਤੁਸੀਂ ਸੁਣਿਆ ਪਿਛਲੇ 10 ਸਾਲਾਂ 'ਚ ਕਿ ਪ੍ਰਚਾਰਕ ਨੂੰ ਕਹਿੰਦੇ ਪਿਆਓ ਗੁਰੂ ਤੇ ਲੜ ਲੱਗੋ, ਅੰਮ੍ਰਿਤ ਛਕੋ? ਵਿਵਾਦ ਪੈਦਾ ਕਰਨ ਤੋਂ ਪ੍ਰਚਾਰਕ ਬਿਨਾਂ ਹੋਰ ਕਰ ਕੀ ਰਹੇ ਨੇ? ਕੁਛ ਚਾਹੁੰਦਾ ਪ੍ਰਚਾਰਕ ਨਹੀਂ ਗਿਣਤੀ ਨਹੀਂ ਠੱਲ ਸਕਦੇ ਆਪਾਂ। ਨਹੀਂ, ਅਸੀਂ ਸਾਰਿਆਂ ਨੂੰ ਤਾਂ ਕਹਿ ਹੀ ਨਹੀਂ ਰਹੇ ਜੀ। ਇਹ ਤੇ ਚੋਰ ਦੀ ਦਾਣੀ 'ਚ ਤਿਨਕੇ ਵਾਲੀ ਗੱਲ ਹੋਊ। ਜਿਹੜਾ ਸਮਝ ਲੂ ਜੀ, ਜਿਹੜਾ ਕੋਈ ਇਹਦਾ ਰੌਲਾ ਪਾਊ, ਜਿਹੜਾ ਸੱਚਾ ਪ੍ਰਚਾਰਕ ਹੈ ਗੁਰੂ ਦਾ, ਉਹਨੂੰ ਤੇ ਇਹ ਗੱਲ ਦਾ ਗੁੱਸਾ ਕੋਈ ਨਹੀਂ। ਜਿਹੜਾ ਝੂਠਾ ਹੈ ਉਹਨੂੰ ਫਿਰ ਲੱਗੂ ਗੁੱਸਾ ਤੇ ਲੱਗੀ ਜਾਵੇ ਸਾਡੇ ਨੂੰ। ਫਿਰ ਇਹ ਚੀਜ਼ ਦਾ ਮਤਲਬ ਵਿਤਕਰਾ ਹੋ ਰਿਹਾ ਕਿ ਗਰੀਬ ਬਸਤੀਆਂ 'ਚ ਜਾ ਕੇ ਪ੍ਰਚਾਰ ਨਹੀਂ ਹੋ ਰਿਹਾ, ਉਹਨਾਂ ਦੇ ਧਰਮ ਤਬਦੀਲ ਹੋ ਰਿਹਾ। ਫਿਰ ਦੂਸਰੇ ਪਾਸੇ ਜਹਾਜ਼ਾਂ ਤੇ ਚੜ੍ਹ ਕੇ ਬਾਹਰਲੇ ਡਾਲਰਾਂ ਦੀ ਕਮਾਈ ਵਾਲੇ ਪਾਸੇ ਧਿਆਨ। ਇੱਕ ਗੱਲ ਮੈਂ ਕਹਿਣੀ ਚਾਹੁੰਦਾ, ਮਹਾਰਾਜਾ ਦਲੀਪ ਸਿੰਘ ਸੀ ਜੀ, ਜਦੋਂ ਸਿੱਖ ਰਾਜ ਤੇ ਕਬਜ਼ਾ ਕਰਦੇ ਨੇ ਅੰਗਰੇਜ਼, ਉਹਨੂੰ ਖੜ ਕੇ ਈਸਾਈ ਬਣਾਉਂਦੇ ਨੇ, ਉਹਨੂੰ ਸਾਰੀ ਦੁਨੀਆ ਦੀ ਸੁੱਖ ਸਹੂਲਤਾਂ ਦਿੰਦੇ ਨੇ, ਰਾਜ ਭਾਗ ਉੱਥੇ ਵੀ ਰਾਜੇ ਵਾਂਗੂ ਰਹਿੰਦਾ। ਬਿਲਕੁਲ। ਪਰ ਉਹਨੇ ਫਿਰ ਵੀ ਜਵਾਨੀ 'ਚ ਆ ਕੇ ਵੇਖਿਆ ਵੀ ਇਹ ਦੌਲਤ ਸ਼ੌਹਰਤ ਦੁਨਿਆਵੀ ਵਸਤਾਂ ਸਿੱਖੀ ਤੋਂ ਉੱਚੀਆਂ ਨਹੀਂ, ਉਹ ਸਿੱਖ ਬਣਿਆ। ਤੇ ਗਰੀਬ ਸਿੱਖਾਂ ਨੂੰ ਵੀ ਸੋਚਣਾ ਚਾਹੀਦਾ ਵੀ ਜ਼ਿੰਦਗੀ ਲੰਘ ਜਾਣੀ ਹੈ, ਇਹ ਰੋਟੀ ਤੇ ਵੀ ਲੰਘ ਜਾਣੀ ਹੈ ਤੇ ਮਹਿਲਾਂ 'ਚ ਵੀ ਲੰਘ ਜਾਣੀ ਹੈ। ਤੇ ਗੁਰੂ ਨੂੰ ਧੋਖਾ ਦੇ ਕੇ ਇਦਾਂ ਗੁਰੂ ਦਾ ਲੜ ਛੱਡ ਕੇ ਕਿਸੇ ਹੋਰ ਤੇ ਤੁਰਨਾ, ਬਦਾਵਾ ਲਿਖ ਕੇ, ਇਹ ਚੰਗੀ ਗੱਲ ਨਹੀਂ। ਪਰ ਇਹਨਾਂ ਦੇ ਪੱਖ 'ਚ ਵੇਖੀਏ ਤੇ ਉਹਨਾਂ ਦੇ ਬੱਚਿਆਂ ਦੀਆਂ ਫ੍ਰੀ ਪੜ੍ਹਾਈਆਂ, ਬਹੁਤ ਕੁਝ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਪਈਆਂ। ਇੱਧਰ ਐਸਜੀਪੀਸੀ ਪੰਜਾਬ ਦੀ ਬਹੁਤ ਵੱਡੀ ਸੰਸਥਾ ਹੈਗੀ, ਪੰਜਾਬ ਸਰਕਾਰ ਤੋਂ ਵੱਡਾ ਬਜਟ ਆ, ਇੱਧਰ ਕੋਈ ਸਹੂਲਤ ਕਿਉਂ ਨਹੀਂ ਮਿਲਦੀ ਫਿਰ ਸਿੱਖਾਂ ਦੇ ਬੱਚਿਆਂ ਨੂੰ? ਨਹੀਂ, ਉਹ ਤੇ ਇਹਨਾਂ ਨੂੰ ਸਵਾਲ ਐਸਜੀਪੀਸੀ ਨੂੰ ਕਰਨਾ ਚਾਹੀਦਾ ਵੀ ਕਿਉਂ ਨਹੀਂ ਕਰ ਰਿਹਾ। ਪਰ ਮੈਂ ਦੂਜਿਆਂ ਨੂੰ ਵੀ ਪੁੱਛਾਂ ਵੀ ਕੀ ਦੁਨਿਆਵੀ ਪੜ੍ਹਾਈ ਜਿਹੜੀ ਤੁਹਾਨੂੰ ਗੁਰੂ ਤੋਂ ਦੂਰ ਕਰਦੀ ਹੈ, ਜਿਹੜੀ ਤੁਹਾਡਾ ਧਰਮ ਤਬਦੀਲ ਕਰਦੀ, ਉਹ ਜ਼ਰੂਰੀ ਹੈ? ਬੱਚੇ ਸਾਡੇ ਕਿਤੇ ਇਤਿਹਾਸ 'ਚ ਅਸੀਂ ਪੜ੍ਹੇ ਲਿਖੇ ਰਹੇ ਹਾਂ ਸਾਰੀ ਉਮਰ? ਨਹੀਂ। ਅਸੀਂ ਜੰਗਲਾਂ 'ਚ ਰਾਤਾਂ ਕੱਟੀਆਂ ਨੇ, ਕਿਉਂ ਕੱਟੀਆਂ? ਗੁਰੂ ਦੇ ਸਤਿਕਾਰ ਲਈ ਕੱਟੀਆਂ ਨੇ। ਤੇ ਜੇ ਹੁਣ ਪੜ੍ਹਾਈ ਖਾਤਰ ਜਾਂ ਹਸਪਤਾਲ ਦੇ ਵਿੱਚ ਇਲਾਜ ਦੀ ਖਾਤਰ ਤੁਸੀਂ ਧਰਮ ਤਬਦੀਲ ਕਰ ਲੈਣਾ ਤੇ ਇਹ ਸ਼ਰਮ ਵਾਲੀ ਗੱਲ ਹੈ। ਪਰ ਹਾਂ, ਇਹ ਨਹੀਂ ਮੈਂ ਕਹਿੰਦਾ ਵੀ ਐਸਜੀਪੀਸੀ ਨੂੰ ਕੰਮ ਨਹੀਂ ਕਰਨਾ ਚਾਹੀਦਾ। ਗਰੀਬ ਸਿੱਖਾਂ ਦੀ ਬਾਹ ਫੜ ਲਈ ਤੇ ਅਸੀਂ ਸਾਰੀਆਂ ਸੰਸਥਾਵਾਂ ਨੂੰ ਕਹਿੰਦੇ ਹਾਂ ਵੀ ਜਾ ਕੇ ਅਫਰੀਕਾ 'ਚ ਤੁਰ ਜਾਂਦੇ, ਜੋ ਕਦੀ ਕਿਤੇ ਅਮਰੀਕਾ 'ਚ ਤੁਰ ਜਾਂਦੇ, ਕਦੀ ਕਿਤੇ, ਤਾਂ ਇੱਥੇ ਜਿਹੜੇ ਰੁਲਦੇ ਫਿਰਦੇ ਇਹਨਾਂ ਨੂੰ ਕਿਹਨੇ ਸਾਹਮਣਾ? ਠੀਕ ਹੈ। ਤਾਂ ਇਹ ਗੱਲ ਸਾਹਮਣੇ ਆ ਰਹੀ ਜੀ, ਐਸਜੀਪੀਸੀ ਇੱਕ ਪਰਿਵਾਰ ਦੀ ਸੇਵਾ 'ਚ ਲੱਗੀ ਹੋਈ, ਹਮੇਸ਼ਾ ਇਲਜ਼ਾਮ ਲੱਗਦੇ ਨੇ ਜੀ। ਦੇਖੋ, ਪਰਿਵਾਰਵਾਦ ਹਰ ਪਾਸੇ ਹੀ ਹੈ, ਕੋਈ ਵੀ ਸੰਸਥਾ ਵਾ ਉਹਦੇ 'ਚ ਆ ਜਾਂਦਾ। ਸਿੱਖਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਜਿਹੜੀ ਐਸਜੀਪੀਸੀ ਸੰਸਥਾ ਹੈ, ਸਿੱਖਾਂ ਦੀ ਸੰਸਥਾ ਹੈ, ਇਹ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਹੈ, ਪਰਿਵਾਰਾਂ ਦੇ ਪ੍ਰਬੰਧਨ ਨੂੰ ਨਹੀਂ ਹੈਗੀ। ਸੋ ਇਹ ਗੱਲ ਜਿਹੜੇ ਪਰਿਵਾਰਾਂ ਨੇ ਇਹ ਗੁਰੂ ਘਰ ਦਾ ਖਾਧਾ ਹੈ, ਉਹਨਾਂ ਨੂੰ ਇਹ ਚੁਕਾਉਣਾ ਪੈਣਾ। ਕੋਈ ਵੀ ਮਨੁੱਖ ਜਿਹਨੇ ਗੁਰੂ ਘਰ ਨਾਲ ਮੱਥਾ ਲਾਇਆ ਉਹ ਕਦੀ ਮਤਲਬ ਸੁਖੀ ਨਹੀਂ ਵੱਸ ਸਕਿਆ, ਉਹਦੀ ਨਸਲਾਂ ਉਜੜ ਜਾਂਦੀਆਂ। ਈਸਾਈ ਮਤ ਦਾ ਪ੍ਰਚਾਰ ਕਰਨ ਵਾਲੇ ਲੌਂਗੋਵਾਲ ਸਾਹਿਬ ਵੀ ਰਹਿ ਕਿਸੇ, ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਬਣੇ ਆ। ਉਸ ਪਾਸੇ ਕਿਸੇ ਦਾ ਖਿਆਲ ਨਹੀਂ ਗਿਆ ਜਾਂ ਉਸ ਪਾਸੇ ਕਿਸੇ ਨੇ ਉਹਨੂੰ ਸਜ਼ਾ ਜਾਂ ਕੁਝ ਵੀ ਨਹੀਂ ਕੀਤਾ? ਨਹੀਂ, ਉੱਥੇ ਤੇ ਦੇਖੋ ਵੀ ਚੋਰਾਂ ਦੇ ਵਿੱਚ ਕਿਸੇ ਨੇ ਦੂਜੇ ਚੋਰ ਨੂੰ ਕੀ ਸਜ਼ਾ ਦੇਣੀ ਹੈ?
ਤੁਸੀਂ ਸਵਾਲ ਕਰ ਰਹੇ ਜੋ ਵੀ ਸ਼ਾਇਦ SGPC ਜਿਹੜੀ ਆ ਉਹ ਬੜੀ ਆਜ਼ਾਦ ਸੰਸਥਾ ਹੈ। ਇਹ ਵੀ ਹਿੰਦੁਸਤਾਨ ਹਕੂਮਤ ਦੀ ਇੱਕ ਚਾਕਰੀ ਕਰਨ ਵਾਲੀ ਸੰਸਥਾ ਬਣ ਕੇ ਰਹਿ ਗਈ ਹੈ। ਇੱਕ ਮੌਕੇ ਤੇ ਗੁਰੂ ਘਰਾਂ ਦੀ ਆਜ਼ਾਦੀ ਲਈ ਇਹਨਾਂ ਸੰਘਰਸ਼ ਕੀਤਾ, ਅੱਜ ਇਹ ਹਿੰਦੁਸਤਾਨ ਦੀ ਹਕੂਮਤ ਦੇ ਅਧੀਨ ਗੁਰੂ ਘਰਾਂ ਨੂੰ ਗੁਲਾਮ ਕਰੀ ਬੈਠੇ ਨੇ। ਸੋ ਮੇਰੇ ਖਿਆਲ ਨਾਲ ਸਿੱਖਾਂ ਨੂੰ ਗੁਰੂ ਘਰਾਂ ਦਾ ਪ੍ਰਬੰਧ ਵੀ ਆਪਣੇ ਹੱਥ 'ਚ ਲੈਣਾ ਚਾਹੀਦਾ ਹੈ, ਜਿਸ ਜਿੱਥੇ ਲੈ ਸਕਦੇ ਆ, ਤੇ ਇੱਕ ਬਹੁਤ ਵੱਡੇ ਸੰਘਰਸ਼ ਨੂੰ ਵਿੱਢਣ ਦੀ ਲੋੜ ਹੈ ਤਾਂ ਜੋ ਅਸੀਂ ਗੁਰੂ ਘਰਾਂ ਦੇ ਵਿੱਚ ਜਿਹੜਾ ਇਹ ਮਨਮਤ ਹੋ ਰਹੀ ਨੂੰ ਕੱਢ ਸਕੀਏ। ਪਰ ਉਹਨਾਂ ਵਾਲੇ ਪਾਸੇ ਜਾਈਏ ਤੇ ਉਹ ਕਹਿੰਦੇ ਕਿ ਅਸੀਂ ਵੀ ਸਿੱਖ ਹਾਂ, ਸਿੱਖਾਂ ਦੀ ਕੀ ਪਹਿਚਾਣ ਹੁੰਦੀ, ਪਹਿਰਾਵਾ ਅਸੀਂ ਵੀ ਸਿੱਖ ਹਾਂ। ਦੇਖੋ ਸਿੱਖ ਦੀ ਪਛਾਣ ਆ ਵੀ ਗੁਰੂ ਦੇ ਉੱਤੇ ਕੋਈ ਸਮਝੌਤਾ ਨਹੀਂ ਕਰਨਾ, ਗੁਰੂ ਨਾਲ ਇੰਨਾ ਪ੍ਰੇਮ ਕਰਨਾ ਜਿਹੜਾ ਅਕਹਿ ਹੈ ਜਿਹਨੂੰ ਕਿਹਾ ਨਹੀਂ ਜਾ ਸਕਦਾ। ਤੇ ਜਿਹੜੇ ਬੰਦੇ ਪਹਿਰਾਵਾ ਪਾ ਕੇ ਆਪਣੇ ਨੂੰ ਸਿੱਖ ਸਮਝੀ ਜਾਂਦੇ ਨੇ, ਪਹਿਰਾਵਾ ਸਿੱਖੀ ਦਾ ਇੱਕ ਬਹੁਤ ਨਿਖੜਵਾਂ ਅੰਗ ਹੈ ਜੀ, ਪਾਉਣਾ ਚਾਹੀਦਾ, ਸਾਰਿਆਂ ਨੂੰ ਧਾਰਨ ਕਰਨਾ ਚਾਹੀਦਾ ਬਾਣਾ। ਪਰ ਜੇ ਬਾਣਾ ਪਾ ਕੇ ਤੇ ਗੁਰੂ ਦੋਖੀ ਬਣਨਾ ਹੈ ਤੇ ਉਹਨਾਂ ਚੰਗਾ ਮੂੰਹ ਸਿਰ ਮਨਾ ਕੇ ਜੋ ਕਰਨਾ ਕਰੀ ਜਾਓ ਤੁਸੀਂ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਅਮਰਤਪਾਲ ਸਿੰਘ ਨਾਲ ਸਾਡੀ ਗੱਲਬਾਤ ਹੋਈ ਆ। ਅੱਜ ਬਾਈਬਲ ਧਰਨੇ ਤੇ ਪਹੁੰਚੇ ਸੀਗੇ ਅਮਰਤਪਾਲ ਸਿੰਘ ਵਾਰਸ ਪੰਜਾਬ ਦੀ ਜਥੇਬੰਦੀ ਦੇ ਜਿਹੜੇ ਮੁੱਖ ਆਗੂ ਲੱਗੇ ਹੋਏ ਨੇ, ਦੁਬਈ ਦੀ ਧਰਤੀ ਤੋਂ ਆਏ ਸੀਗੇ। ਇਹਨਾਂ ਨਾਲ ਬੜੀ ਬੇਬਾਕੀ ਦੇ ਨਾਲ ਗੱਲਬਾਤ ਹੋਈ ਆ ਇੱਥੋਂ ਦੀਆਂ ਕੁਝ ਗੱਲਾਂ ਨੂੰ ਲੈ ਕੇ, ਤੇ ਜੋ ਵਿਵਾਦ ਚੱਲ ਰਿਹਾ ਪੰਜਾਬ ਦੇ ਵਿੱਚ ਈਸਾਈ ਮਤ ਨੂੰ ਲੈ ਕੇ, ਜਿਹੜਾ ਵਿਵਾਦ ਚੱਲ ਰਿਹਾ ਨਿਹੰਗ ਸਿੰਘ ਤੇ ਈਸਾਈ ਮਤ ਦੇ ਜਿਹੜੇ ਲੋਕ ਆਪਸ ਦੇ ਵਿੱਚ ਭਿੜਦੇ, ਉਸ ਤੇ ਬੜੇ ਬੇਬਾਕੀ ਦੇ ਨਾਲ ਜਵਾਬ ਦਿੱਤਾ ਤੇ ਨਾਲ ਸ਼੍ਰੋਮਣੀ ਕਮੇਟੀ ਦੇ ਵੀ ਕਈ ਜਿਹੜੇ ਆ ਨਿਸ਼ਾਨੇ ਸਾਧੇ ਆ। ਰਾਸ਼ਟਰ ਦਾ ਬਿਆਨ ਆਇਆ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਇਦਾਂ ਕਰੋਗੇ ਤੇ ਬਾਹਰ ਬਹੁਤ ਸਾਰੇ ਗੁਰਦੁਆਰੇ ਹੈਗੇ, ਤਾਂ ਉਹਨੂੰ ਕਹੋ ਵੀ ਬਾਹਰ ਜਦੋਂ ਤੁਹਾਡਾ ਪੋਪ ਕਹਿੰਦਾ ਵੀ ਤੁਸੀਂ ਪਖੰਡ ਕਰ ਰਹੇ ਜੋ, ਉਹਨੂੰ ਕਹੇ ਧਮਕੀ ਹੈ ਸਾਨੂੰ। ਅਸੀਂ ਬਾਹਰ ਜਾ ਕੇ ਕਿਸੇ ਦਾ ਧਰਮ ਤਬਦੀਲ ਕੀਤਾ? ਅਸੀਂ ਆਪਣੀ ਮਿਹਨਤ ਨਾਲ ਉੱਥੇ ਜਾ ਕੇ ਹੱਕ ਲਏ ਨੇ। ਅਸੀਂ ਲੋਕਾਂ ਨੂੰ ਪੈਸੇ ਦੇ ਕੇ ਸਿੱਖ ਬਣਾਇਆ ਕਦੀ ਕਿਸੇ ਨੂੰ? ਗੋਰੇ ਸਾਡੇ ਕੋਲ ਇਹੋ ਜਿਹਾ ਕੁਝ ਹੈ ਵੀ ਨਹੀਂ ਲਾਲਚ ਨਾਲ। ਤੇ ਫਿਰ ਇਹਨਾਂ ਨੂੰ ਸਮਝਣਾ ਚਾਹੀਦਾ ਵੀ ਇੱਕ ਤੇ ਚੋਰੀ ਤੋਂ ਸੀਨਾ ਚੋਰੀ ਹੈ ਇਹਨਾਂ ਦੀ। ਇਹ ਕਦੀਆਂ ਧਮਕੀਆਂ ਅੱਗੇ ਬਾਹਰ ਦੇ ਸਿੱਖਾਂ ਨੂੰ ਇਦਾਂ ਕਰਦੇ ਆਗੇ? ਇਹਨੂੰ ਕਹ ਪਹਿਲਾਂ ਤੁਸੀਂ ਇਹ ਦਿਖਾਓ ਵੀ ਤੁਹਾਡਾ ਜਿਹੜਾ ਮੇਨ ਵੈਟੀਕਨ ਸਿਟੀ ਦਾ ਚਰਚ ਹੈ ਉਹ ਇਸ ਗੱਲ ਨੂੰ ਅਲਾਉ ਕਰਦਾ ਵੀ ਤੁਸੀਂ ਇਹ ਕੰਮ ਕਰੋ। ਜੇ ਨਹੀਂ ਕਰਦੇ ਤੁਸੀਂ ਪਖੰਡ ਕਿਉਂ ਕਰਦੇ ਜਿੱਥੇ? ਸੋ ਇਹ ਗੁੰਡਾਗਰਦੀ ਤੇ ਪਾਸਟਰ ਪੁੱਠਰ ਨੂੰ ਉਤਰਨਾ ਨਹੀਂ ਚਾਹੀਦਾ। ਇਹ ਕੰਮ ਨਿਰੰਕਾਰੀਆਂ ਵਾਲਾ ਬਣਾ ਰਹੇ ਨੇ ਜਾਣ ਬੁੱਝ ਕੇ। ਨਿਰੰਕਾਰੀਆਂ ਨੇ ਇਹੋ ਕੰਮ ਕੀਤਾ ਸੀ, ਗੁਰੂ ਧਾਮ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਕੰਮ ਕੀਤਾ ਸੀ, ਉਹਦਾ ਨਤੀਜਾ ਕੀ ਨਿਕਲਿਆ ਸੀ? ਪੰਜਾਬ ਨੂੰ ਅੱਗ ਲੱਗੀ ਸੀ। ਹੁਣ ਦੋਸ਼ ਸਿੱਖਾਂ ਨੂੰ ਦੇਣਗੇ। ਅਸੀਂ ਬੇਨਤੀਆਂ ਕਰ ਲਈਆਂ ਨੇ ਪ੍ਰਸ਼ਾਸਨ ਨੂੰ ਵੀ, ਸਾਰਿਆਂ ਨੂੰ, ਹੁਣ ਫਿਰ ਕਰ ਦਿੰਦੇ ਆ ਸਰਕਾਰਾਂ ਨੂੰ ਵੀ ਇਹ ਕੰਮ ਜਿੰਨਾ ਚਿਰ ਨਾ ਰੁਕਿਆ ਤੇ ਸਾਨੂੰ ਤੇ ਇਦਾਂ ਰੋਕਣਾ ਪੈਣਾ। ਇੱਕ ਮੌਕੇ ਤੇ ਗੁਰੂ ਘਰਾਂ ਦੀ ਆਜ਼ਾਦੀ ਲਈ ਇਹਨਾਂ ਸੰਘਰਸ਼ ਕੀਤਾ, ਅੱਜ ਇਹ ਹਿੰਦੁਸਤਾਨ ਦੀ ਹਕੂਮਤ ਦੇ ਅਧੀਨ ਗੁਰੂ ਘਰਾਂ ਨੂੰ ਗੁਲਾਮ ਕਰੀ ਬੈਠੇ ਨੇ। ਸੋ ਮੇਰੇ ਖਿਆਲ ਨਾਲ ਸਿੱਖਾਂ ਨੂੰ ਗੁਰੂ ਘਰਾਂ ਦਾ ਪ੍ਰਬੰਧ ਵੀ ਆਪਣੇ ਹੱਥ 'ਚ ਲੈਣਾ ਚਾਹੀਦਾ ਹੈ, ਜਿਸ ਜਿੱਥੇ ਲੈ ਸਕਦੇ ਆ, ਤੇ ਇੱਕ ਬਹੁਤ ਵੱਡੇ ਸੰਘਰਸ਼ ਨੂੰ ਵਿੱਢਣ ਦੀ ਲੋੜ ਹੈ ਤਾਂ ਜੋ ਅਸੀਂ ਗੁਰੂ ਘਰਾਂ ਦੇ ਵਿੱਚ ਜਿਹੜਾ ਇਹ ਮਨਮਤ ਹੋ ਰਹੀ ਨੂੰ ਕੱਢ ਸਕੀਏ। ਕਿਸ ਤਰੀਕੇ ਨਾਲ ਮਿਲ ਸਕਦਾ? ਦੇਖੋ ਕੌਮ ਨੂੰ ਲਾਮਬੰਦ ਹੋਣਾ ਚਾਹੀਦਾ, ਇਕੱਠੇ ਹੋ ਕੇ ਇੱਕ ਝੰਡੇ ਥੱਲੇ ਸੰਘਰਸ਼ ਕਰਨਾ ਚਾਹੀਦਾ, ਤੇ ਜਦੋਂ ਸੰਘਰਸ਼ ਕਰਾਂਗੇ ਤੇ ਰਾਜ ਭਾਗ ਦੀ ਪ੍ਰਾਪਤੀ ਲਈ ਜਦੋਂ ਯਤਨ ਕਰਾਂਗੇ, ਜਦੋਂ ਆਪਾਂ ਆਜ਼ਾਦੀ ਲਈ ਸੰਘਰਸ਼ ਕਰਾਂਗੇ ਉਦੋਂ ਹੀ ਇਨਸਾਫ ਮਿਲਣਾਗੇ। ਉੱਦਾਂ ਅੱਜ ਇਸ ਇੱਥੇ ਇਨਸਾਫ ਲੈ ਲਾਂਗੇ, ਕਿਤੇ ਹੋਰ ਬੇਦਬੀਆਂ ਕਿਹੜਾ ਰੋਕ ਰਹੀਆਂ ਨੇ? ਕੁਝ ਹੈ ਦਿਮਾਗ ਵਿੱਚ ਕਿਸ ਤਰੀਕੇ ਕਰਨਾ ਚਾਹੀਦਾ, ਕੀ ਕੁਝ ਕਰਨਾ ਚਾਹੀਦਾ? ਦੇਖੋ ਜਿਹੜੇ ਜਥੇਬੰਦਕ ਤਰੀਕੇ ਦੇ ਨਾਲ ਤੇ ਸਾਨੂੰ ਪਿੰਡ ਜਾਣਾ ਚਾਹੀਦਾ। ਜਿਹੜਾ ਪਹਿਲੀ ਗੱਲ ਤੇ ਗੁਰੂ ਘਰਾਂ ਦੇ ਪ੍ਰਬੰਧ ਨੇ, ਨੌਜਵਾਨਾਂ ਨੂੰ ਹਮਲਾ ਮਾਰ ਕੇ ਗੁਰੂ ਸਾਹਿਬ ਦੀ ਜਿਹੜੀ ਹਜ਼ੂਰੀ ਦੇ ਵਿੱਚ ਪਹਿਰੇ ਤੇ ਰਹਿਣਾ ਚਾਹੀਦਾ ਵੀ ਕੋਈ ਪਹਿਲਾਂ ਬੇਦਬੀ ਹੋਵੇ ਨਾ, ਤੇ ਜੇ ਹੁੰਦੀ ਆ ਤੇ ਮੌਕੇ ਦੇ ਉੱਤੇ ਉਹਦਾ ਇਨਸਾਫ ਕਰਨਾ ਚਾਹੀਦਾ। ਕਿਉਂਕਿ ਅਸੀਂ ਕੋਰਟਾਂ ਦੇ ਵਿੱਚ ਇਹਨਾਂ ਨੇ ਵੇਖ ਲਿਆ, ਇਹ ਬੰਦੇ ਨੂੰ ਫੜਦੇ ਨੇ, ਬਾਅਦ 'ਚ ਪਾਗਲ ਕਹਿ ਕੇ ਛੱਡ ਦਿੰਦੇ ਨੇ ਉਸੇ ਵੇਲੇ। ਜੇ ਬਹੁਤੀ ਸਜ਼ਾ ਵੀ ਹੈ 295 ਇਹਦੇ ਵਿੱਚ 3 ਸਾਲ ਦੀ ਸਜ਼ਾ, ਉਹਦੀ ਜ਼ਮਾਨਤ ਨਾਲ ਹੋ ਜਾਂਦੀ ਹੈ। ਜਦੋਂ ਜ਼ਮਾਨਤੀ ਬੰਦੇ ਨੂੰ ਸਿਕਿਉਰਿਟੀ ਦਿੰਦੇ ਨੇ, ਇਹ ਐਸਾ ਰਾਜ ਹੈ ਜਿੱਥੇ ਗੁਰੂ ਸਾਹਿਬ ਦੀ ਬੇਦਬੀ ਕਰਨ ਵਾਲੇ ਬੰਦੇ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ। ਸੋ ਇਸ ਕਰਕੇ ਸਾਨੂੰ ਇਸ ਰਾਜ ਭਾਗ ਤੋਂ ਨਿਜਾਤ ਪਾਉਣੀ ਚਾਹੀਦੀ ਹੈ, ਇਨਸਾਫ ਫੇਰ ਹੀ ਮਿਲੇਗਾ। ਦੀਪ ਸਿੱਧੂ ਸਾਹਿਬ ਕਾਫੀ ਵਾਰ ਆਉਂਦੇ ਰਹੇ ਨੇ ਇੱਥੇ, ਬੈਠਦੇ ਰਹੇ ਨੇ, ਤੁਸੀਂ ਪਹਿਲੀ ਵਾਰ ਆਏ ਹੋ, ਤਾਂ ਕੋਈ ਗੱਲਬਾਤ ਹੋਈ ਇਸ ਰਿਗਾਰਡਿੰਗ ਕੀ ਕੁਝ ਹੋਇਆ? ਨਹੀਂ, ਅਸੀਂ ਪਹਿਲਾਂ ਇੱਕ ਦਿਨ ਆਏ ਸੀ ਇੱਥੇ, ਜਿਹੜਾ ਬਾਈ ਦੀਪ ਸਿੱਧੂ ਤੇ ਇਸ ਮੋਰਚੇ ਨੂੰ ਸ਼ੁਰੂ ਕਰਨ ਵਾਲਿਆਂ 'ਚੋਂ ਸੀ। ਤੇ ਕੋਈ ਨਹੀਂ, ਮਹਾਰਾਜ ਕਿਰਪਾ ਕਰਨ ਆਉਂਦੇ ਰਵਾਂਗੇ, ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਇੱਥੇ ਹੀ ਹਾਂ। ਸਹਿਯੋਗ ਕਿਸ ਤਰੀਕੇ ਨਾਲ ਕਰੋਗੇ ਮੋਰਚੇ? ਸਹਿਯੋਗ ਜੀ ਜਿੰਨਾ ਸਾਡੇ ਕੋਲ ਤੇ ਆਪਣਾ ਜੋ ਤਨ ਮਨ ਧਨ ਹੈਗਾ ਸਭ ਗੁਰੂ ਸਾਹਿਬ ਦੇ ਇਨਸਾਫ ਵਾਸਤੇ ਸਾਰਾ ਕੁਝ ਹੀ ਅਸੀਂ ਅਰਪਣ ਕਰਨ ਨੂੰ ਤਿਆਰ ਹਾਂ। ਜਥੇਬੰਦੀ ਇੱਕ ਪੰਜਾਬ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਈਸਾਈ ਮਤ ਨੂੰ ਲੈ ਕੇ, ਉਸ ਚੀਜ਼ ਬਾਰੇ ਕੀ ਕਹਿਣਾ ਚਾਹੁੰਦੇ? ਨਹੀਂ ਦੇਖੋ, ਇਹ ਮੈਨੂੰ ਸਮਝ ਨਹੀਂ ਆਉਂਦੀ ਵੀ ਆਪਾਂ ਇਸ ਸਵਾਲ ਦਾ ਜਵਾਬ ਕਿਉਂ ਦਈਏ, ਕਿਉਂਕਿ ਪਹਿਲਾਂ ਤੇ ਈਸਾਈ ਪਾਸਟਰਾਂ ਨੇ ਪਖੰਡ ਦਾ ਪਹਿਲਾਂ ਫੈਲਾਇਆ ਸਾਰੇ ਪੰਜਾਬ ਦੇ ਵਿੱਚ। ਜਦੋਂ ਉਹਨਾਂ ਦਾ ਵਿਰੋਧ ਹੋਣ ਲੱਗਾ ਉਦੋਂ ਅਚਾਨਕ ਉਹਨਾਂ ਦੇ ਬੇਅਦਬੀ ਹੋ ਜਾਂਦੀ ਹੈ ਮੂਰਤੀ ਦੀ। ਪਹਿਲੀ ਗੱਲ ਤੇ ਕ੍ਰਿਸਚਨਾਂ ਦੇ ਵਿੱਚ ਮੂਰਤੀ ਪ੍ਰਥਾ ਹੈ ਨਹੀਂ ਗੀ, ਉਹਨੂੰ ਇੱਦਾਂ ਬੇਅਦਬੀ ਵਗੋਂ ਪ੍ਰਚਾਰਨਾ ਗਲਤ ਗੱਲ ਹੈ। ਦੂਜੀ ਗੱਲ ਹੈ ਵੀ ਇਹ ਅਚਾਨਕ ਜਿਵੇਂ ਇੱਕ ਮੌਕੇ ਦੇ ਉੱਤੇ ਗਊਆਂ ਦੇ ਸਿਰ ਵੱਢ ਕੇ ਸੁੱਟੇ ਗਏ ਸੀ ਮੰਦਰਾਂ ਦੇ ਵਿੱਚ, ਇਹ ਮੈਨੂੰ ਲੱਗਦਾ ਵੀ ਜਿਹੜਾ ਹੁਣ ਕੌਮ ਉਹਨਾਂ ਦੇ ਵਿਰੋਧ 'ਚ ਉੱਠੀ ਹੈ, ਉਸ ਵਿਰੋਧ ਨੂੰ ਖਤਮ ਕਰਨ ਲਈ ਇਹੋ ਜਿਹਾ ਪਖੰਡ ਰਚਿਆ ਜਾ ਰਿਹਾ, ਇਹਦੀ ਜਾਂਚ ਹੋਣੀ ਚਾਹੀਦੀ। ਤੁਹਾਨੂੰ ਇਹ ਲੱਗਦਾ ਕਿ ਬੇਅਦਬੀ ਨਹੀਂ ਬੇਅਦਬੀ ਤਾਂ ਦੇਖੋ ਉਹ ਦੱਸਣ ਵੀ ਉਹਨਾਂ ਦੀ ਕਿਹੜੇ ਹਿਸਾਬ ਨਾਲ ਬੇਅਦਬੀ, ਆਪਣੇ ਧਰਮ ਨੂੰ ਡਿਫਾਈਨ ਕਰਨ, ਜਿਹੜਾ ਕੰਮ ਉਹ ਕਰ ਰਹੇ ਨੇ ਕੀ ਪਖੰਡ ਕਰਨਾ, ਜਾਦੂ ਮੰਤਰ ਕਰਨਾ, ਇਹ ਬੇਅਦਬੀ ਨਹੀਂ। ਜਦੋਂ ਵੈਟੀਕਨ ਸਿਟੀ ਨੇ ਮਨਾ ਕੀਤਾ ਹੋਇਆ ਤੇ ਬੇਅਦਬੀ ਤਾਂ ਸਭ ਤੋਂ ਵੱਡੀ ਉਹ ਆਪ ਕਰਦੇ ਨੇ ਰੋਜ਼ ਦਿਨ।
ਤੇ ਜਦੋਂ ਰੋਜ਼ ਦਿਨੋਂ ਆਪਣੀ ਬੇਦਬੀ ਕਰ ਰਹੇ ਨੇ, ਗਰੀਬ ਸਿੱਖਾਂ ਨੂੰ ਵਰਗਲਾ ਕੇ, ਲਾਲਚ ਦੇ ਕੇ, ਡਰਾ ਕੇ ਤੇ ਧਰਮ ਤਬਦੀਲ ਕਰਦੇ ਨੇ, ਕੀ ਇਹ ਬੇਦਬੀ ਨਹੀਂ? ਜਦੋਂ ਇਹਨਾਂ ਦਾ ਪੋਪ ਕਹਿੰਦਾ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ, ਸਗੋਂ ਜਿਹੜੇ ਸਿੱਖਾਂ ਨੇ ਵਿਰੋਧ ਕੀਤਾ ਹੈ ਉੱਥੇ, ਜਿਹੜੇ ਸਿੱਖਾਂ ਨੇ ਇਹਨਾਂ ਦਾ ਪਖੰਡ ਰੋਕਿਆ, ਉਹ ਸਿੱਖ ਤੇ ਸਗੋਂ ਉਹਨਾਂ ਨੂੰ ਧੰਨਵਾਦ, ਜਿਹੜੇ ਸੱਚੇ ਈਸਾਈ ਨੇ ਉਹਨਾਂ ਨੂੰ ਧੰਨਵਾਦ ਕਰਨਾ ਚਾਹੀਦਾ ਸਿੱਖਾਂ ਦਾ। ਜਿਵੇਂ ਤੁਸੀਂ ਕਿਹਾ ਕਿ ਪੋਪ ਕਹਿੰਦਾ ਕਿ ਨਹੀਂ ਹੋਣਾ ਚਾਹੀਦਾ, ਪਰ ਉਹਨਾਂ ਦੇ ਪਿੱਛੇ ਕੌਣ ਆ ਜਿਹੜਾ ਇਹ ਕਰਵਾ ਰਿਹਾ ਪੰਜਾਬ ਦੇ ਇਹ ਹਿੰਦੁਸਤਾਨ ਦੀ ਹਕੂਮਤ ਦੀ ਸ਼ਹਿਰ ਤੇ ਸਾਰਾ ਕੁਝ ਹੋ ਰਿਹਾ, ਕਿਉਂਕਿ ਇੱਥੋਂ ਸਿੱਖਾਂ ਦੀ ਆਬਾਦੀ ਨੂੰ ਘਟਾ ਕੇ ਤੇ ਪੰਜਾਬ ਇੱਕੋ ਇੱਕ ਸੂਬਾ ਹੈ ਜਿਹੜਾ ਪਹਿਲਾਂ ਤੇ ਇਹਦੀ ਵੰਡ 47 ਚ ਹੋਈ, ਫਿਰ 65 ਦੇ ਵਿੱਚ 66 ਦੇ ਵਿੱਚ ਸੂਬਿਆਂ ਵਜੋਂ ਹੋਈ। ਹੁਣ ਇੱਥੇ ਸਿੱਖਾਂ ਦੀ ਇੱਕ ਦੇ ਪਾਸੇ ਮਾਈਗ੍ਰੇਸ਼ਨ ਬਹੁਤ ਵੱਡੇ ਪੱਧਰ ਤੇ ਹੋ ਰਹੀ, ਜਿਹੜੇ ਇੱਥੇ ਬਚ ਰਹੇ ਆ ਉਹਨਾਂ ਨੂੰ ਈਸਾਈ ਬਣਾ ਕੇ ਤੇ ਸਿੱਖਾਂ ਦੀ ਆਬਾਦੀ ਨੂੰ ਖਤਮ ਕਰਨ ਦਾ ਧਈਆ ਹੈ। ਕਦੇ ਪੰਜਾਬ ਦੇ ਵਿੱਚ ਸਿੱਖ ਵਰਸਸ ਹਿੰਦੂ, ਕਦੇ ਸਿੱਖ ਵਰਸਸ ਮੁਸਲਮਾਨ, ਹਿੰਦੂ ਵਰਸਸ ਮੁਸਲਮਾਨ, ਇਦਾਂ ਦਾ ਬਹੁਤ ਕੁਝ ਚੱਲ ਰਿਹਾ। ਇਸ ਵਾਰ ਈਸਾਈ ਵਰਸਸ ਸਿੱਖ ਬਣ ਰਿਹਾ। ਨਹੀਂ, ਇਹ ਹਕੂਮਤ ਹੀ ਬਣਾ ਰਹੀ ਹੈ ਨਾ, ਇਹ ਤੇ ਉਹਨਾਂ ਨੂੰ ਸਮਝਣਾ ਚਾਹੀਦਾ ਜਿਹੜੇ ਸਿੱਖਾਂ ਦੇ ਖਿਲਾਫ ਖੜੇ। ਸਿੱਖਾਂ ਨੇ ਹਮੇਸ਼ਾ ਪੰਜਾਬ ਲਈ ਸੰਘਰਸ਼ ਕੀਤਾ ਹੈ। ਜਿਹੜੇ ਲੋਕ ਸਿੱਖਾਂ ਦੇ ਖਿਲਾਫ ਖੜੇ ਹੁੰਦੇ ਨੇ ਜਾਣਬੁੱਝ ਕੇ, ਉਹ ਪੰਜਾਬ ਵਿਰੋਧੀ ਵੀ ਨੇ ਤੇ ਉਹ ਇੱਥੋਂ ਦੀ ਧਰਤੀ ਦੇ ਵੀ ਵਿਰੋਧੀ ਨੇ। ਈਸਾਈਆਂ ਨੇ ਅੱਜ ਤੱਕ ਕੋਈ ਮੋਰਚਾ ਲਾਇਆ ਪੰਜਾਬ ਦੇ ਹੱਕਾਂ ਦੇ ਵਿੱਚ? ਨਾ ਹਿੰਦੂਆਂ ਨੇ ਲਾਇਆ, ਨਾ ਮੁਸਲਮਾਨਾਂ ਨੇ ਲਾਇਆ। ਸੋ ਜਿਨ੍ਹਾਂ ਨੇ ਮੋਰਚੇ ਲਾਏ ਨੇ, ਜਿਨ੍ਹਾਂ ਨੇ 500 ਸਾਲ ਤੋਂ ਆਪਣਾ ਲਹੂ ਡੋਲਿਆ, ਜਦੋਂ ਉਹ ਸੰਘਰਸ਼ ਕਰਨ ਨੂੰ ਉੱਠਦੇ ਨੇ, ਜਦੋਂ ਆਜ਼ਾਦੀ ਦੀ ਗੱਲ ਕਰਦੇ ਨੇ, ਸਾਡੇ ਖਿਲਾਫ ਖੜੇ ਹੋ ਜਾਂਦੇ ਨੇ। ਸੋ ਇਹ ਤੇ ਇਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਹਾਡੇ ਦਿਲ 'ਚ ਹੈ ਕੀ ਅਸਲ ਦੇ ਵਿੱਚ? ਸਿੱਖ ਤਾਂ ਕਿਸੇ ਦੀ ਬੇਅਦਬੀ ਨਹੀਂ ਕਰਦੇ ਜਾ ਕੇ। ਪਰ ਕਿਸੇ ਦੇ ਪ੍ਰੋਗਰਾਮ ਜਾ ਕੇ ਵਿਘਨ ਪਾਉਣਾ ਇਹ ਠੀਕ ਆ? ਨਹੀਂ, ਪ੍ਰਸ਼ਾਸਨ ਨਾਲ ਲੈ ਕੇ ਜਾ ਸਕਦੇ ਸੀ ਉਹ। ਤੁਹਾਨੂੰ ਕਾਨੂੰਨ ਦਾ ਐਕਟ ਪਤਾ ਹੈ ਵੀ ਮੈਜਿਕ ਦੇ ਤਰੀਕੇ ਨਾਲ ਲੋਕਾਂ ਨੂੰ ਭਰਮਾਉਣਾ ਇਹ ਗਲਤ ਹੈ। ਸਪੀਕਰ ਲਾਉਣੇ, ਪ੍ਰੋਗਰਾਮ ਕਰ ਰਹੇ ਸੀ ਉੱਥੇ ਸਿੱਖ ਜਥੇਬੰਦੀਆਂ ਗਈਆਂ, ਉਹਨਾਂ ਨੇ ਪ੍ਰੋਗਰਾਮ 'ਚ ਵਿਘਨ ਪਾਇਆ। ਨਹੀਂ, ਇਹ ਤੁਸੀਂ ਉੱਥੇ ਦੀ ਜਾਂਚ ਕਰੋ ਗਰਾਊਂਡ ਲੈਵਲ ਦੇ ਉੱਤੇ ਜਾ ਕੇ, ਤੁਹਾਡਾ ਮੀਡੀਆ ਦਾ ਕੰਮ ਹੈ। 6 ਮਹੀਨੇ ਤੋਂ ਪਿੰਡ ਵਾਲੇ ਬੇਨਤੀ ਕਰ ਰਹੇ ਨੇ ਵੀ ਇੱਥੇ ਸਪੀਕਰ ਲਾ ਕੇ ਗੰਦ ਨਾ ਪਾਓ, ਉਹ ਨਹੀਂ ਟਲੇ। ਉਹਨਾਂ ਨੇ ਉੱਥੇ ਪਖੰਡ ਕੀਤਾ ਹੈ। ਉਹ ਤੁਹਾਨੂੰ ਲੱਗਦਾ ਮਰੇ ਬੰਦੇ ਜੀਂਦੇ ਹੁੰਦੇ? ਮੀਡੀਆ ਦਾ ਇਹ ਕੰਮ ਹੈ ਵੀ ਤੁਸੀਂ ਜਾਓ ਉੱਥੇ ਮਰਿਆ ਬੰਦਾ ਲਾਸ਼ ਲੈ ਜਾਓ ਹਸਪਤਾਲ 'ਚੋਂ, ਉਹਨਾਂ ਕੋਲ ਕਰੋ ਜਿੰਦੀ ਨੂੰ। ਤੁਹਾਡਾ ਕੰਮ ਇਹ ਹੈ। ਜੇ ਕੋਈ ਵੀਡੀਓ ਸਾਹਮਣੇ ਆਉਂਦੀ ਆ, ਪੁਲਿਸ ਪ੍ਰਸ਼ਾਸਨ ਉਦੋਂ ਕੰਮ ਕਰੂਗਾ ਜਦੋਂ ਤੁਸੀਂ ਕੰਮ ਕਰੋਗੇ ਬਕਾਇਦਾ ਗਰਾਊਂਡ ਤੇ ਇਨਵੈਸਟੀਗੇਸ਼ਨ। ਮੀਡੀਆ ਦਾ ਕੰਮ ਇਹ ਨਹੀਂ ਹੁੰਦਾ ਵੀ ਮਗਰੋਂ ਜਾ ਕੇ ਕੰਮ ਕਰਨਾ। ਜਿਹੜੀ ਗਰਾਊਂਡ ਲੈਵਲ ਦੀ ਇਨਵੈਸਟੀਗੇਟਿੰਗ ਮੀਡੀਆ ਨਾ, ਜਿਹੜਾ ਉਹਦਾ ਫਰਜ਼ ਇਹ ਹੁੰਦਾ ਹੈ ਵੀ ਜਾ ਕੇ ਜਾਂਚ ਕਰਨੀ ਬਕਾਇਦਾ, ਸੱਚ ਨੂੰ ਸਾਹਮਣੇ ਲੈ ਕੇ ਆਉਣਾ। ਵੀਡੀਓ ਉਹਨਾਂ ਦੀ ਆਪਣੀਆਂ ਚੈਨਲ ਤੇ ਪਈਆਂ ਤੇ ਹਜ਼ਾਰਾਂ ਕਿੰਨੇ ਲੋਕਾਂ ਦੀ ਵੀਡੀਓ ਉਹਨਾਂ ਕੋਲ ਆਉਂਦੀਆਂ, ਪੁਲਿਸ ਪ੍ਰਸ਼ਾਸਨ ਵੀ ਦੇਖਦਾ, ਇਹ ਸਰਕਾਰਾਂ ਵੀ ਦੇਖ ਰਹੀਆਂ ਨੇ, ਪਰ ਕੋਈ ਐਕਸ਼ਨ ਨਹੀਂ ਹੋ ਰਿਹਾ। 3-3 ਸਾਲ ਪੁਰਾਣੀਆਂ ਵੀਡੀਓ ਨੇ। ਦੇਖੋ, ਡੈਮੋਕ੍ਰੇਸੀ ਦੇ 3 ਪਿਲਰ ਨੇ, ਜਸਟਿਸ ਸਿਸਟਮ ਵੀ ਹੈ, ਮੀਡੀਆ ਵੀ ਹੈ। ਹੋਰ ਹੈ ਉਹਦੇ 'ਚ ਮੀਡੀਆ ਦਾ ਰੋਲ ਕੀ ਹੈ? ਤੁਸੀਂ ਜਦੋਂ ਆਪਣਾ ਰੋਲ ਛੱਡੋਗੇ, ਬਾਈ ਚਾਂਸ, ਮੈਂ ਕ੍ਰਿਟੀਸਾਈਜ਼ ਨਹੀਂ ਕਰ ਰਿਹਾ ਕਿਸੇ ਪਾਰਟੀਕੂਲਰ ਮੀਡੀਆ ਨੂੰ, ਮੈਂ ਇਹ ਕਹਿ ਰਿਹਾ ਹਾਂ ਵੀ ਜਿਹੜਾ ਜਰਨਲਿਜ਼ਮ ਹੈ ਉਹਦੀ ਪਰਿਭਾਸ਼ਾ ਜਦੋਂ ਅਸੀਂ ਭੁੱਲਾਂਗੇ, ਘਟਨਾ ਤੋਂ ਬਾਅਦ ਸਾਰੇ ਬੰਦੇ ਪਹੁੰਚ ਜਾਂਦੇ ਨੇ। ਜਿਹੜਾ ਪਖੰਡ ਹੋ ਰਿਹਾ ਇੱਥੇ, ਇੱਕ ਇਨਵੈਸਟੀਗੇਟਿਵ ਰਿਪੋਰਟ ਦਿਖਾ ਦਿਓ ਮੈਨੂੰ ਤੁਸੀਂ, ਕਿੰਨੇ ਸਾਲਾਂ ਤੋਂ ਇਹ ਪਖੰਡ ਚੱਲ ਰਿਹਾ ਪੰਜਾਬ ਦੇ ਵਿੱਚ। ਤੇ ਜਿਹੜੇ ਲੋਕਾਂ ਨੂੰ ਇਹ ਇੱਕ ਕਿਸਮ ਦਾ ਹਿਮਿਲੇਸ਼ਨ ਲੋਕਾਂ ਦੀ ਹੋ ਰਹੀ ਹੈ, ਮੈਨੀਪੂਲੇਸ਼ਨ ਹੋ ਰਹੀ ਹੈ, ਲੋਕਾਂ ਨੂੰ ਝੂਠ ਦੇ ਤਰੀਕੇ ਨਾਲ। ਆਪਣੇ ਸਿੱਖਾਂ ਨੇ ਤਾਂ ਡੇਰੇਵਾਦ ਦਾ ਵੀ ਵਿਰੋਧ ਕੀਤਾ, ਪਖੰਡ ਦੇ ਹੈ ਤੇ ਉਹ ਪਖੰਡ ਕਰਦੇ ਸੀ ਨਾ ਸਿੱਖੀ ਦੇ ਨਾਂ ਹੇਠ। ਸਿੱਖਾਂ ਨੇ ਉਹਨਾਂ ਨੂੰ ਵੀ ਹਟਾਇਆ, ਬੰਦ ਕਰਾਏ ਡੇਰੇ। ਤੇ ਜੇ ਸਿੱਖ ਇਹਨਾਂ ਨੂੰ ਕਰ ਰਹੇ ਨੇ ਤੇ ਪਖੰਡ ਦਾ ਕਰਕੇ ਕਰ ਰਹੇ ਨੇ। ਹੋਰ ਤੁਸੀਂ ਦੱਸੋ ਵੀ ਜਿਹੜਾ ਈਸਾਈਅਤ ਦਾ ਧਰਮ ਹੈ ਸਾਡੇ ਨਾਲ ਬੈਠ ਜਾਣ ਕਿਤੇ ਇਹਨਾਂ ਦੇ ਪਾਸਟਰ ਆੜ ਕੇ, ਇਹ ਦੱਸਣ ਵੀ ਇਹਨਾਂ ਦੇ ਇਹ ਧਰਮ ਦੇ ਵਿੱਚ ਇਹ ਕਿੱਥੋਂ ਲਿਖਿਆ ਵੀ ਇਹ ਕੰਮ ਕਰਨੇ। ਉਹਨਾਂ ਦੇ ਪਾਸਟਰ ਦਾ ਬਿਆਨ ਆਇਆ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਇਦਾਂ ਕਰੋਗੇ ਤੇ ਬਾਹਰ ਬਹੁਤ ਸਾਰੇ ਗੁਰਦੁਆਰੇ ਹੈਗੇ, ਉਹਨੂੰ ਕਹੋ ਵੀ ਬਾਹਰ ਜਦੋਂ ਤੁਹਾਡਾ ਪੋਪ ਕਹਿੰਦਾ ਵੀ ਤੁਸੀਂ ਪਖੰਡ ਕਰ ਰਹੇ ਜੋ, ਉਹਨੂੰ ਕਹੇ ਧਮਕੀ ਹੈ ਸਾਨੂੰ? ਅਸੀਂ ਬਾਹਰ ਜਾ ਕੇ ਕਿਸੇ ਦਾ ਧਰਮ ਤਬਦੀਲ ਕੀਤਾ? ਅਸੀਂ ਆਪਣੀ ਮਿਹਨਤ ਨਾਲ ਉੱਥੇ ਜਾ ਕੇ ਹੱਕ ਲਏ ਨੇ। ਅਸੀਂ ਲੋਕਾਂ ਨੂੰ ਪੈਸੇ ਦੇ ਕੇ ਸਿੱਖ ਬਣਾਇਆ ਕਦੀ ਕਿਸੇ ਨੂੰ? ਗੋਰੇ ਸਾਡੇ ਇਹੋ ਜਿਹਾ ਕੁਝ ਹੈ ਵੀ ਨਹੀਂ, ਲਾਲਚ ਨਾਲ। ਤੇ ਫਿਰ ਇਹਨਾਂ ਨੂੰ ਸਮਝਣਾ ਚਾਹੀਦਾ ਵੀ ਇੱਕ ਤੇ ਚੋਰੀ ਤੋਂ ਸੀਨਾ ਚੋਰੀ ਹੈ ਇਹਨਾਂ ਦੀ। ਇਹ ਕਦੀਆਂ ਧਮਕੀਆਂ ਹੋ ਕੇ ਬਾਹਰ ਦੇ ਸਿੱਖਾਂ ਨੂੰ ਇਦਾਂ ਕਰਦੇ ਆਗੇ? ਇਹਨੂੰ ਕਹ ਪਹਿਲਾਂ ਤੁਸੀਂ ਇਹ ਦਿਖਾਓ ਵੀ ਤੁਹਾਡਾ ਜਿਹੜਾ ਮੇਨ ਵੈਟੀਕਨ ਸਿਟੀ ਦਾ ਚਰਚ ਹੈ ਉਹ ਇਸ ਗੱਲ ਨੂੰ ਅਲਾਉ ਕਰਦਾ ਵੀ ਤੁਸੀਂ ਇਹ ਕੰਮ ਕਰੋ। ਜੇ ਨਹੀਂ ਕਰਦੇ ਤੁਸੀਂ ਪਖੰਡ ਕਿਉਂ ਕਰਦੇ ਜਿੱਥੇ? ਸੋ ਇਹ ਗੁੰਡਾਗਰਦੀ ਤੇ ਪਾਸਟਰ ਪੁੱਟਰ ਨੂੰ ਉਤਰਨਾ ਨਹੀਂ ਚਾਹੀਦਾ। ਇਹ ਕੰਮ ਨਿਰੰਕਾਰੀਆਂ ਵਾਲਾ ਬਣਾ ਰਹੇ ਨੇ ਜਾਣਬੁੱਝ ਕੇ। ਨਿਰੰਕਾਰੀਆਂ ਨੇ ਇਹੋ ਕੰਮ ਕੀਤਾ ਸੀ, ਗੁਰੂ ਡਾਮ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਕੰਮ ਕੀਤਾ ਸੀ, ਤਾਂ ਨਤੀਜਾ ਕੀ ਨਿਕਲਿਆ ਸੀ? ਪੰਜਾਬ ਨੂੰ ਅੱਗ ਲੱਗੀ ਸੀ। ਹੁਣ ਦੋਸ਼ ਸਿੱਖਾਂ ਨੂੰ ਦੇਣਗੇ। ਅਸੀਂ ਬੇਨਤੀਆਂ ਕਰ ਲਈਆਂ ਨੇ ਪ੍ਰਸ਼ਾਸਨ ਨੂੰ ਵੀ, ਸਾਰਿਆਂ ਨੂੰ, ਹੁਣ ਫਿਰ ਕਰ ਦਿੰਦੇ ਆ ਸਰਕਾਰਾਂ ਨੂੰ ਵੀ ਇਹ ਕੰਮ ਜਿੰਨਾ ਚਿਰ ਨਾ ਰੁਕਿਆ ਤੇ ਸਾਨੂੰ ਤੇ ਇਦਾਂ ਰੁਕਣਾ ਪੈਣਾ। 150 ਤੇ 295 ਦਾ ਪਰਚਾ ਲੱਗਿਆ। ਕੀ ਕਹਿਣਾ ਚਾਹੋਗੇ ਉਹਨਾਂ ਬਾਰੇ? ਨਹੀਂ, ਇਹ ਤਾਂ ਬਹੁਤ ਧੱਕਾ ਹੋਇਆ ਜਾਂ ਸਹੀ ਹੋਇਆ? ਨਹੀਂ, ਪਰਚੇ ਤੇ ਦੇਖੋ ਸਿੱਖਾਂ ਦੇ ਉੱਤੇ ਜਿਹੜਾ ਪਰਚੇ ਜੰਮਦੇ ਹੋ ਜਾਂਦੇ ਨੇ। ਹਿੰਦੁਸਤਾਨ ਦਾ ਸੰਵਿਧਾਨ ਕਹਿੰਦਾ ਵੀ ਸਿੱਖ ਨਹੀਂ ਗਾ, ਉਹ ਵੀ ਇੱਕ ਪਰਚਾ ਜੀ। 25-20 ਧਾਰਾ ਜਿਹੜੀ ਹੈ ਡਿਫਾਈਨ ਕਰਦੀ ਵੀ ਸਿੱਖ ਨਹੀਂ, ਇਹ ਪਰਚਾ ਨਹੀਂ ਸਿੱਖਾਂ ਦੇ ਉੱਤੇ। ਪਰਚਿਆਂ ਦੀ ਕੋਈ ਪਰਵਾਹ ਨਹੀਂ। ਜਦੋਂ ਸਿਰ ਦੇਣ ਦੀ ਗੱਲ ਹੋਵੇ ਪਰਚਾ ਕੀ ਕਰੂ ਉੱਥੇ? ਸਾਡਾ ਕੰਮ ਹੈ ਪਖੰਡ ਨੂੰ ਰੋਕਣਾ। ਗੁਰੂ ਸਾਹਿਬ ਦੀ ਧਰਤੀ ਦੇ ਉੱਤੇ ਇਹ ਕੰਮ ਅਸੀਂ ਨਹੀਂ ਹੋਣ ਦੇਣਾ। ਪਰਚਾ ਕਰਨਾ, ਪਰਚਾ ਕਰਦੇ ਨੇ, ਫਾਂਸੀ ਟੰਗਣਾ, ਗੋਲੀਆਂ ਅੱਗੇ ਕਿਹੜੇ ਥੋੜੇ ਮਾਰੇ ਨੌਜਵਾਨ ਤੇ ਲੱਖਾਂ ਦੇ ਨੌਜਵਾਨ ਇਹਨਾਂ ਨੇ ਮੁਕਾਬਲਿਆਂ 'ਚ ਮਾਰ ਦਿੱਤੇ ਨੇ। ਕੋਸ਼ਿਸ਼ ਸੱਚ ਸਿੱਖ ਉਹਨਾਂ ਦੇ ਹੱਕ 'ਚ ਖੜਦੇ ਹੋ, ਕਹਿੰਦੇ ਕਿ ਗਲਤ ਕੀਤਾ ਸਾਡੇ ਬੰਦਿਆਂ ਨੇ, ਇਦਾਂ ਨਹੀਂ ਕਰਨਾ ਚਾਹੀਦਾ। ਬੈਠ ਕੇ ਗੱਲ ਸਿੱਖਾਂ ਦੀ ਗੁਲਾਮ ਮਾਨਸਿਕਤਾ ਹੈ ਕਈਆਂ ਦੀ, 150 ਸਾਲ ਦੀ ਗੁਲਾਮੀ ਨੂੰ ਉਹਦਾ ਦਿਮਾਗ ਇਹ ਕਰ ਦਿੱਤਾ ਹੈ
ਵੀ ਉਹਨਾਂ ਨੂੰ ਇਹ ਨਹੀਂ ਸਮਝ ਆਉਂਦਾ ਵੀ ਇਹ ਸਟੇਜਾਂ ਤੋਂ ਖੜ ਕੇ ਸਾਡੇ ਗੁਰੂਆਂ ਨੂੰ ਸ਼ੈਤਾਨ ਤੱਕ ਕਹਿ ਦਿੰਦੇ ਨੇ ਹੈ। ਇਹ ਕਹਿੰਦੇ ਨੇ ਗੁਰਦੁਆਰਾ ਸਾਹਿਬ ਜਾ ਕੇ ਪ੍ਰਸ਼ਾਦ ਨਾ ਲਾਓ, ਸਿੱਖਾਂ ਨੂੰ ਭਰਮਾਉਂਦੇ ਨੇ ਵੀ ਉਹ ਸ਼ੈਤਾਨ ਦਾ ਘਰ ਹੈ, ਉੱਥੇ ਪ੍ਰਸ਼ਾਦ ਨਹੀਂ ਤੁਸੀਂ ਛਕਣਾ। ਤੇ ਇਹ ਜਿਹੜੇ ਸਿੱਖ ਉਹਨਾਂ ਦੀ ਹਮਾਇਤ 'ਚ ਖੜੇ ਨੇ, ਇਹਨਾਂ ਨੂੰ ਪੁੱਛੋ ਵੀ ਕਦੋਂ ਟਲਣਾ, ਜਦੋਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਪਾ ਲਿਆ ਉਹਨਾਂ ਨੇ, ਫਿਰ ਤੁਸੀਂ ਪਛਤਾਓਗੇ। ਇਹ ਉਹ ਹਾਲ ਹੈ ਜਿਵੇਂ ਦਿੱਲੀ ਦੇ ਸਿੱਖ ਇੱਕ ਮੌਕੇ 84 ਤੋਂ ਪਹਿਲਾਂ ਕਹਿੰਦੇ ਸੀ ਵੀ ਇੱਥੇ ਭਿੰਡਰਾਂਵਾਲਾ ਬਹੁਤ ਗਲਤ ਕਰ ਰਿਹਾ ਸੰਤ ਜੀ, ਤੇ ਬਾਅਦ ਜਦੋਂ ਆਪਣੇ ਘਰਾਂ 'ਚ ਅੱਗ ਲੱਗੀ ਤਾਂ ਫਿਰ ਪਤਾ ਲੱਗਾ। ਇਹਨਾਂ ਨੂੰ ਉਦੋਂ ਸਮਝ ਆਉਣੀ ਜਦੋਂ ਇਹਨਾਂ ਦੀ ਦਾੜੀ ਨੂੰ ਹੱਥ ਪੈ ਗਏ। ਐਸਜੀਪੀਸੀ ਰੋਲ ਨੂੰ ਕਿਵੇਂ ਦੇਖਦੇ ਪੂਰੇ ਘਟਨਾਕ੍ਰਮ? ਐਸਜੀਪੀਸੀ ਦਾ ਰੋਲ ਦੇਖੋ ਜੀ, ਇਹਦੇ 'ਚ ਨਾ ਨਹੀਂ ਰਿਹਾ। ਐਰਕਾਂ ਚਲੋ ਜਥੇਦਾਰ ਸਾਹਿਬ ਦਾ ਬਿਆਨ ਆਇਆ, ਪਰ ਜਿਹੜਾ ਐਸਜੀਪੀਸੀ ਨੂੰ ਕੰਮ ਕਰਨਾ ਚਾਹੀਦਾ ਸੀ ਉਹ ਹੁਣ ਦੇਰ ਆਏ ਦੁਰਸਤ ਆਏ, ਕੰਮ ਤੇ ਉਹਨੂੰ ਕਰ ਲੈਣਾ। ਅਜੇ ਵੀ ਕਹਿੰਦੇ ਡੁੱਲੇ ਬੇਰਾਂ ਦਾ ਕੱਖ ਨਹੀਂ ਵਿਗੜਿਆ। ਇਹ ਕੰਮ ਹੁਣੇ ਛੇਤੀ ਸ਼ੁਰੂ ਕਰ ਦੇਣ ਚੰਗੀ ਗੱਲ ਹੈ, ਨਹੀਂ ਤੇ ਫਿਰ ਬਾਅਦ 'ਚ ਐਸਜੀਪੀਸੀ ਵੀ ਅਸੀਂ ਵੇਖਾਂਗੇ ਵੀ ਇਹਨਾਂ ਦਾ ਵੀ ਕੀ ਹਿਸਾਬ ਦਾ ਕਿਹੜੇ ਪਾਸੇ ਕਰਨਾ। ਲੱਗਦਾ ਹੈ ਕਿ ਸਿੱਖ ਧਰਮ ਦਾ ਪ੍ਰਚਾਰ ਕਰਨ 'ਚ ਕਿਤੇ ਐਸਜੀਪੀਸੀ ਪਿੱਛੇ ਰਹਿ ਗਈ। ਆਹ ਤੇ ਰਹੀ ਆ ਤੇ ਪਿੱਛੇ, ਇਹਦੇ ਤੇ ਕੋਈ ਸਵਾਲ ਵਾਲੀ ਗੱਲ ਹੀ ਨਹੀਂ ਹੈਗੀ। ਵੈਸੇ ਪੰਜਾਬ ਦੇ ਵਿੱਚ ਪ੍ਰਚਾਰਕਾਂ ਦੀ ਗਿਣਤੀ ਬਹੁਤ ਸਾਰੀ ਵੱਡੀ ਹੈਗੀ ਆ। ਜੇ ਜਹਾਜ਼ਾਂ ਦਾ ਵੀਜ਼ਾ ਲੈ ਕੇ ਬਾਹਰਲੇ ਦੇਸ਼ਾਂ 'ਚ ਜਾਣਾ ਹੋਵੇ ਤਾਂ ਪ੍ਰਚਾਰਕ ਮਿੰਟ 'ਚ ਚਲੇ ਜਾਂਦੇ ਆ। ਕਿ ਫਿਰ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ ਉਹਨਾਂ ਖੇਤਰਾਂ ਦੇ ਵਿੱਚ ਜਾ ਕੇ ਜਿੱਥੇ ਗਰੀਬ ਲੋਕ ਵਸਦੇ। ਪ੍ਰਚਾਰਕਾਂ ਨੂੰ ਪਹਿਲਾਂ ਤੇ ਆਪ ਗੁਰੂ ਤੇ ਭਰੋਸਾ ਕਰਨਾ ਚਾਹੀਦਾ। ਅੱਧੇ ਪ੍ਰਚਾਰਕ ਤੇ ਤਰਕ ਦੀ ਖੇਡ ਖੇਡਦੇ ਨੇ, ਜਿੱਥੇ ਜਾਂਦੇ ਨੇ ਕਦੇ ਬਾਣੀ ਦੇ ਕਿੰਤੂ, ਕਦੇ ਮਰਿਆਦਾ ਦੇ ਕਿੰਤੂ, ਕਦੇ ਕਿਸੇ ਚੀਜ਼ ਤੇ ਕਿੰਤੂ। ਇਹ ਜੇ ਕਿਤੇ ਮਰਗ ਤੇ ਚੱਲ ਜਾਣ ਉੱਥੇ ਕਹਿੰਦੇ ਮੁਰਦਾ ਨਵਾਇਆ ਕਿਉਂ ਤੁਸੀਂ। ਇਹਨਾਂ ਦੀ ਸੋਚ ਤੇ ਇੱਥੇ ਖੜ ਗਈ ਵੀ ਆਪਸੀ ਵਿਵਾਦ ਵਾਲੇ ਇਹ ਬਾਣੀਏ ਤੁਕਾਂ ਵੀ ਉਹ ਯਾਦ ਕਰੀ ਫਿਰਦੇ ਨੇ ਜਿਹੜੀਆਂ ਵਿਵਾਦ ਪੈਦਾ ਕਰਦੀਆਂ ਨੇ ਹੈ, ਜਿਹੜੀਆਂ ਤੁਕਾਂ ਤੇ ਇਹ ਦੂਜੇ ਨੂੰ ਸਵਾਲ ਖੜਾ ਕਰਦੇ ਨੇ। ਸੋ ਇਹਨਾਂ ਪ੍ਰਚਾਰਕਾਂ ਨੂੰ ਪਹਿਲਾਂ ਤੇ ਇਹ ਸਮਝਣਾ ਚਾਹੀਦਾ ਵੀ ਪਹਿਲਾਂ ਤੇ ਤੁਸੀਂ ਗੁਰੂ ਤੇ ਭਰੋਸਾ ਕਰਨਾ ਸਿੱਖੋ, ਫਿਰ ਤੁਸੀਂ ਪ੍ਰਚਾਰ ਕਰਨ ਜੋਗੇ ਹੋਵੋਗੇ। ਕਦੀ ਤੁਸੀਂ ਸੁਣਿਆ ਪਿਛਲੇ 10 ਸਾਲਾਂ 'ਚ ਕਿ ਪ੍ਰਚਾਰਕ ਨੂੰ ਕਹਿੰਦੇ ਪਿਆਓ ਗੁਰੂ ਤੇ ਲੜ ਲੱਗੋ ਅੰਮ੍ਰਿਤ ਛਕੋ? ਵਿਵਾਦ ਪੈਦਾ ਕਰਨ ਤੋਂ ਪ੍ਰਚਾਰਕ ਬਿਨਾਂ ਹੋਰ ਕਰ ਕੀ ਰਹੇ ਨੇ? ਕੁਛ ਚਾਹੁੰਦਾ ਪ੍ਰਚਾਰਕ ਨਹੀਂ ਗਿਣਦੇ। ਇਸ ਲਾਈਨ 'ਚ ਵੀ ਠੱਲ ਸਕਦੇ ਆਪਾਂ? ਨਹੀਂ, ਅਸੀਂ ਸਾਰਿਆਂ ਨੂੰ ਤਾਂ ਕਹਿ ਹੀ ਨਹੀਂ ਰਹੇ ਜੀ। ਇਹ ਤੇ ਚੋਰ ਦੀ ਦਾਣੀ 'ਚ ਤਿਨਕੇ ਵਾਲੀ ਗੱਲ ਹੋਊ। ਜਿਹੜਾ ਸਮਝ ਲੂ ਜੀ। ਜਿਹੜਾ ਕੋਈ ਇਹਦਾ ਰੌਲਾ ਪਾਊ, ਜਿਹੜਾ ਸੱਚਾ ਪ੍ਰਚਾਰਕ ਹੈ ਗੁਰੂ ਦਾ, ਉਹਨੂੰ ਤੇ ਇਸ ਗੱਲ ਦਾ ਗੁੱਸਾ ਕੋਈ ਨਹੀਂ। ਜਿਹੜਾ ਝੂਠਾ ਹੈ ਉਹਨੂੰ ਫਿਰ ਲੱਗੂ ਵਿਵਸਥਾ ਤੇ ਲੱਗੀ ਜਾਵੇ ਸਾਡੇ ਨੂੰ। ਫਿਰ ਇਹ ਚੀਜ਼ ਦਾ ਮਤਲਬ ਵਿਤਕਰਾ ਹੋ ਰਿਹਾ ਕਿ ਗਰੀਬ ਬਸਤੀਆਂ 'ਚ ਜਾ ਕੇ ਪ੍ਰਚਾਰ ਨਹੀਂ ਹੋ ਰਿਹਾ, ਉਹਨਾਂ ਦੇ ਧਰਮ ਤਬਦੀਲ ਹੋ ਰਿਹਾ। ਫਿਰ ਦੂਸਰੇ ਪਾਸੇ ਜਹਾਜ਼ਾਂ ਤੇ ਚੜ੍ਹ ਕੇ ਬਾਹਰ ਡਾਲਰਾਂ ਦੀ ਕਮਾਈ ਵਾਲੇ ਪਾਸੇ ਧਿਆਨ। ਇੱਕ ਗੱਲ ਮੈਂ ਕਹਿਣੀ ਚਾਹੁੰਦਾ, ਮਹਾਰਾਜਾ ਦਲੀਪ ਸਿੰਘ ਸੀ ਜੀ, ਜਦੋਂ ਸਿੱਖ ਰਾਜ ਤੇ ਕਬਜ਼ਾ ਕਰਦੇ ਨੇ ਅੰਗਰੇਜ਼, ਉਹਨੂੰ ਖੜ ਕੇ ਈਸਾਈ ਬਣਾਉਂਦੇ ਨੇ, ਉਹਨੂੰ ਸਾਰੀ ਦੁਨੀਆ ਦੀ ਸੁੱਖ ਸਹੂਲਤਾਂ ਦਿੰਦੇ ਨੇ, ਰਾਜ ਭਾਗ ਉੱਥੇ ਵੀ ਰਾਜੇ ਵਾਂਗੂ ਰਹਿੰਦਾ। ਬਿਲਕੁਲ। ਪਰ ਉਹਨੇ ਫਿਰ ਵੀ ਜਵਾਨੀ 'ਚ ਆ ਕੇ ਵੇਖਿਆ ਵੀ ਇਹ ਦੌਲਤ ਸ਼ੌਹਰਤ ਦੁਨਿਆਵੀ ਵਸਤਾਂ ਸਿੱਖੀ ਤੋਂ ਉੱਚੀਆਂ ਨਹੀਂ, ਉਹ ਸਿੱਖ ਬਣਿਆ। ਤੇ ਗਰੀਬ ਸਿੱਖਾਂ ਨੂੰ ਵੀ ਸੋਚਣਾ ਚਾਹੀਦਾ ਵੀ ਜ਼ਿੰਦਗੀ ਲੰਘ ਜਾਣੀ ਹੈ, ਇਹ ਰੋਟੀ ਤੇ ਵੀ ਲੰਘ ਜਾਣੀ ਹੈ ਤੇ ਮਹਿਲਾਂ 'ਚ ਵੀ ਲੰਘ ਜਾਣੀ ਹੈ। ਤੇ ਗੁਰੂ ਨੂੰ ਧੋਖਾ ਦੇ ਕੇ ਇਦਾਂ ਗੁਰੂ ਦਾ ਲੜ ਛੱਡ ਕੇ ਕਿਸੇ ਹੋਰ ਤੇ ਤੁਰਨਾ, ਬਦਾਵਾ ਲਿਖ ਕੇ, ਇਹ ਚੰਗੀ ਗੱਲ ਨਹੀਂ। ਪਰ ਉਹਨਾਂ ਦੇ ਪੱਖ 'ਚ ਵੇਖੀਏ ਤੇ ਉਹਨਾਂ ਦੇ ਬੱਚਿਆਂ ਦੀਆਂ ਫ੍ਰੀ ਪੜ੍ਹਾਈਆਂ, ਬਹੁਤ ਕੁਝ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਪਈਆਂ। ਇੱਧਰ ਐਸਜੀਪੀਸੀ ਪੰਜਾਬ ਦੀ ਬਹੁਤ ਵੱਡੀ ਸੰਸਥਾ ਹੈਗੀ, ਪੰਜਾਬ ਸਰਕਾਰ ਤੋਂ ਵੱਡਾ ਬਜਟ ਆ, ਇੱਧਰ ਕੋਈ ਸਹੂਲਤ ਕਿਉਂ ਨਹੀਂ ਮਿਲਦੀ ਫਿਰ ਸਿੱਖਾਂ ਦੇ ਬੱਚਿਆਂ ਨਹੀਂ? ਉਹ ਤੇ ਇਹਨਾਂ ਨੂੰ ਸਵਾਲ ਐਸਜੀਪੀਸੀ ਨੂੰ ਕਰਨਾ ਚਾਹੀਦਾ ਵੀ ਕਿਉਂ ਨਹੀਂ ਕਰ ਰਿਹਾ। ਪਰ ਮੈਂ ਦੂਜਿਆਂ ਨੂੰ ਵੀ ਪੁੱਛਾਂ ਵੀ ਕੀ ਦੁਨਿਆਵੀ ਪੜ੍ਹਾਈ ਜਿਹੜੀ ਤੁਹਾਨੂੰ ਗੁਰੂ ਤੋਂ ਦੂਰ ਕਰਦੀ ਹੈ, ਜਿਹੜੀ ਤੁਹਾਡਾ ਧਰਮ ਤਬਦੀਲ ਕਰਦੀ, ਉਹ ਜ਼ਰੂਰੀ ਹੈ? ਬੱਚੇ ਸਾਡੇ ਕਿਤੇ ਇਤਿਹਾਸ 'ਚ ਅਸੀਂ ਪੜ੍ਹੇ ਲਿਖੇ ਰਹੇ ਹਾਂ ਸਾਰੀ ਉਮਰ? ਨਹੀਂ। ਅਸੀਂ ਜੰਗਲਾਂ 'ਚ ਰਾਤਾਂ ਕੱਟੀਆਂ ਨੇ, ਕਿਉਂ ਕੱਟੀਆਂ? ਗੁਰੂ ਦੇ ਸਤਿਕਾਰ ਲਈ ਕੱਟੀਆਂ ਨੇ। ਤੇ ਜੇ ਹੁਣ ਪੜ੍ਹਾਈ ਖਾਤਰ ਜਾਂ ਹਸਪਤਾਲ ਦੇ ਵਿੱਚ ਇਲਾਜ ਦੀ ਖਾਤਰ ਤੁਸੀਂ ਧਰਮ ਤਬਦੀਲ ਕਰ ਲੈਣਾ ਤੇ ਇਹ ਸ਼ਰਮ ਵਾਲੀ ਗੱਲ ਹੈ। ਪਰ ਹਾਂ, ਇਹ ਨਹੀਂ ਮੈਂ ਕਹਿੰਦਾ ਵੀ ਐਸਜੀਪੀਸੀ ਨੂੰ ਕੰਮ ਨਹੀਂ ਕਰਨਾ ਚਾਹੀਦਾ। ਗਰੀਬ ਸਿੱਖਾਂ ਦੀ ਬਾਹ ਫੜ ਲਈ ਤੇ ਅਸੀਂ ਸਾਰੀਆਂ ਸੰਸਥਾਵਾਂ ਨੂੰ ਕਹਿੰਦੇ ਹਾਂ ਵੀ ਜਾ ਕੇ ਅਫਰੀਕਾ 'ਚ ਤੁਰ ਜਾਂਦੇ, ਜੋ ਕਦੀ ਕਿਤੇ ਅਮਰੀਕਾ 'ਚ ਤੁਰ ਜਾਂਦੇ, ਕਦੀ ਕਿਤੇ, ਤਾਂ ਇੱਥੇ ਜਿਹੜੇ ਰੁਲਦੇ ਫਿਰਦੇ ਇਹਨਾਂ ਨੂੰ ਕਿਹਨੇ ਸਾਹਮਣਾ? ਤਾਂ ਇਹ ਗੱਲ ਹੀ ਸਾਹਮਣੇ ਆ ਰਹੀ ਹੈ ਐਸਜੀਪੀਸੀ ਇੱਕ ਪਰਿਵਾਰ ਦੀ ਸੇਵਾ 'ਚ ਲੱਗੀ ਹੋਈ ਹੈ, ਹਮੇਸ਼ਾ ਇਲਜ਼ਾਮ ਲੱਗਦੇ ਨੇ ਇਹ। ਦੇਖੋ, ਪਰਿਵਾਰਵਾਦ ਹਰ ਪਾਸੇ ਹੀ ਹੈ, ਕੋਈ ਵੀ ਸੰਸਥਾ ਵਾ ਉਹਦੇ 'ਚ ਆ ਜਾਂਦਾ। ਸਿੱਖਾਂ ਨੂੰ ਇਹ ਸਮਝਣਾ ਚਾਹੀਦਾ ਹੈ ਵੀ ਅਸੀਂ ਜਿਹੜੀ ਐਸਜੀਪੀਸੀ ਸੰਸਥਾ ਹੈ, ਸਿੱਖਾਂ ਦੀ ਸੰਸਥਾ ਹੈ, ਇਹ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਹੈ, ਪਰਿਵਾਰਾਂ ਦੇ ਪ੍ਰਬੰਧਾਂ ਨੂੰ ਨਹੀਂ ਹੈਗੀ। ਸੋ ਇਹ ਗੱਲ ਜਿਹੜੇ ਪਰਿਵਾਰਾਂ ਨੇ ਇਹ ਗੁਰੂ ਘਰ ਦਾ ਖਾਧਾ ਹੈ, ਉਹਨਾਂ ਨੂੰ ਇਹ ਚੁਕਾਉਣਾ ਪੈਣਾ। ਕੋਈ ਵੀ ਮਨੁੱਖ ਜਿਹਨੇ ਗੁਰੂ ਘਰ ਨਾਲ ਮੱਥਾ ਲਾਇਆ ਉਹ ਕਦੀ ਮਤਲਬ ਸੁਖੀ ਨਹੀਂ ਵੱਸ ਸਕਿਆ, ਉਹਦੀ ਨਸਲਾਂ ਉਜੜ ਜਾਂਦੀਆਂ। ਈਸਾਈ ਮਤ ਦਾ ਪ੍ਰਚਾਰ ਕਰਨ ਵਾਲੇ ਲੌਂਗੋਵਾਲ ਸਾਹਿਬ ਵੀ ਰਹਿ ਕਿਸੇ, ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਬਣੇ ਆ। ਉਸ ਪਾਸੇ ਕਿਸੇ ਦਾ ਖਿਆਲ ਨਹੀਂ ਗਿਆ ਜਾਂ ਉਸ ਪਾਸੇ ਕਿਸੇ ਨੇ ਉਹਨੂੰ ਸਜ਼ਾ ਜਾਂ ਕੁਝ ਵੀ ਨਹੀਂ ਕੀਤਾ? ਨਹੀਂ, ਉੱਥੇ ਤੇ ਦੇਖੋ ਵੀ ਚੋਰਾਂ ਦੇ ਵਿੱਚ ਕਿਸੇ ਨੇ ਦੂਜੇ ਚੋਰ ਨੂੰ ਕੀ ਸਜ਼ਾ ਦੇਣੀ ਹੈ? ਤੁਸੀਂ ਸਵਾਲ ਕਰ ਰਹੇ ਜੋ ਵੀ ਸ਼ਾਇਦ ਐਸਜੀਪੀਸੀ ਜਿਹੜੀ ਆ ਉਹ ਬੜੀ ਆਜ਼ਾਦ ਸੰਸਥਾ ਹੈ, ਇਹ ਵੀ ਹਿੰਦੁਸਤਾਨ ਹਕੂਮਤ ਦੀ ਇੱਕ ਚਾਕਰੀ ਕਰਨ ਵਾਲੀ ਸੰਸਥਾ ਬਣ ਕੇ ਰਹਿ ਗਈ ਹੈ। ਇੱਕ ਮੌਕੇ ਤੇ ਗੁਰੂ ਘਰਾਂ ਦੀ ਆਜ਼ਾਦੀ ਲਈ ਇਹਨਾਂ ਸੰਘਰਸ਼ ਕੀਤਾ, ਅੱਜ ਇਹ ਹਿੰਦੁਸਤਾਨ ਦੀ ਹਕੂਮਤ ਦੇ ਅਧੀਨ ਗੁਰੂ ਘਰਾਂ ਨੂੰ ਗੁਲਾਮ ਕਰੀ ਬੈਠੇ ਨੇ। ਸੋ ਮੇਰੇ ਖਿਆਲ ਨਾਲ ਸਿੱਖਾਂ ਨੂੰ ਗੁਰੂ ਘਰਾਂ ਦਾ ਪ੍ਰਬੰਧ ਵੀ ਆਪਣੇ ਹੱਥ 'ਚ ਲੈਣਾ ਚਾਹੀਦਾ ਹੈ, ਜਿਸ ਜਿੱਥੇ ਲੈ ਸਕਦੇ ਆ। ਤੇ ਇੱਕ ਬਹੁਤ ਵੱਡੇ ਸੰਘਰਸ਼ ਨੂੰ ਵਿੱਢਣ ਦੀ ਲੋੜ ਹੈ ਤਾਂ ਜੋ ਅਸੀਂ ਗੁਰੂ ਘਰਾਂ ਦੇ ਵਿੱਚ ਜਿਹੜਾ ਇਹ ਮਨਮਤ ਹੋ ਰਹੀ ਇਹਨੂੰ ਕੱਢ ਸਕੀਏ। ਪਰ ਉਹਨਾਂ ਵਾਲੇ ਪਾਸੇ ਜਾਈਏ ਤੇ ਉਹ ਕਹਿੰਦੇ ਕਿ ਅਸੀਂ ਵੀ ਸਿੱਖ, ਸਿੱਖਾਂ ਦੀ ਕੀ ਪਹਿਚਾਣ ਹੁੰਦੀ, ਪਹਿਰਾਵਾ, ਅਸੀਂ ਵੀ ਸਿੱਖ। ਦੇਖੋ, ਸਿੱਖ ਦੀ ਪਛਾਣ ਆ ਵੀ ਗੁਰੂ ਦੇ ਉੱਤੇ ਕੋਈ ਸਮਝੌਤਾ ਨਹੀਂ ਕਰਨਾ, ਗੁਰੂ ਨਾਲ ਇੰਨਾ ਪ੍ਰੇਮ ਕਰਨਾ ਜਿਹੜਾ ਅਕਹਿ ਹੈ, ਜਿਹਨੂੰ ਕਿਹਾ ਨਹੀਂ ਜਾ ਸਕਦਾ। ਤੇ ਜਿਹੜੇ ਬੰਦੇ ਪਹਿਰਾਵਾ ਪਾ ਕੇ ਆਪਣੇ ਨੂੰ ਸਿੱਖ ਸਮਝੀ ਜਾਂਦੇ ਨੇ, ਪਹਿਰਾਵਾ ਸਿੱਖੀ ਦਾ ਇੱਕ ਬਹੁਤ ਨਿਖੜਵਾਂ ਅੰਗ ਹੈ ਜੀ, ਪਾਉਣਾ ਚਾਹੀਦਾ, ਸਾਰਿਆਂ ਨੂੰ ਧਾਰਨ ਕਰਨਾ ਚਾਹੀਦਾ ਬਾਣਾ। ਪਰ ਜੇ ਬਾਣਾ ਪਾ ਕੇ ਤੇ ਗੁਰੂ ਦੋਖੀ ਬਣਨਾ ਹੈ ਤੇ ਉਹਨੂੰ ਚੰਗਾ ਮੂੰਹ ਸਿਰ ਮਨਾ ਕੇ ਜੋ ਕਰਨਾ ਕਰੀ ਜਾਓ ਤੁਸੀਂ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਅਮਰਪਾਲ ਸਿੰਘ ਨਾਲ ਸਾਡੀ ਗੱਲਬਾਤ ਹੋਈ ਆ।
ਅੱਜ ਬਾਈਬਲ ਧਰਨੇ ਤੇ ਪਹੁੰਚੇ ਸੀਗੇ ਅੰਮ੍ਰਿਤਪਾਲ ਸਿੰਘ ਵਾਰਸ ਪੰਜਾਬ ਦੀ ਜਥੇਬੰਦੀ ਦੇ ਜਿਹੜੇ ਮੁੱਖ ਆਗੂ ਲੱਗੇ ਹੋਏ ਨੇ। ਦੁਬਈ ਦੀ ਧਰਤੀ ਤੋਂ ਆਏ ਸੀਗੇ। ਉਹਨਾਂ ਨਾਲ ਬੜੀ ਬੇਬਾਕੀ ਦੇ ਨਾਲ ਗੱਲਬਾਤ ਹੋਈ ਹੈ ਇੱਥੋਂ ਦੀਆਂ ਕੁਝ ਗੱਲਾਂ ਨੂੰ ਲੈ ਕੇ, ਤੇ ਜੋ ਵਿਵਾਦ ਚੱਲ ਰਿਹਾ ਪੰਜਾਬ ਦੇ ਵਿੱਚ ਈਸਾਈ ਮਤ ਨੂੰ ਲੈ ਕੇ, ਜਿਹੜਾ ਵਿਵਾਦ ਚੱਲ ਰਿਹਾ ਨਿਹੰਗ ਸਿੰਘ ਤੇ ਈਸਾਈ ਮਤ ਦੇ ਜਿਹੜੇ ਲੋਕ ਆਪਸ ਵਿੱਚ ਭਿੜਦੇ, ਉਸ ਤੇ ਬੜੇ ਬੇਬਾਕੀ ਦੇ ਨਾਲ ਜਵਾਬ ਦਿੱਤਾ ਤੇ ਨਾਲ ਸ਼੍ਰੋਮਣੀ ਕਮੇਟੀ ਤੇ ਵੀ ਕਈ ਜਿਹੜੇ ਆ ਨਿਸ਼ਾਨੇ ਸਾਧੇ ਆ। ਰਾਸ਼ਟਰ ਦਾ ਬਿਆਨ ਆਇਆ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਇਦਾਂ ਕਰੋਗੇ ਤੇ ਬਾਹਰ ਬਹੁਤ ਸਾਰੇ ਗੁਰਦੁਆਰੇ ਹੈਗੇ, ਉਹਨੂੰ ਕਹੋ ਵੀ ਬਾਹਰ ਜਦੋਂ ਤੁਹਾਡਾ ਪੋਪ ਕਹਿੰਦਾ ਵੀ ਤੁਸੀਂ ਪਖੰਡ ਕਰ ਰਹੇ ਜੋ, ਉਹਨੂੰ ਕਹੇ ਧਮਕੀ ਹੈ ਸਾਨੂੰ। ਅਸੀਂ ਬਾਹਰ ਜਾ ਕੇ ਕਿਸੇ ਦਾ ਧਰਮ ਤਬਦੀਲ ਕੀਤਾ? ਅਸੀਂ ਆਪਣੀ ਮਿਹਨਤ ਨਾਲ ਉੱਥੇ ਜਾ ਕੇ ਹੱਕ ਲਏ ਨੇ। ਅਸੀਂ ਲੋਕਾਂ ਨੂੰ ਪੈਸੇ ਦੇ ਕੇ ਸਿੱਖ ਬਣਾਇਆ ਕਦੀ ਕਿਸੇ ਨੂੰ? ਗੋਰੇ ਸਾਡੇ ਕੋਲ ਇਹੋ ਜਿਹਾ ਕੁਝ ਹੈ ਵੀ ਨਹੀਂ, ਲਾਲਚ ਨਾਲ। ਤੇ ਫਿਰ ਇਹਨਾਂ ਨੂੰ ਸਮਝਣਾ ਚਾਹੀਦਾ ਵੀ ਇੱਕ ਤੇ ਚੋਰੀ ਤੋਂ ਸੀਨਾ ਚੋਰੀ ਹੈ ਇਹਨਾਂ ਦੀ। ਇਹ ਕਦੀਆਂ ਧਮਕੀਆਂ ਹੋ ਕੇ ਬਾਹਰ ਦੇ ਸਿੱਖਾਂ ਨੂੰ ਇਦਾਂ ਕਰਦੇ ਆਗੇ। ਇਹਨੂੰ ਕਹ ਪਹਿਲਾਂ ਤੁਸੀਂ ਇਹ ਦਿਖਾਓ ਵੀ ਤੁਹਾਡਾ ਜਿਹੜਾ ਮੇਨ ਵੈਟੀਕਨ ਸਿਟੀ ਦਾ ਚਰਚ ਹੈ ਉਹ ਇਸ ਗੱਲ ਨੂੰ ਅਲਾਉ ਕਰਦਾ ਵੀ ਤੁਸੀਂ ਇਹ ਕੰਮ ਕਰੋ। ਜੇ ਨਹੀਂ ਕਰਦੇ ਤੁਸੀਂ ਪਖੰਡ ਕਰਦੇ ਜਿੱਥੇ। ਸੋ ਇਹ ਗੁੰਡਾਗਰਦੀ ਤੇ ਪਾਸਟਰ ਪੁੱਠਣ ਨੂੰ ਉਤਰਨਾ ਨਹੀਂ ਚਾਹੀਦਾ। ਇਹ ਕੰਮ ਨਿਰੰਕਾਰੀਆਂ ਵਾਲਾ ਬਣਾ ਰਹੇ ਨੇ ਜਾਣਬੁੱਝ ਕੇ। ਨਿਰੰਕਾਰੀਆਂ ਨੇ ਇਹੋ ਕੰਮ ਕੀਤਾ ਸੀ, ਗੁਰੂ ਧਾਮ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਕੰਮ ਕੀਤਾ ਸੀ, ਤਾਂ ਨਤੀਜਾ ਕੀ ਨਿਕਲਿਆ ਸੀ? ਪੰਜਾਬ ਨੂੰ ਅੱਗ ਲੱਗੀ ਸੀ। ਹੁਣ ਦੋਸ਼ ਇਹ ਸਿੱਖਾਂ ਨੂੰ ਦੇਣਗੇ। ਅਸੀਂ ਬੇਨਤੀਆਂ ਕਰ ਲਈਆਂ ਨੇ ਪ੍ਰਸ਼ਾਸਨ ਨੂੰ ਵੀ, ਸਾਰਿਆਂ ਨੂੰ। ਹੁਣ ਫਿਰ ਕਰ ਦਿੰਦੇ ਆ ਸਰਕਾਰਾਂ ਨੂੰ ਵੀ ਇਹ ਕੰਮ ਜਿੰਨਾ ਚਿਰ ਨਾ ਰੁਕਿਆ ਤੇ ਸਾਨੂੰ ਤੇ ਇਦਾਂ ਰੁਕਣਾ ਪੈਣਾ। ਇੱਕ ਮੌਕੇ ਤੇ ਗੁਰੂ ਘਰਾਂ ਦੀ ਆਜ਼ਾਦੀ ਲਈ ਇਹਨਾਂ ਸੰਘਰਸ਼ ਕੀਤਾ। ਅੱਜ ਇਹ ਹਿੰਦੁਸਤਾਨ ਦੀ ਹਕੂਮਤ ਦੇ ਅਧੀਨ ਗੁਰੂ ਘਰਾਂ ਨੂੰ ਗੁਲਾਮ ਕਰੀ ਬੈਠੇ ਨੇ। ਸੋ ਮੇਰੇ ਖਿਆਲ ਨਾਲ ਸਿੱਖਾਂ ਨੂੰ ਗੁਰੂ ਘਰਾਂ ਦਾ ਪ੍ਰਬੰਧ ਵੀ ਆਪਣੇ ਹੱਥ 'ਚ ਲੈਣਾ ਚਾਹੀਦਾ, ਜਿੱਥੇ ਇੱਥੇ ਲੈ ਸਕਦੇ ਆ। ਤੇ ਇੱਕ ਬਹੁਤ ਵੱਡੇ ਸੰਘਰਸ਼ ਨੂੰ ਵਿੱਢਣ ਦੀ ਲੋੜ ਆ ਤਾਂ ਜੋ ਅਸੀਂ ਗੁਰੂ ਘਰਾਂ ਦੇ ਵਿੱਚ ਜਿਹੜਾ ਇਹ ਮਨਮਤ ਹੋ ਰਹੀ ਹੈ ਨੂੰ ਕੱਢ ਸਕੀਏ। ਕਿਸ ਤਰੀਕੇ ਨਾਲ ਮਿਲ ਸਕਦਾ? ਦੇਖੋ, ਕੌਮ ਨੂੰ ਲਾਮਬੰਦ ਹੋਣਾ ਚਾਹੀਦਾ, ਇਕੱਠੇ ਹੋ ਕੇ ਇੱਕ ਝੰਡੇ ਥੱਲੇ ਸੰਘਰਸ਼ ਕਰਨਾ ਚਾਹੀਦਾ। ਤੇ ਜਦੋਂ ਸੰਘਰਸ਼ ਕਰਾਂਗੇ ਤੇ ਰਾਜ ਭਾਗ ਦੀ ਪ੍ਰਾਪਤੀ ਲਈ ਜਦੋਂ ਯਤਨ ਕਰਾਂਗੇ, ਜਦੋਂ ਆਪਾਂ ਆਜ਼ਾਦੀ ਲਈ ਸੰਘਰਸ਼ ਕਰਾਂਗੇ, ਉਦੋਂ ਹੀ ਇਨਸਾਫ ਮਿਲਣਾਗੇ। ਉੱਦਾਂ ਅੱਜ ਇਸ ਇੱਥੇ ਇਨਸਾਫ ਲੈ ਲਾਂਗੇ, ਕਿਤੇ ਹੋਰ ਬੇਦਮੀਆਂ ਕਿਹੜਾ ਰੋਕ ਰਹੀਆਂ ਨੇ। ਕੁਝ ਹੈ ਦਿਮਾਗ ਵਿੱਚ ਕਿਸ ਤਰੀਕੇ ਕਰਨਾ ਚਾਹੀਦਾ, ਕੀ ਕੁਝ ਕਰਨਾ ਚਾਹੀਦਾ? ਦੇਖੋ, ਜਿਹੜੇ ਜਥੇਬੰਦਕ ਤਰੀਕੇ ਦੇ ਨਾਲ ਤੇ ਸਾਨੂੰ ਪਿੰਡ ਜਾਣਾ ਚਾਹੀਦਾ। ਜਿਹੜਾ ਪਹਿਲੀ ਗੱਲ ਤੇ ਗੁਰੂ ਘਰਾਂ ਦੇ ਪ੍ਰਬੰਧ ਨੇ, ਨੌਜਵਾਨਾਂ ਨੂੰ ਹਮਲਾ ਮਾਰ ਕੇ ਗੁਰੂ ਸਾਹਿਬ ਦੀ ਜਿਹੜੀ ਹਜ਼ੂਰੀ ਦੇ ਵਿੱਚ ਪਹਿਰੇ ਤੇ ਰਹਿਣਾ ਚਾਹੀਦਾ ਵੀ ਕੋਈ ਪਹਿਲਾਂ ਬੇਦਬੀ ਹੋਵੇ ਨਾ। ਤੇ ਜੇ ਹੁੰਦੀ ਆ ਤੇ ਮੌਕੇ ਦੇ ਉੱਤੇ ਉਹਦਾ ਇਨਸਾਫ ਕਰਨਾ ਚਾਹੀਦਾ, ਕਿਉਂਕਿ ਅਸੀਂ ਕੋਰਟਾਂ ਦੇ ਵਿੱਚ ਇਹਨਾਂ ਨੇ ਵੇਖ ਲਿਆ, ਇਹ ਬੰਦੇ ਨੂੰ ਫੜਦੇ ਨੇ, ਬਾਅਦ 'ਚ ਪਾਗਲ ਕਹਿ ਕੇ ਛੱਡ ਦਿੰਦੇ ਨੇ ਉਸੇ ਵੇਲੇ। ਜੇ ਬਹੁਤੀ ਸਜ਼ਾ ਵੀ ਹੈ 295 ਇਹਦੇ ਵਿੱਚ 3 ਸਾਲ ਦੀ ਸਜ਼ਾ, ਉਹਦੀ ਜ਼ਮਾਨਤ ਨਾਲੋਂ ਨਾਲ ਹੋ ਜਾਂਦੀ ਹੈ। ਜਦੋਂ ਜ਼ਮਾਨਤੀ ਬੰਦੇ ਨੂੰ ਸਿਕਿਉਰਿਟੀ ਦਿੰਦੇ ਨੇ, ਇਹ ਐਸਾ ਰਾਜ ਹੈ ਜਿੱਥੇ ਗੁਰੂ ਸਾਹਿਬ ਦੀ ਬੇਦਬੀ ਕਰਨ ਵਾਲੇ ਬੰਦੇ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ। ਸੋ ਇਸ ਕਰਕੇ ਸਾਨੂੰ ਇਸ ਰਾਜ ਭਾਗ ਤੋਂ ਨਿਜਾਤ ਪਾਉਣੀ ਚਾਹੀਦੀ ਹੈ, ਇਨਸਾਫ ਫੇਰ ਹੀ ਮਿਲੇਗਾ। ਦੀਪ ਸਿੱਧੂ ਸਾਹਿਬ ਕਾਫੀ ਵਾਰ ਆਉਂਦੇ ਰਹੇ ਨੇ ਇੱਥੇ, ਬੈਠਦੇ ਰਹੇ ਨੇ, ਤੁਸੀਂ ਪਹਿਲੀ ਵਾਰ ਆਏ ਹੋ, ਤਾਂ ਕੋਈ ਗੱਲਬਾਤ ਹੋਈ ਇਸ ਰਿਗਾਰਡਿੰਗ ਕੀ ਕੁਝ ਹੋਇਆ? ਨਹੀਂ, ਅਸੀਂ ਪਹਿਲਾਂ ਇੱਕ ਦਿਨ ਆਏ ਸੀ ਇੱਥੇ, ਜਿਹੜਾ ਬਾਈ ਦੀਪ ਸਿੱਧੂ ਤੇ ਇਸ ਮੋਰਚੇ ਨੂੰ ਸ਼ੁਰੂ ਕਰਨ ਵਾਲਿਆਂ 'ਚੋਂ ਸੀ। ਤੇ ਕੋਈ ਨਹੀਂ, ਮਹਾਰਾਜ ਕਿਰਪਾ ਕਰਨ ਆਉਂਦੇ ਰਵਾਂਗੇ। ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਇੱਥੇ ਹੀ ਹਾਂ। ਸਹਿਯੋਗ ਕਿਸ ਤਰੀਕੇ ਨਾਲ ਕਰੋਗੇ ਮੋਰਚੇ? ਸਹਿਯੋਗ ਜੀ, ਜਿੰਨਾ ਸਾਡੇ ਕੋਲ ਤੇ ਆਪਣਾ ਜੋ ਤਨ ਮਨ ਧਨ ਹੈਗਾ ਸਭ ਗੁਰੂ ਸਾਹਿਬ ਦੇ ਇਨਸਾਫ ਵਾਸਤੇ ਸਾਰਾ ਕੁਝ ਹੀ ਅਸੀਂ ਅਰਪਣ ਕਰਨ ਨੂੰ ਤਿਆਰ ਹਾਂ। ਜਥੇਬੰਦੀ ਇੱਕ ਪੰਜਾਬ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਈਸਾਈ ਮਤ ਨੂੰ ਲੈ ਕੇ, ਉਸ ਚੀਜ਼ ਬਾਰੇ ਕੀ ਕਹਿਣਾ ਚਾਹੁੰਦੇ? ਨਹੀਂ, ਦੇਖੋ, ਇਹ ਮੈਨੂੰ ਸਮਝ ਨਹੀਂ ਆਉਂਦੀ ਵੀ ਆਪਾਂ ਇਸ ਸਵਾਲ ਦਾ ਜਵਾਬ ਕਿਉਂ ਦਈਏ, ਕਿਉਂਕਿ ਪਹਿਲਾਂ ਤੇ ਈਸਾਈ ਪਾਸਟਰਾਂ ਨੇ ਪਖੰਡ ਦਾ ਪਹਿਲਾਂ ਫੈਲਾਇਆ ਸਾਰੇ ਪੰਜਾਬ ਦੇ ਵਿੱਚ। ਜਦੋਂ ਉਹਨਾਂ ਦਾ ਵਿਰੋਧ ਹੋਣ ਲੱਗਾ, ਉਦੋਂ ਅਚਾਨਕ ਉਹਨਾਂ ਦੇ ਬੇਅਦਬੀ ਹੋ ਜਾਂਦੀ ਹੈ ਮੂਰਤੀ ਦੀ। ਪਹਿਲੀ ਗੱਲ ਤੇ ਕ੍ਰਿਸਚਨਾਂ ਦੇ ਵਿੱਚ ਮੂਰਤੀ ਪ੍ਰਥਾ ਹੈ ਨਹੀਂ ਗੀ, ਉਹਨੂੰ ਇੱਦਾਂ ਬੇਅਦਬੀ ਵਗੋਂ ਪ੍ਰਚਾਰਨਾ ਗਲਤ ਗੱਲ ਹੈ। ਦੂਜੀ ਗੱਲ ਹੈ ਵੀ ਇਹ ਅਚਾਨਕ ਜਿਵੇਂ ਇੱਕ ਮੌਕੇ ਦੇ ਉੱਤੇ ਗਊਆਂ ਦੇ ਸਿਰ ਵੱਢ ਕੇ ਸੁੱਟੇ ਗਏ ਸੀ ਮੰਦਰਾਂ ਦੇ ਵਿੱਚ। ਇਹ ਮੈਨੂੰ ਲੱਗਦਾ ਵੀ ਜਿਹੜਾ ਹੁਣ ਕੌਮ ਉਹਨਾਂ ਦੇ ਵਿਰੋਧ 'ਚ ਉੱਠੀ ਹੈ, ਉਸ ਵਿਰੋਧ ਨੂੰ ਖਤਮ ਕਰਨ ਲਈ ਇਹੋ ਜਿਹਾ ਪਖੰਡ ਰਚਿਆ ਜਾ ਰਿਹਾ। ਇਹਦੀ ਜਾਂਚ ਹੋਣੀ ਚਾਹੀਦੀ ਹੈ। ਤੁਹਾਨੂੰ ਇਹ ਲੱਗਦਾ ਕਿ ਬੇਅਦਬੀ ਨਹੀਂ? ਨਹੀਂ, ਬੇਅਦਬੀ ਤਾਂ ਦੇਖੋ, ਉਹ ਦੱਸਣ ਵੀ ਉਹਨਾਂ ਦੀ ਕਿਹੜੇ ਹਿਸਾਬ ਨਾਲ ਬੇਅਦਬੀ, ਆਪਣੇ ਧਰਮ ਨੂੰ ਡਿਫਾਈਨ ਕਰਨ। ਜਿਹੜਾ ਕੰਮ ਉਹ ਕਰ ਰਹੇ ਨੇ ਕਿ ਪਖੰਡ ਕਰਨਾ, ਜਾਦੂ ਮੰਤਰ ਕਰਨਾ, ਇਹ ਬੇਅਦਬੀ ਨਹੀਂ। ਜਦੋਂ ਵੈਟੀਕਨ ਸਿਟੀ ਨੇ ਮਨਾ ਕੀਤਾ ਹੋਇਆ ਤੇ ਬੇਅਦਬੀ ਤਾਂ ਸਭ ਤੋਂ ਵੱਡੀ ਉਹ ਆਪ ਕਰਦੇ ਨੇ ਰੋਜ਼ ਦਿਨ। ਤੇ ਜਦੋਂ ਰੋਜ਼ ਦਿਨ ਆਪਣੀ ਬੇਅਦਬੀ ਕਰ ਰਹੇ ਨੇ, ਗਰੀਬ ਸਿੱਖਾਂ ਨੂੰ ਵਰਗਲਾ ਕੇ, ਲਾਲਚ ਦੇ ਕੇ, ਡਰਾ ਕੇ ਤੇ ਧਰਮ ਤਬਦੀਲ ਕਰਦੇ ਨੇ, ਕੀ ਇਹ ਬੇਅਦਬੀ ਨਹੀਂ? ਜਦੋਂ ਇਹਨਾਂ ਦਾ ਪੋਪ ਕਹਿੰਦਾ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ, ਸਗੋਂ ਜਿਹੜੇ ਸਿੱਖਾਂ ਨੇ ਵਿਰੋਧ ਕੀਤਾ ਹੈ ਉੱਥੇ, ਜਿਹੜੇ ਸਿੱਖਾਂ ਨੇ ਇਹਨਾਂ ਦਾ ਪਖੰਡ ਰੋਕਿਆ, ਉਹ ਸਿੱਖ ਤੇ ਸਗੋਂ ਉਹਨਾਂ ਨੂੰ ਧੰਨਵਾਦ, ਜਿਹੜੇ ਸੱਚੇ ਈਸਾਈ ਨੇ ਉਹਨਾਂ ਨੂੰ ਧੰਨਵਾਦ ਕਰਨਾ ਚਾਹੀਦਾ ਸਿੱਖਾਂ ਦਾ। ਜਿਵੇਂ ਤੁਸੀਂ ਕਿਹਾ ਕਿ ਪੋਪ ਕਹਿੰਦਾ ਕਿ ਨਹੀਂ ਹੋਣਾ ਚਾਹੀਦਾ, ਪਰ ਉਹਨਾਂ ਦੇ ਪਿੱਛੇ ਕੌਣ ਆ ਜਿਹੜਾ ਇਹ ਕਰਵਾ ਰਿਹਾ ਪੰਜਾਬ ਦੇ? ਇਹ ਹਿੰਦੁਸਤਾਨ ਦੀ ਹਕੂਮਤ ਦੀ ਸ਼ਹਿਰ ਤੇ ਸਾਰਾ ਕੁਝ ਹੋ ਰਿਹਾ, ਕਿਉਂਕਿ ਇੱਥੋਂ ਸਿੱਖਾਂ ਦੀ ਆਬਾਦੀ ਨੂੰ ਘਟਾ ਕੇ ਤੇ ਪੰਜਾਬ ਇੱਕੋ ਇੱਕ ਸੂਬਾ ਹੈ ਜਿਹੜਾ ਪਹਿਲਾਂ ਤੇ ਇਹਦੀ ਵੰਡ 47 ਚ ਹੋਈ, ਫਿਰ 65 ਦੇ ਵਿੱਚ 66 ਦੇ ਵਿੱਚ ਸੂਬਿਆਂ ਵਜੋਂ ਹੋਈ। ਹੁਣ ਇੱਥੇ ਸਿੱਖਾਂ ਦੀ ਇੱਕ ਦੇ ਪਾਸੇ ਮਾਈਗ੍ਰੇਸ਼ਨ ਬਹੁਤ ਵੱਡੇ ਪੱਧਰ ਤੇ ਹੋ ਰਹੀ, ਜਿਹੜੇ ਇੱਥੇ ਬਚ ਰਹੇ ਆ ਉਹਨਾਂ ਨੂੰ ਈਸਾਈ ਬਣਾ ਕੇ ਤੇ ਸਿੱਖਾਂ ਦੀ ਆਬਾਦੀ ਨੂੰ ਖਤਮ ਕਰਨ ਦਾ ਧਈਆ ਹੈ। ਕਦੇ ਪੰਜਾਬ ਦੇ ਵਿੱਚ ਸਿੱਖ ਵਰਸਸ ਹਿੰਦੂ, ਕਦੇ ਸਿੱਖ ਵਰਸਸ ਮੁਸਲਮਾਨ, ਹਿੰਦੂ ਵਰਸਸ ਮੁਸਲਮਾਨ, ਇਦਾਂ ਦਾ ਬਹੁਤ ਕੁਝ ਚੱਲ ਰਿਹਾ। ਇਸ ਵਾਰ ਈਸਾਈ ਵਰਸਸ ਸਿੱਖ ਬਣ ਰਿਹਾ। ਨਹੀਂ, ਇਹ ਹਕੂਮਤ ਹੀ ਬਣਾ ਰਹੀ ਹੈ ਨਾ, ਇਹ ਤੇ ਉਹਨਾਂ ਨੂੰ ਸਮਝਣਾ ਚਾਹੀਦਾ ਜਿਹੜੇ ਸਿੱਖਾਂ ਦੇ ਖਿਲਾਫ ਖੜੇ। ਸਿੱਖਾਂ ਨੇ ਹਮੇਸ਼ਾ ਪੰਜਾਬ ਲਈ ਸੰਘਰਸ਼ ਕੀਤਾ ਹੈ।
ਜਿਹੜੇ ਲੋਕ ਸਿੱਖਾਂ ਦੇ ਖਿਲਾਫ ਖੜੇ ਹੁੰਦੇ ਨੇ ਜਾਣਬੁੱਝ ਕੇ, ਉਹ ਪੰਜਾਬ ਵਿਰੋਧੀ ਵੀ ਨੇ ਤੇ ਉਹ ਇੱਥੋਂ ਦੀ ਧਰਤੀ ਦੇ ਵੀ ਵਿਰੋਧੀ ਨੇ। ਈਸਾਈਆਂ ਨੇ ਅੱਜ ਤੱਕ ਕੋਈ ਮੋਰਚਾ ਲਾਇਆ ਪੰਜਾਬ ਦੇ ਹੱਕਾਂ ਦੇ ਵਿੱਚ? ਨਾ ਹਿੰਦੂਆਂ ਨੇ ਲਾਇਆ, ਨਾ ਮੁਸਲਮਾਨਾਂ ਨੇ ਲਾਇਆ। ਸੋ ਜਿਨ੍ਹਾਂ ਨੇ ਮੋਰਚੇ ਲਾਏ ਨੇ, ਜਿਨ੍ਹਾਂ ਨੇ 500 ਸਾਲ ਤੋਂ ਆਪਣਾ ਲਹੂ ਡੋਲਿਆ, ਜਦੋਂ ਉਹ ਸੰਘਰਸ਼ ਕਰਨ ਨੂੰ ਉੱਠਦੇ ਨੇ, ਜਦੋਂ ਆਜ਼ਾਦੀ ਦੀ ਗੱਲ ਕਰਦੇ ਨੇ, ਇਹ ਸਾਡੇ ਖਿਲਾਫ ਖੜੇ ਹੋ ਜਾਂਦੇ ਨੇ। ਸੋ ਇਹ ਤੇ ਇਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਹਾਡੇ ਦਿਲ 'ਚ ਹੈ ਕੀ ਅਸਲ ਦੇ ਵਿੱਚ। ਸਿੱਖ ਤਾਂ ਕਿਸੇ ਦੀ ਬੇਅਦਬੀ ਨਹੀਂ ਕਰਦੇ ਜਾ ਕੇ। ਪਰ ਕਿਸੇ ਦੇ ਪ੍ਰੋਗਰਾਮ ਜਾ ਕੇ ਵਿਘਨ ਪਾਉਣਾ ਇਹ ਠੀਕ ਹੈ? ਪੁਲਿਸ ਪ੍ਰਸ਼ਾਸਨ ਨਾਲ ਲਈ ਜਾ ਸਕਦੇ ਸੀ ਉਹ। ਤੁਹਾਨੂੰ ਕਾਨੂੰਨ ਦਾ ਐਕਟ ਪਤਾ ਹੈ ਵੀ ਮੈਜਿਕ ਦੇ ਤਰੀਕੇ ਨਾਲ ਲੋਕਾਂ ਨੂੰ ਭਰਮਾਉਣਾ ਇਹ ਗਲਤ ਹੈ। ਸਪੀਕਰ ਲਾਉਣੇ ਪ੍ਰੋਗਰਾਮ ਕਰ ਰਹੇ ਸੀ ਉੱਥੇ, ਸਿੱਖ ਜਥੇਬੰਦੀਆਂ ਗਈਆਂ, ਉਹਨਾਂ ਨੇ ਪ੍ਰੋਗਰਾਮ 'ਚ ਵਿਘਨ ਪਾਇਆ। ਨਹੀਂ, ਇਹ ਤੁਸੀਂ ਉੱਥੇ ਦੀ ਜਾਂਚ ਕਰੋ ਗਰਾਊਂਡ ਲੈਵਲ ਦੇ ਉੱਤੇ ਜਾ ਕੇ, ਤੁਹਾਡਾ ਮੀਡੀਆ ਦਾ ਕੰਮ ਹੈ। 6 ਮਹੀਨੇ ਤੋਂ ਪਿੰਡ ਵਾਲੇ ਬੇਨਤੀ ਕਰ ਰਹੇ ਨੇ ਵੀ ਇੱਥੇ ਸਪੀਕਰ ਲਾ ਕੇ ਗੰਦ ਨਾ ਪਾਓ, ਉਹ ਨਹੀਂ ਟਲੇ। ਉਹਨਾਂ ਨੇ ਉੱਥੇ ਪਖੰਡ ਕੀਤਾ ਹੈ। ਉਹ ਤੁਹਾਨੂੰ ਲੱਗਦਾ ਮਰੇ ਬੰਦੇ ਜੀਨੇ ਹੁੰਦੇ? ਮੀਡੀਆ ਦਾ ਇਹ ਕੰਮ ਹੈ ਵੀ ਤੁਸੀਂ ਜਾਓ ਉੱਥੇ ਮਰਿਆ ਬੰਦਾ ਲਾਸ਼ ਲੈ ਜਾਓ ਹਸਪਤਾਲ 'ਚੋਂ, ਉਹਨਾਂ ਕੋਲ ਕਰੋ ਜਿੰਦੀ ਇਹਨਾਂ ਨੂੰ। ਤੁਹਾਡਾ ਕੰਮ ਇਹ ਹੈ। ਜੇ ਵੀਡੀਓ ਸਾਹਮਣੇ ਆਉਂਦੀ ਆ ਪੁਲਿਸ ਪ੍ਰਸ਼ਾਸਨ ਉਦੋਂ ਕੰਮ ਕਰੂਗਾ ਜਦੋਂ ਤੁਸੀਂ ਕੰਮ ਕਰੋਗੇ ਬਕਾਇਦਾ ਗਰਾਊਂਡ ਤੇ ਇਨਵੈਸਟੀਗੇਸ਼ਨ। ਮੀਡੀਆ ਦਾ ਕੰਮ ਇਹ ਨਹੀਂ ਹੁੰਦਾ ਵੀ ਮਗਰੋਂ ਜਾ ਕੇ ਕੰਮ ਕਰਨਾ। ਜਿਹੜੀ ਗਰਾਊਂਡ ਲੈਵਲ ਦੀ ਇਨਵੈਸਟੀਗੇਟਿੰਗ ਮੀਡੀਆ ਨਾ, ਜਿਹੜਾ ਉਹਦਾ ਫਰਜ਼ ਇਹ ਹੁੰਦਾ ਹੈ ਵੀ ਜਾ ਕੇ ਜਾਂਚ ਕਰਨੀ ਬਕਾਇਦਾ, ਸੱਚ ਨੂੰ ਸਾਹਮਣੇ ਲੈ ਕੇ ਆਉਣਾ। ਵੀਡੀਓ ਉਹਨਾਂ ਦੀ ਆਪਣੀਆਂ ਚੈਨਲ ਤੇ ਪਈਆਂ ਤੇ ਹਜ਼ਾਰਾਂ ਕਿੰਨੇ ਲੋਕਾਂ ਦੀ ਵੀਡੀਓ ਉਹਨਾਂ ਕੋਲ ਆਉਂਦੀਆਂ, ਪੁਲਿਸ ਪ੍ਰਸ਼ਾਸਨ ਵੀ ਦੇਖਦਾ ਹੈ, ਸਰਕਾਰਾਂ ਵੀ ਦੇਖ ਰਹੀਆਂ ਨੇ, ਪਰ ਕੋਈ ਐਕਸ਼ਨ ਨਹੀਂ ਹੋ ਰਿਹਾ। 3-3 ਸਾਲ ਪੁਰਾਣੀਆਂ ਵੀਡੀਓ ਨੇ। ਦੇਖੋ, ਡੈਮੋਕ੍ਰੇਸੀ ਦੇ 3 ਪਿਲਰ ਨੇ, ਜਸਟਿਸ ਸਿਸਟਮ ਵੀ ਹੈ, ਮੀਡੀਆ ਵੀ ਹੈ। ਉਹਦੇ 'ਚ ਮੀਡੀਆ ਦਾ ਰੋਲ ਕੀ ਹੈ? ਤੁਸੀਂ ਜਦੋਂ ਆਪਣਾ ਰੋਲ ਛੱਡੋਗੇ, ਬਾਈ ਚਾਂਸ, ਮੈਂ ਕ੍ਰਿਟੀਸਾਈਜ਼ ਨਹੀਂ ਕਰ ਰਿਹਾ ਕਿਸੇ ਪਾਰਟਿਕੂਲਰ ਮੀਡੀਆ ਨੂੰ, ਮੈਂ ਇਹ ਕਹਿ ਰਿਹਾ ਵੀ ਜਿਹੜਾ ਜਰਨਲਿਜ਼ਮ ਹੈ ਉਹਦੀ ਪਰਿਭਾਸ਼ਾ ਜਦੋਂ ਅਸੀਂ ਭੁੱਲਾਂਗੇ, ਘਟਨਾ ਤੋਂ ਬਾਅਦ ਸਾਰੇ ਬੰਦੇ ਪਹੁੰਚ ਜਾਂਦੇ ਨੇ। ਜਿਹੜਾ ਪਖੰਡ ਹੋ ਰਿਹਾ, ਇੱਥੇ ਇੱਕ ਇਨਵੈਸਟੀਗੇਟਿਵ ਰਿਪੋਰਟ ਦਿਖਾ ਦਿਓ ਮੈਨੂੰ ਤੁਸੀਂ, ਕਿੰਨੇ ਸਾਲਾਂ ਤੋਂ ਇਹ ਪਖੰਡ ਚੱਲ ਰਿਹਾ ਪੰਜਾਬ ਦੇ ਵਿੱਚ। ਤੇ ਜਿਹੜੇ ਲੋਕਾਂ ਨੂੰ ਇਹ ਇੱਕ ਕਿਸਮ ਦਾ ਹਿਮਿਲੇਸ਼ਨ ਲੋਕਾਂ ਦੀ ਹੋ ਰਹੀ ਹੈ, ਮੈਨੀਪੂਲੇਸ਼ਨ ਹੋ ਰਹੀ ਹੈ, ਲੋਕਾਂ ਨੂੰ ਝੂਠ ਦੇ ਤਰੀਕੇ ਨਾਲ। ਆਪਣੇ ਸਿੱਖਾਂ ਨੇ ਡੇਰੇਵਾਦ ਦਾ ਵੀ ਵਿਰੋਧ ਕੀਤਾ, ਪਖੰਡ ਦੇ ਹੈ ਤੇ ਉਹ ਪਖੰਡ ਕਰਦੇ ਸੀ ਨਾ ਸਿੱਖੀ ਦੇ ਨਾਂ ਹੇਠ। ਸਿੱਖਾਂ ਨੇ ਉਹਨਾਂ ਨੂੰ ਵੀ ਹਟਾਇਆ, ਬੰਦ ਕਰਾਏ ਡੇਰੇ। ਤੇ ਜੇ ਸਿੱਖ ਇਹਨਾਂ ਨੂੰ ਕਰ ਰਹੇ ਨੇ ਤੇ ਪਖੰਡ ਦਾ ਕਰਕੇ ਕਰ ਰਹੇ ਨੇ। ਹੋਰ ਤੁਸੀਂ ਦੱਸੋ ਵੀ ਜਿਹੜਾ ਈਸਾਈਅਤ ਦਾ ਧਰਮ ਹੈ ਸਾਡੇ ਨਾਲ ਬੈਠ ਜਾਣ ਕਿਤੇ, ਇਹਨਾਂ ਦੇ ਪਾਸਟਰ ਰਲ ਕੇ ਇਹ ਦੱਸਣ ਵੀ ਇਹਨਾਂ ਦੇ ਇਹ ਧਰਮ ਦੇ ਵਿੱਚ ਇਹ ਕਿੱਥੋਂ ਲਿਖਿਆ ਵੀ ਇਹ ਕੰਮ ਕਰਨੇ। ਉਹਨਾਂ ਦੇ ਪਾਸਟਰ ਦਾ ਬਿਆਨ ਆਇਆ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਇਦਾਂ ਕਰੋਗੇ ਤੇ ਬਾਹਰ ਬਹੁਤ ਸਾਰੇ ਗੁਰਦੁਆਰੇ ਹੈਗੇ, ਤੁਹਾਨੂੰ ਉਹਨੂੰ ਕਹੋ ਵੀ ਬਾਹਰ ਜਦੋਂ ਤੁਹਾਡਾ ਪੋਪ ਕਹਿੰਦਾ ਵੀ ਤੁਸੀਂ ਪਖੰਡ ਕਰ ਰਹੇ ਜੋ, ਉਹਨੂੰ ਕਹੇ ਧਮਕੀ ਹੈ ਸਾਨੂੰ? ਅਸੀਂ ਬਾਹਰ ਜਾ ਕੇ ਕਿਸੇ ਦਾ ਧਰਮ ਤਬਦੀਲ ਕੀਤਾ? ਅਸੀਂ ਆਪਣੀ ਮਿਹਨਤ ਨਾਲ ਉੱਥੇ ਜਾ ਕੇ ਹੱਕ ਲਏ ਨੇ। ਅਸੀਂ ਲੋਕਾਂ ਨੂੰ ਪੈਸੇ ਦੇ ਕੇ ਸਿੱਖ ਬਣਾਇਆ ਕਦੀ ਕਿਸੇ ਨੂੰ? ਗੋਰੇ ਸਾਡੇ ਇਹੋ ਜਿਹਾ ਕੁਝ ਹੈ ਵੀ ਨਹੀਂ, ਲਾਲਚ ਨਾਲ। ਤੇ ਫਿਰ ਇਹਨਾਂ ਨੂੰ ਸਮਝਣਾ ਚਾਹੀਦਾ ਵੀ ਇੱਕ ਤੇ ਚੋਰੀ ਤੋਂ ਸੀਨਾ ਚੋਰੀ ਹੈ ਇਹਨਾਂ ਦੀ। ਇਹ ਕਦੀਆਂ ਧਮਕੀਆਂ ਅੱਗੇ ਬਾਹਰ ਦੇ ਸਿੱਖਾਂ ਨੂੰ ਇਦਾਂ ਕਰਦੇ ਹੈਗੇ? ਉਹਨੂੰ ਕਹ ਪਹਿਲਾਂ ਤੁਸੀਂ ਇਹ ਦਿਖਾਓ ਵੀ ਤੁਹਾਡਾ ਜਿਹੜਾ ਮੇਨ ਵੈਟੀਕਨ ਸਿਟੀ ਦਾ ਚਰਚ ਹੈ ਉਹ ਇਸ ਗੱਲ ਨੂੰ ਅਲਾਉ ਕਰਦਾ ਵੀ ਤੁਸੀਂ ਇਹ ਕੰਮ ਕਰੋ। ਜੇ ਨਹੀਂ ਕਰਦਾ ਤੁਸੀਂ ਪਖੰਡ ਕਿਉਂ ਕਰਦੇ ਜਿੱਥੇ? ਸੋ ਇਹ ਗੁੰਡਾਗਰਦੀ ਤੇ ਪਾਸਟਰ ਪੁੱਟਰ ਨੂੰ ਉਤਰਨਾ